ਸੁਚੇਤਕ ਸਟੂਡੀਓ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ। ਮੇਰਾ ਸਲਾਮੇ ਖਲੂਸ ਕਬੂਲ ਹੋਵੇ ਸਾਰੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ ਲੈ ਕੇ, ਇੱਕ ਨਵੀਂ ਹਸਤੀ ਨੂੰ ਲੈ ਕੇ। ਨਵੀਂ ਹਸਤੀ ਦੀ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਬਹੁਤ ਕੁਝ ਇਤਿਹਾਸ ਵਿੱਚੋਂ, ਬਹੁਤ ਕੁਝ ਹਿਸਟਰੀ ਵਿੱਚੋਂ ਉਹਦੇ ਨਾਲ ਜਾ ਜੁੜਦਾ, ਸਾਡੇ ਨਾਲ ਜਾ ਜੁੜਦਾ। ਕੱਲ੍ਹ ਦਾ ਦਿਨ 14 ਅਗਸਤ ਸਾਡੇ ਹਮਸਾਏ ਮੁਲਕ ਦਾ ਆਜ਼ਾਦੀ ਦਿਨ ਸੀ ਤੇ ਅੱਜ ਦਾ ਦਿਨ ਮੇਰੇ ਮੁਲਕ ਦਾ ਸੁਤੰਤਰਤਾ ਦਿਵਸ ਹੈ। ਦੋਨੋਂ ਇੱਕੋ ਵਾਰ ਉਦਾਸੀਆਂ ਦੇ ਜੰਗਲ ਤੋਂ ਪਾਰ ਹੋਏ, ਪਰ ਇੱਕੋ ਵੇਲੇ ਉਹ ਉਸ ਹਵਾਨੀਅਤ ਦੇ ਜੰਗਲ ਵਿੱਚ ਵੀ ਗਵਾਚ ਗਏ ਜਦੋਂ ਸਾਡੀ ਆਜ਼ਾਦੀ ਆਪੋ ਆਪਣੀ ਆਜ਼ਾਦੀ ਹੋ ਗਈ ਤੇ ਅਸੀਂ ਸਰਹੱਦ ਦੇ ਆਰ ਪਾਰ ਉਹ ਕੰਮ ਕੀਤੇ ਜਿਹੜੇ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਕਿਤੇ ਨਾ ਵਾਪਰੇ ਹੋਣ। ਪਰ ਉਹਨਾਂ ਖੂਨੀ ਦਿਨਾਂ ਦੇ ਦਾਗ ਸਾਡੇ ਹਮੇਸ਼ਾ ਉਹਨਾਂ ਕ੍ਰੀਏਟਿਵ ਲੋਕਾਂ ਤੇ ਮਨਾਂ ਤੇ ਰਹੇ ਨੇ ਔਰ ਉਹਨਾਂ ਨੇ ਉਹਨਾਂ ਦਾਗਾਂ ਨੂੰ ਧੋਣ ਦਾ ਯਤਨ ਕੀਤਾ। ਜਿਸ ਹਸਤੀ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ, ਉਹਨਾਂ ਨੇ ਵੀ ਉਹਨਾਂ ਦਾਗਾਂ ਨੂੰ ਧੋਣ ਦਾ ਯਤਨ ਕੀਤਾ। ਜੇ ਗੱਲ ਕੀਤੀ ਜਾਵੇ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਤਾਂ ਉਹ ਕਸ਼ਮੀਰ ਦੀ ਪੈਦਾਇਸ਼ ਨੇ, ਪਰ ਅਸੀਂ ਉਹਨਾਂ ਨੂੰ ਇੱਕ ਪੰਜਾਬੀ ਦੇ ਤੌਰ ਤੇ ਜਾਣਦੇ ਹਾਂ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਨੂੰ ਪੰਜਾਬੀ ਦੇ ਰੰਗਮੰਚ ਨਾਲ, ਪੰਜਾਬੀ ਦੇ ਥੀਏਟਰ ਨਾਲ ਜੋੜ ਕੇ ਔਰ ਪੰਜਾਬੀ ਦੇ ਰੰਗਮੰਚ ਦੇ ਹਵਾਲੇ ਨਾਲ ਹੀ ਸਾਡੇ ਨਾਲ ਰੂਬਰੂ ਹੋਏ ਹਨ। ਮੇਰੀ ਮੁਰਾਦ ਸ਼ਾਹਿਦ ਨਦੀਮ ਜੀ ਤੋਂ ਹੈ ਜੋ ਸਾਡੀ ਸਰਹੱਦ ਤੋਂ ਪਾਰ ਵੱਸਦੇ ਨੇ, ਪਰ ਸਾਨੂੰ ਕਦੇ ਅਹਿਸਾਸ ਨਹੀਂ ਹੁੰਦਾ ਜਦੋਂ ਅਸੀਂ ਉਹਨਾਂ ਕੋਲ ਜਾਈਏ ਜਾਂ ਉਹ ਸਾਡੇ ਕੋਲ ਆਉਣ ਕਿ ਸਾਡੇ ਵਿਚਾਲੇ ਕੋਈ ਸਰਹੱਦ ਹੈ। ਕਲਚਰਲ ਸਾਂਝਾਂ ਆਪਣੇ ਆਪ ਦੇ ਵਿੱਚ ਇੰਨੀਆਂ ਵੱਡੀਆਂ ਔਰ ਮਹੱਤਵਪੂਰਨ ਨੇ ਕਿ ਤੁਸੀਂ ਇਹਨਾਂ ਨੂੰ ਹੋਰਨਾਂ ਲਕੀਰਾਂ ਦੀ ਕੈਦ ਵਿੱਚ ਰੱਖ ਨਹੀਂ ਸਕਦੇ, ਪਰ ਇਹ ਵੀ ਸਾਨੂੰ ਸਵੀਕਾਰ ਕਰਨਾ ਚਾਹੀਦਾ ਕਿ ਇਹ ਲਕੀਰਾਂ ਸੱਚਮੁੱਚ ਬਹੁਤ ਗੂੜੀਆਂ ਕਰਨ ਦੇ ਯਤਨ ਵੀ ਕੁਝ ਲੋਕ ਕਰਦੇ ਨੇ। ਅਸੀਂ ਇਹਨਾਂ ਲਕੀਰਾਂ ਦੇ ਉੱਤੇ ਕੰਡਿਆਂ ਦੀ ਵਾੜ ਦੀ ਜਗ੍ਹਾ ਕਿੰਨੇ ਕੁ ਫੁੱਲ ਉਗਾ ਸਕਦੇ ਹਾਂ, ਇਹ ਕੰਮ ਥੀਏਟਰ ਹਮੇਸ਼ਾ ਕਰਦਾ ਆ ਰਿਹਾ ਔਰ ਥੀਏਟਰ ਮੈਂਟਲੀ ਜਿਹੜੇ ਸਾਡੇ ਬਲੌਕਸ ਨੇ ਉਹਨਾਂ ਨੂੰ ਕਦੇ ਨਾ ਕਦੇ ਤੋੜਨ ਦਾ ਯਤਨ ਕਰਦਾ। ਮੈਂ ਸਵਾਗਤ ਕਰਦਾ ਸ਼ਾਹਿਦ ਜੀ ਦਾ, ਉਹਨਾਂ ਨੂੰ ਖੁਸ਼ ਆਮਦੀਦ ਆਖਦਾ। ਆਓ ਜੀ ਸ਼ਾਹਿਦ ਜੀ। ਬਹੁਤ ਮਿਹਰਬਾਨੀ ਜੀ, ਬੜਾ ਮੇਰੇ ਲਈ ਮਾਣ ਦੀ ਗੱਲ ਹੈ ਤੁਸੀਂ ਮੈਨੂੰ ਦਾਵਤ ਦਿੱਤੀ ਔਰ ਮੌਕਾ ਦਿੱਤਾ। ਖਾਸ ਤੌਰ ਤੇ ਜਿਹੜਾ ਇੱਕ ਤੁਹਾਡਾ ਆਜ਼ਾਦੀ ਦਾ ਦਿਨ ਹੈ 15 ਅਗਸਤ, ਉਹਦੇ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ, ਮੁਬਾਰਕਬਾਦ। ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਵੈਸੇ ਤਾਂ ਖੈਰ ਪੂਰੇ ਹਿੰਦੁਸਤਾਨ ਵਿੱਚ ਹੀ ਬਹੁਤ ਤਬਾਹੀ ਮਚੀ ਸੀ, ਲੇਕਿਨ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਛੁਰੀ ਫਿਰੀ ਔਰ ਜਿਸ ਤਰ੍ਹਾਂ ਖੂਨ ਵਗਿਆ ਔਰ ਜਿਸ ਤਰ੍ਹਾਂ ਲੋਕਾਂ ਦੇ ਉੱਤੇ ਇੱਕ ਅਜ਼ਾਬ ਨਾਜ਼ਰ ਹੋਇਆ, ਉਹ ਫਿਰ ਇਹ ਆਜ਼ਾਦੀ ਜਿਹੜੀ ਹੈ ਉਹ ਸਹੀ ਮਾਇਨੇ 'ਚ ਇੱਕ ਦਰਦ ਔਰ ਦੁੱਖ ਜਿਹੜਾ ਹੈ ਔਰ ਕਿਸੇ ਹੱਦ ਤੱਕ ਉਹ ਪਛਤਾਵਾ ਉਹਦੇ ਨਾਲ ਮਤਲਬ ਇਹ ਜਿਹੜੀ ਮੁਸਕਰਾਹਟ ਉਹਦੇ ਪਿੱਛੇ ਹਜ਼ਾਰ ਆਂਸੂ ਜਿਹੜੇ ਨੇ, ਹਜ਼ਾਰ ਅਥਰੂ ਜਿਹੜੇ ਨੇ ਉਹ ਵੀ ਪੋਸ਼ੀਦਾ ਨੇ। ਬਹਰਹਾਲ ਜ਼ਿੰਦਗੀ ਨੂੰ ਅੱਗੇ ਅਸੀਂ ਵਧਾਉਣਾ ਹੈ ਔਰ ਜਿਹੜੇ ਪੁਰਾਣੇ ਤਜਰਬੇ ਨੇ, ਪੁਰਾਣੀ ਜਿਹੜੀਆਂ ਸਾਡੀਆਂ ਗਲਤੀਆਂ ਨੇ, ਉਹਨਾਂ ਤੋਂ ਸਬਕ ਸਿੱਖਣਾ। ਹਾਂ ਬਿਲਕੁਲ ਸ਼ਾਹਿਦ ਜੀ, ਅਸੀਂ ਪੁਰਾਣੀਆਂ ਗਲਤੀਆਂ ਤੋਂ ਸਬਕ ਵੀ ਸਿੱਖਣਾ ਹੈ ਔਰ ਨਵੇਂ ਯੁੱਗ ਦੇ ਨਵੀਂ ਨਸਲ ਨੂੰ ਅਸੀਂ ਕੁਝ ਨਵੇਂ ਖੁਆਬ, ਨਵੇਂ ਸੁਪਨੇ ਵੀ ਦੇਣੇ ਨੇ ਤਾਂ ਕਿ ਅਸੀਂ ਭਵਿੱਖ ਦੇ ਵਿੱਚ ਬੇਸ਼ੱਕ ਅਸੀਂ ਦੋ ਮੁਲਕ ਹਾਂ ਤੇ ਦੋ ਮੁਲਕ ਜ਼ਿੰਦਾਬਾਦ ਰਹਿਣ ਔਰ ਦੋਨਾਂ ਮੁਲਕਾਂ ਦੇ ਲੋਕਾਂ ਦੀਆਂ ਕਲਚਰਲ ਸਾਂਝਾਂ ਹਮੇਸ਼ਾ ਤਾਂ ਬਣੀਆਂ ਰਹਿਣ। ਅਸੀਂ ਜਿਹੜਾ ਸਾਡੇ ਪ੍ਰੋਗਰਾਮ ਦਾ ਫਾਰਮੈਟ ਹੈ ਉਹ ਕੁਝ ਇਸ ਤਰ੍ਹਾਂ ਦਾ ਕਿ ਤੁਸੀਂ ਕੁਝ ਪਲ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋਗੇ, ਆਪਣੇ ਥੀਏਟਰ ਬਾਰੇ, ਆਪਣੇ ਹਾਲਾਤ ਬਾਰੇ, ਆਪਣੇ ਮੁਆਸ਼ਰੇ ਬਾਰੇ, ਔਰ ਖਾਸ ਕਰਕੇ ਅਸੀਂ ਗੱਲ ਕਰਾਂਗੇ ਕਿ ਤੁਹਾਡੇ ਮੁਆਸ਼ਰੇ ਦੇ ਅੰਦਰ, ਤੁਹਾਡੀ ਪੋਲੀਟਿਕਸ ਦੇ ਅੰਦਰ ਜੋ ਹਾਦਸੇ ਵਾਪਰਦੇ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਸਕ੍ਰਿਪਟ ਦੇ ਵਿੱਚ ਢਾਲਦੇ ਹੋ ਜਿਹੜੀ ਸਾਡੇ ਤੱਕ ਆਉਂਦੀ ਹੈ ਤੇ ਸਾਨੂੰ ਲੱਗਦਾ ਕਿ ਅਸੀਂ ਕਿਸੇ ਪਾਰ ਦੀ ਸਰਹੱਦ ਤੋਂ
ਪਾਰਲੇ ਅਹਿਸਾਸ ਨੂੰ ਨਹੀਂ ਦੇਖ ਰਹੇ, ਬਲਕਿ ਉਹ ਸਾਡੇ ਦੋਨਾਂ ਪੰਜਾਬਾਂ ਦੇ ਸਾਂਝੇ ਅਹਿਸਾਸ ਨੇ। ਔਰ ਸ਼ਾਇਦ ਸਾਡੇ ਦੋਨਾਂ ਪੰਜਾਬਾਂ ਦੇ ਹੀ ਕਿਉਂ, ਦੁਨੀਆ ਭਰ ਦੇ ਸਾਰੇ ਲੋਕ ਜਿਨ੍ਹਾਂ ਦੇ ਦਿਲਾਂ ਅੰਦਰ ਦਰਦ ਹੈ, ਬੇਸ਼ੱਕ ਉਹ ਸਾਡੀ ਭਾਸ਼ਾ ਤੋਂ ਵਾਕਿਫ ਨਾ ਹੋਣ, ਪਰ ਉਹਨਾਂ ਨੂੰ ਉਹ ਦਰਦ ਆਪਣਾ ਜਾਪਦਾ। ਔਰ ਹਮੇਸ਼ਾ ਉਸ ਕਿਸਮ ਦੇ ਸਵਾਲਾਂ ਨੂੰ ਥੀਏਟਰ ਰਾਹੀਂ ਮੁਖਾਤਬ ਹੋਣ ਦੀਆਂ ਤੁਸੀਂ ਕੁਝ ਗੱਲਾਂ ਕਰੋਗੇ, ਫਿਰ ਅਸੀਂ ਤੁਹਾਡੇ ਨਾਲ ਕੁਝ ਸਵਾਲ ਸਾਂਝੇ ਕਰਾਂਗੇ, ਤੁਸੀਂ ਉਹਨਾਂ ਦੇ ਜਵਾਬ ਵੀ ਜ਼ਰੂਰ ਦੇਣਾ। ਮੈਂ ਇੱਕ ਵਾਰੀ ਕਹਿ ਲਓ ਡਾਇਸ ਤੁਹਾਡੇ ਹਵਾਲੇ ਕਰਦਾ, ਜੇ ਅਸੀਂ ਫਾਰਮਲ ਤਰੀਕੇ ਨਾਲ ਗੱਲ ਕਰਨੀ ਹੋਵੇ ਤਾਂ ਇੱਕ ਵਾਰ ਮੰਚ ਤੁਹਾਡੇ ਹਵਾਲੇ। ਥੀਏਟਰ ਪ੍ਰਾਈਮ ਟਾਈਮ ਹੈ ਸਾਡਾ, ਔਰ ਇਸ ਪ੍ਰਾਈਮ ਟਾਈਮ 'ਚ ਤੁਸੀਂ ਆਪਣੀ ਗੱਲ ਤੋਰੋ। ਬਹੁਤ ਸ਼ੁਕਰੀਆ ਸ਼ਬਦੀਸ਼ ਜੀ। ਜਿੱਥੋਂ ਤੱਕ ਥੀਏਟਰ ਦੀ ਜਾਂ ਪਰਫਾਰਮਿੰਗ ਆਰਟਸ ਦੀ ਗੱਲ ਹੈ, ਤੇ ਮੇਰੀ ਜਨਰੇਸ਼ਨ ਉਹ ਇੱਕ ਐਸੀ ਜਨਰੇਸ਼ਨ ਹੈ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਵੰਡ ਦੇ ਬਾਅਦ ਦੀ ਪਹਿਲੀ ਜਨਰੇਸ਼ਨ ਸੀ, ਜਿਨ੍ਹਾਂ ਨੇ ਨਵੇਂ ਮੁਲਕਾਂ ਦੇ ਵਿੱਚ ਆਪਣਾ ਹੋਸ਼ ਸੰਭਾਲੀ। ਔਰ ਉੱਥੇ ਫਿਰ ਨਵੀਂ ਸਿਚੁਏਸ਼ਨ ਸੀ, ਔਰ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਕ੍ਰਾਈਸਿਸ ਦੇ ਬਾਅਦ ਕ੍ਰਾਈਸਿਸ ਹੁੰਦੇ ਰਹੇ, ਔਰ ਉਹਦੇ ਬਾਅਦ ਇੱਕ ਮਿਲਟਰੀ ਰੂਲ ਵੀ ਕਾਫੀ ਅਰਸਾ ਇੱਥੇ ਰਿਹਾ, ਫਿਰ ਕੋਈ ਪੋਲੀਟੀਕਲ ਕਨਫਿਊਜ਼ਨ ਵੀ ਰਿਹਾ, ਜਿਹਨੂੰ ਕਹਿ ਲਓ ਕਿ ਮਿਊਜ਼ੀਕਲ ਚੇਅਰ ਹੁੰਦੀ ਸੀ ਇੱਥੇ ਹਕੂਮਤਾਂ ਦੀ। ਤੇ ਅਸੀਂ ਉਸ ਪੀਰੀਅਡ ਵਿੱਚ ਮੈਂ ਮਤਲਬ ਪੜ੍ਹਨਾ ਸ਼ੁਰੂ ਕੀਤਾ, ਸਟੂਡੈਂਟ ਐਕਟਿਵਿਜ਼ਮ ਸ਼ੁਰੂ ਕੀਤਾ, ਔਰ ਉਦੋਂ ਬੜਾ ਇਨਕਲਾਬ ਦਾ ਬੜਾ ਇੱਕ ਆਮਦ ਜਿਹਨੂੰ ਕਹਿੰਦੇ ਨੇ ਸੀ, ਕਿ ਕਹਿੰਦੇ ਸੀ ਜੀ ਆ ਰਿਹਾ ਹੈ, ਬਸ ਦਸਤਕ ਦੇ ਰਿਹਾ ਹੈ ਤੇ ਦਰਵਾਜ਼ੇ ਤੇ ਖੜਾ ਹੈ, ਤੇ ਅਸੀਂ ਬਸ ਜਾ ਕੇ ਬੂਹਾ ਖੋਲਣਾ। ਤੇ ਅਸੀਂ ਫਿਰ ਸਾਡੀ ਤਿਆਰੀ ਵੀ ਓਨੀ ਸੀ ਕਿ ਬਸ ਜਾ ਕੇ ਮੁਸ਼ਕਲਾਂ ਜਾ ਕੇ ਤੇ ਬੂਹਾ ਕੁੰਡੀ ਖੋਲ ਲਈ, ਮਗਰ ਉਹ ਵੀ ਸਾਡੇ ਕੋਲੋਂ ਨਹੀਂ ਹੋਈ, ਔਰ ਉਹ ਖੈਰ ਤੁਹਾਡੇ ਕੋਲੋਂ ਵੀ ਨਹੀਂ ਹੋਈ। ਤੁਸੀਂ ਵੀ ਬੜੀ ਕੁਰਬਾਨੀਆਂ ਦਿੱਤੀਆਂ, ਅਸੀਂ ਵੀ ਦਿੱਤੀਆਂ, ਲੇਕਿਨ ਉਹ ਇੱਕ ਹਿਸਟਰੀ ਦਾ ਇੱਕ ਫੇਜ਼ ਸੀ, ਉਹ ਗੁਜ਼ਰ ਗਿਆ। ਲੇਕਿਨ ਉਦੋਂ ਅਸੀਂ ਜਦੋਂ ਦੇਖਿਆ, ਖਾਸ ਤੌਰ ਕਰ ਜਦੋਂ ਜ਼ਿਆਉਲ ਹਕ ਦਾ ਮਾਰਸ਼ਲ ਲਾਅ ਆਇਆ, ਜਦੋਂ ਭੁੱਟੋ ਸਾਹਿਬ ਦੀ ਗਵਰਨਮੈਂਟ ਨੂੰ ਖਤਮ ਕੀਤਾ, ਕਿ ਉਦੋਂ ਤੱਕ ਥੋੜੀ ਜੀ ਉਮੀਦ ਹੈ ਸੀ ਕਿ ਇੱਕ ਡੈਮੋਕ੍ਰੈਟਿਕ ਸੋਲੂਸ਼ਨ ਸਾਡੇ ਪ੍ਰੋਬਲਮ ਦਾ ਨਿਕਲ ਆਏਗਾ, ਔਰ ਜਿਹੜੀ ਇੱਕ ਜਨਰੇਸ਼ਨ ਭੁੱਟੋ ਸਾਹਿਬ ਦੇ ਆਉਣ ਦੇ ਜਨਰੇਸ਼ਨ ਸੀ, ਬੜੇ ਉਹਦੇ 'ਚ ਕੰਪੀਟੈਂਟ ਲੋਕ ਸੀ, ਔਰ ਬੜੇ ਡੈਮੋਕ੍ਰੈਟਿਕ ਔਰ ਬੜੇ ਐਨਲਾਈਟਨ ਲੋਕ ਸੀ, ਕਿ ਉਹ ਸਾਡੀ ਕਿਸ਼ਤੀ ਨੂੰ ਅੱਗੇ ਲੈ ਜਾਣਗੇ, ਤੂਫਾਨ ਦੇ ਵਿੱਚ ਫਸਿਆ ਨਹੀਂ ਰਹਿਣ ਦੇਣਗੇ। ਲੇਕਿਨ ਜਦੋਂ ਭੁੱਟੋ ਸਾਹਿਬ ਵੀ ਨਾਕਾਮ ਹੋਏ, ਔਰ ਉਹਨਾਂ ਨੂੰ ਨਾ ਸਿਰਫ ਤਖਤੋਂ ਲਾਤਾ ਗਿਆ, ਬਲਕਿ ਧੌਣੋਂ ਵੀ ਲਾਤਾ ਗਿਆ, ਤੇ ਉਹਦੇ ਬਾਅਦ ਇੱਕ ਸਾਡੇ ਲਈ ਇੱਕ ਬੜਾ ਇੱਕ ਕਹਿ ਲਓ ਕਿ ਆਈ ਓਪਨਰ ਸੀ। ਔਰ ਉਹਦੇ ਵਿੱਚ ਫਿਰ ਮਲਟੀਪਲ ਪ੍ਰੋਬਲਮਸ ਹੋਏ, ਜਦੋਂ ਇੱਕ ਡਿਕਟੇਟਰਸ਼ਿਪ ਆਈ, ਜਿਹਦੀ ਇੱਕ ਆਈਡੀਓਲੋਜੀਕਲ ਡਿਕਟੇਟਰਸ਼ਿਪ ਵਿੱਚ ਸੀ, ਸਿਰਫ ਬੰਦੂਕ ਦੇ ਜ਼ੋਰ ਨਾਲ ਨਹੀਂ, ਬਲਕਿ ਇੱਕ ਆਈਡੀਓਲੋਜੀ ਦੀ ਜਿਹੜੀ ਪਿਸਤੌਲ ਹੈ ਉਹ ਵੀ ਲੋਕਾਂ ਦੇ ਸਿਰਾਂ ਤੇ ਰੱਖ ਕੇ। ਤੇ ਉਹਦੇ ਵਿੱਚ ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਇੱਕ ਬੜੀ ਫੰਡਾਮੈਂਟਲ ਤਬਦੀਲੀ ਦੀ ਲੋੜ ਹੈ ਸੁਸਾਇਟੀ ਦੇ ਵਿੱਚ, ਔਰ ਉਹਦੇ ਜਿਹੜਾ ਵੀ ਆਪਣਾ ਕੋਈ ਰੋਲ ਪਲੇ ਕਰ ਸਕਦਾ ਹੈ। ਜਿਹੜੇ ਪੋਲੀਟੀਕਲ ਐਕਟਿਵਿਸਟ ਨੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ, ਅਸੀਂ ਜਿਹੜੇ ਕਲਚਰਲ ਐਕਟਿਵਿਸਟ ਹਾਂ ਅਸੀਂ ਆਪਣਾ ਕੰਮ ਸ਼ੁਰੂ ਕੀਤਾ, ਔਰ ਉਹਦੇ ਵਿੱਚ ਹੀ ਫਿਰ ਅਜੋਕਾ ਥੀਏਟਰ ਦੀ ਬੁਨਿਆਦ ਰੱਖੀ ਗਈ 1984 'ਚ, ਜਿਹੜਾ ਬਿਲਕੁਲ ਪੀਕ ਦਾ ਜ਼ਮਾਨਾ ਸੀ ਡਿਕਟੇਟਰਸ਼ਿਪ ਦਾ, ਔਰ ਭੁੱਟੋ ਸਾਹਿਬ ਨੂੰ ਉਹ ਫਾਂਸੀ ਦੇ ਚੁੱਕੇ ਸੀ, ਔਰ ਪ੍ਰੈਸ ਦੇ ਉੱਤੇ ਵੀ ਸੈਂਸਰਸ਼ਿਪ ਸੀ, ਔਰ ਪੋਲੀਟੀਕਲ ਐਕਟੀਵਿਟੀਜ਼ ਦੇ ਉੱਤੇ ਵੀ ਸੈਂਸਰਸ਼ਿਪ ਸੀ। ਤੇ ਉਦੋਂ ਕੋਈ ਹੋਰ ਪਲੇਟਫਾਰਮ ਨਹੀਂ ਸੀ। ਉਸ ਸੂਰਤ ਹਾਲ ਵਿੱਚ ਫਿਰ ਅਜੋਕਾ ਥੀਏਟਰ ਦਾ ਇੱਕ ਅਲਟਰਨੇਟਿਵ ਥੀਏਟਰ ਦਾ, ਜਾਂ ਪੈਰਲਲ ਥੀਏਟਰ ਦਾ, ਜਾਂ ਪੋਲੀਟੀਕਲ ਥੀਏਟਰ ਦਾ ਇੱਕ ਪਲੇਟਫਾਰਮ ਜਿਹੜਾ ਹੈ ਉਹ ਅਸੀਂ ਸ਼ੁਰੂ ਕੀਤਾ। ਤੇ ਉਹ ਹਾਲਾਤ ਐਸੀ ਕਿ ਨਾ ਕੋਈ ਸਾਨੂੰ ਹਾਲ ਦੇਣ ਲਈ ਤਿਆਰ ਸੀ, ਨਾ ਕੋਈ ਸਾਨੂੰ ਵੈਸੇ ਸਪੋਰਟ ਕਰਨ ਲਈ ਤਿਆਰ ਸੀ। ਅਖਬਾਰ ਸਾਡੀ ਖਬਰਾਂ ਸਾਡੀ ਜਿਹੜੀ ਕੋਈ ਨਿਊਜ਼ ਹੈਗੀ ਸੀ ਸਾਡੀ ਐਕਟੀਵਿਟੀਜ਼ ਦੀ, ਉਹ ਵੀ ਘਬਰਾਉਂਦੇ ਸੀ। ਤੇ ਉਸ ਦੌਰਾਨ ਫਿਰ ਜਦੋਂ ਅਸੀਂ
ਪਿਓਰਲੀ ਆਪਣੇ ਨੌਜਵਾਨ ਮੋਢਿਆਂ ਦੇ ਉੱਤੇ ਉਹ ਇੱਕ ਜਿਹੜਾ ਪੈਰਲਲ ਥੀਏਟਰ ਦਾ ਬੋਝ ਚੁੱਕਿਆ। ਉਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਇੱਕ ਤਗੜਾ ਮੋਢਾ ਸੀ ਉਹ ਮਦੀਹਾ ਗੌਹਰ ਦਾ ਸੀ, ਜਿਹੜੀ ਕਿ ਰਿਮਾਰਕੇਬਲ ਔਰਤ ਸੀ, ਬਹੁਤ ਜ਼ਿਆਦਾ ਪੋਲੀਟੀਕਲ ਕਮਿਟਮੈਂਟ ਵਾਲੀ ਔਰ ਬਹੁਤ ਜ਼ਿਆਦਾ ਇੱਕ ਕ੍ਰੀਏਟਿਵ ਜਿਹਦੇ 'ਚ ਐਨਰਜੀ ਵੀ ਸੀ, ਜਿਹੜੀ ਮੁੱਕਦੀ ਨਹੀਂ ਸੀ ਐਨਰਜੀ। ਯਾਨੀ ਉਹਦੇ ਅਨਫੋਰਚੂਨੇਟਲੀ 2 ਸਾਲ ਪਹਿਲੇ ਅਸੀਂ ਉਹਨਾਂ ਤੋਂ ਵਿਛੜ ਗਏ, ਉਹ ਸਾਡੇ ਤੋਂ ਵਿਛੜ ਗਏ, ਲੇਕਿਨ ਉਹਨਾਂ ਦੀ ਐਨਰਜੀ ਆਖਰੀ ਵਕਤ ਤੱਕ ਕਾਇਮ ਰਹੀ। ਉਹ ਫਿਰ 1984 ਵਿੱਚ ਅਜੋਕਾ ਥੀਏਟਰ ਸ਼ੁਰੂ ਹੋਇਆ ਔਰ ਉਦੋਂ ਸਾਡਾ ਸ਼ੁਰੂ ਤੋਂ ਇਹ ਪਰਪਸ ਸੀ ਕਿ ਅਸੀਂ ਪੋਲੀਟੀਕਲ ਐਨਲਾਈਟਮੈਂਟ ਵੀ ਦੇਣੀ ਹੈ, ਅਵੇਅਰਨੈਸ ਵੀ ਦੇਣੀ ਹੈ, ਅਸੀਂ ਸੋਸ਼ਲ ਅਵੇਅਰਨੈਸ ਵੀ ਦੇਣੀ ਹੈ, ਲੇਕਿਨ ਨਾਲ ਨਾਲ ਅਸੀਂ ਕਲਚਰਲ ਅਵੇਅਰਨੈਸ ਵੀ ਦੇਣੀ ਹੈ ਔਰ ਅਸੀਂ ਜਿਹੜੇ ਥੀਏਟਰ ਦੇ ਤਕਾਜ਼ੇ ਨੇ, ਜਿਹੜੇ ਥੀਏਟਰ ਦੀਆਂ ਰਿਕੁਆਇਰਮੈਂਟਸ ਨੇ, ਉਹ ਵੀ ਪੂਰੀਆਂ ਕਰਨੀਆਂ। ਯਾਨੀ ਇੱਕ ਐਸਾ ਥੀਏਟਰ ਅਸੀਂ ਦੇਣਾ ਹੈ ਜਿਹੜਾ ਲੋਕਾਂ ਨੂੰ ਐਂਟਰਟੇਨ ਵੀ ਕਰੇ ਔਰ ਜਿਹੜਾ ਲੋਕਾਂ ਨੂੰ ਆਪਸ ਵਿੱਚ ਜੋੜੇ ਵੀ, ਔਰ ਉਹਦੇ ਨਾਲ ਨਾਲ ਉਹਨਾਂ ਦੇ ਵਿੱਚ ਇੱਕ ਪੋਲੀਟੀਕਲ ਔਰ ਸੋਸ਼ਲ ਅਵੇਅਰਨੈਸ ਵੀ ਪੈਦਾ ਕਰੇ। ਇਹ ਬੜਾ ਵੱਡਾ ਇੱਕ ਚੈਲੰਜਿੰਗ ਕੰਮ ਸੀ, ਕਿਉਂਕਿ ਇਹ ਦੋ ਚੀਜ਼ਾਂ ਲੱਗਦਾ ਹੈ ਕਿ ਬਿਲਕੁਲ ਆਪੋਜ਼ਿਟ ਨੇ। ਐਂਟਰਟੇਨਮੈਂਟ ਇੱਕ ਅਲੱਗ ਦੁਨੀਆ ਹੈ ਔਰ ਜਿਹੜੀ ਪੋਲੀਟੀਕਲ ਅਵੇਅਰਨੈਸ ਹੈ ਉਹ ਇੱਕ ਅਲੱਗ ਦੁਨੀਆ ਹੈ। ਲੇਕਿਨ ਅਸੀਂ ਦੇਖਿਆ ਕਿ ਇਹ ਜੁੜ ਵੀ ਸਕਦੇ ਨੇ ਔਰ ਇਹਨਾਂ ਨੂੰ ਜੁੜਿਆ ਰਹਿਣਾ ਚਾਹੀਦਾ। ਤੇ ਉਹਦੇ ਵਿੱਚ ਸਾਨੂੰ ਇੰਡੀਅਨ ਥੀਏਟਰ ਦੇ ਜਿਹੜੇ ਸਪੈਸ਼ਲੀ ਜਿਹੜਾ ਉੱਥੋਂ ਦਾ ਪ੍ਰੋਗਰੈਸਿਵ ਥੀਏਟਰ ਸੀ, ਜਿਹਦੇ ਵਿੱਚ ਬਾਦਲ ਸਰਕਾਰ ਦਾ ਸਭ ਤੋਂ ਪਹਿਲੇ ਜਿਹੜਾ ਅਸੀਂ ਪਲੇ ਕੀਤਾ ਸੀ, ਬਾਦਲ ਸਰਕਾਰ ਹੋਰਾਂ ਦਾ ਸੀ। ਫਿਰ ਗੁਰਸ਼ਰਨ ਜੀ ਸਾਡੇ ਬਹੁਤ ਵੱਡਾ ਸਾਡੇ ਲਈ ਇੱਕ ਰੋਲ ਮਾਡਲ ਔਰ ਇੱਕ ਸੋਰਸ ਆਫ ਇੰਸਪੀਰੇਸ਼ਨ ਸੀ। ਔਰ ਉਹਦੇ ਇਲਾਵਾ ਜਿਹੜੀ ਉੱਥੋਂ ਦੀ ਲੈਫਟ ਵਿੰਗ ਦੀ ਪੋਲੀਟੀਕਲ ਥੀਏਟਰ ਦੀ ਮੂਵਮੈਂਟ ਸੀ ਤੇ ਸਫਦਰ ਹਾਸ਼ਮੀ ਵੀ ਜਿਹਦੇ ਇੱਕ ਉਹਦਾ ਹਿੱਸਾ ਸੀ। ਇਹਨਾਂ ਕੋਲੋਂ ਸਾਨੂੰ ਕਾਫੀ ਇੰਸਪੀਰੇਸ਼ਨ ਮਿਲੀ, ਇੰਟਰੈਕਸ਼ਨ ਵੀ ਰਿਹਾ। ਇਹ ਸਾਰੀ ਹਸਤੀਆਂ ਸਾਡੇ ਇੱਥੇ ਉਹਨਾਂ ਨੇ ਵਿਜ਼ਿਟ ਵੀ ਕੀਤਾ, ਸਾਡੇ ਨਾਲ ਇੰਟਰੈਕਸ਼ਨ ਹੋਇਆ, ਅਸੀਂ ਵੀ ਜਾ ਕੇ ਮਿਲੇ। ਤੇ ਇਹ ਫਿਰ ਐਸੀ ਸਾਡੀ ਥੀਏਟਰ ਦੀ ਸ਼ੁਰੂਆਤ 36 ਵਰੇ ਪਹਿਲੇ ਦੀ ਗੱਲ ਹੈ ਔਰ ਅੱਜ ਤੱਕ ਅਸੀਂ ਉਹ ਬੈਲੈਂਸ ਨਹੀਂ ਖਰਾਬ ਹੋਣ ਦਿੱਤਾ। ਸਾਡੀ ਜਿਹੜਾ ਥੀਏਟਰ ਹੈ ਉਹ ਨਾ ਪ੍ਰੋਪੇਗੈਂਡਿਸਟ ਥੀਏਟਰ ਬਣ ਜਾਂਦਾ ਹੈ, ਨਾ ਉਹ ਪੋਲੀਟੀਕਲ ਥੀਏਟਰ ਬਣ ਜਾਂਦਾ ਹੈ ਔਰ ਨਾ ਹੀ ਉਹ ਪਿਓਰਲੀ ਕਮਰਸ਼ੀਅਲ ਔਰ ਐਂਟਰਟੇਨਮੈਂਟ ਬੇਸਡ ਥੀਏਟਰ ਹੁੰਦਾ ਹੈ। ਤੇ ਉਹਦੇ ਅਸੀਂ ਆਪਣੇ ਕਲਚਰ ਦੇ ਨਾਲ ਵੀ ਜੁੜੇ ਰਹੇ ਹਾਂ, ਲੇਕਿਨ ਕਲਚਰ ਨਾਲ ਔਰ ਆਪਣੀ ਜਿਹੜੀ ਵਿਰਸੇ ਨਾਲ ਜੁੜੇ ਰਹਿਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਦੁਨੀਆ ਜਿਹੜੀ ਜਿਸ ਪਾਸੇ ਜਾ ਰਹੀ ਹੈ ਉਹ ਤੁਸੀਂ ਉਹਨੂੰ ਛੱਡ ਦਿਓ, ਉਹਦੇ ਕੋਲੋਂ ਨਾ ਸਿੱਖੋ। ਕਿਉਂਕਿ ਜਿਹੜਾ ਥੀਏਟਰ ਸਾਰੀ ਦੁਨੀਆ 'ਚ ਹੋ ਰਿਹਾ ਹੈ, ਜਿਹੜਾ ਸਪੈਸ਼ਲੀ ਸਮਾਜਵਾਦੀ ਥੀਏਟਰ ਹੈ, ਉਹ ਜਿਹੜਾ ਹੈ ਉਹ ਤੁਹਾਨੂੰ ਉਹਦੇ ਕੋਲੋਂ ਵੀ ਬਹੁਤ ਸਿੱਖਣ ਨੂੰ ਮਿਲਦਾ ਹੈ। ਤੇ ਉਹਦੇ ਵਿੱਚ ਜਿਹੜੀ ਫਿਰ ਐਜ਼ ਏ ਪਲੇ ਰਾਈਟ ਮੇਰਾ ਜਿਹੜਾ ਰੋਲ ਸੀ ਉਹ ਫਿਰ ਇਹ ਸੀ ਕਿ ਮੈਂ ਲਿਖਣਾ ਤਾਂ ਸ਼ੁਰੂ ਕੀਤਾ ਸੀ ਬਹੁਤ ਪਹਿਲੇ, ਕੋਈ ਮਤਲਬ ਅਰਲੀ 70s ਵਿੱਚ, ਲੇਕਿਨ ਫਿਰ ਮੈਂ ਰੁਕ ਗਿਆ ਕਿਉਂਕਿ ਕੋਈ ਥੀਏਟਰ ਗਰੁੱਪ ਨਹੀਂ ਸੀ, ਕੋਈ ਥੀਏਟਰ ਮੂਵਮੈਂਟ ਨਹੀਂ ਸੀ। ਤੇ ਉਹ ਫਿਰ ਬਾਅਦ ਜਦੋਂ ਮਦੀਹਾ ਨੇ ਜ਼ੋਰ ਲਾਇਆ, ਮੈਂ ਉਦੋਂ ਹੈਗਾ ਸਾਂ ਲੰਦਨ ਵਿੱਚ ਸਾਂ ਐਗਜ਼ਾਈਲ ਵਿੱਚ ਆਪਣੀ, ਮੈਂ ਜੇਲ੍ਹ ਦੀ ਟਰਮ ਖਤਮ ਕਰਕੇ ਤੇ ਫਿਰ ਮੈਨੂੰ ਮੁਲਕੋਂ ਕੱਢ ਦਿੱਤਾ ਗਿਆ ਸੀ। ਤੇ ਉਹ ਫਿਰ ਮੈਨੂੰ ਲੱਗਾ ਕਿ ਇੱਕ ਰਸਤਾ ਨਿਕਲ ਆਇਆ। ਤੇ ਉਹ ਫਿਰ ਮੈਂ ਪਹਿਲੇ ਉਹਨਾਂ ਨੂੰ ਉੱਥੇ ਕੋਸ਼ਿਸ਼ ਕੀਤੀ ਉੱਥੋਂ ਪਲੇਸ ਕੰਟਰੀਬਿਊਟ ਕਰਨ ਦੀ, ਔਰ ਉਹਦੇ ਬਾਅਦ ਫਿਰ ਮੈਂ ਆ ਗਿਆ ਵਾਪਸ ਐਟ ਸਮ ਰਿਸਕ ਕਿ ਕਿਉਂਕਿ ਇੱਥੇ ਮੇਰੇ ਹੈ ਸੀ ਹਾਲੀ ਕੇਸਿਸ ਵਗੈਰਾ ਮੇਰੇ ਸੀ ਮੇਰੇ ਖਿਲਾਫ, ਲੇਕਿਨ ਉਦੋਂ ਜ਼ਰਾ ਸਿਚੁਏਸ਼ਨ ਥੋੜੀ ਜਿਹੀ ਬਿਹਤਰ ਹੋ ਗਈ। ਤੇ ਉਹਦੇ ਬਾਅਦ ਫਿਰ ਮੈਂ ਇੱਕ ਗਰੁੱਪ ਦੇ ਨਾਲ ਜਦੋਂ ਜੁੜ ਕੇ ਕੀਤਾ ਔਰ ਇੱਕ ਡਾਇਰੈਕਟਰ ਦੇ ਨਾਲ ਜੁੜ ਕੇ ਕੀਤਾ, ਤੇ ਮੇਰੇ ਲਈ ਫਿਰ ਥੀਏਟਰ ਕਰਨ ਦੀ ਮੋਟੀਵੇਸ਼ਨ ਵੀ ਲਿਖਣ ਦੀ ਜ਼ਿਆਦਾ ਸੀ ਔਰ ਉਹਦੇ ਨਾਲ ਨਾਲ ਉਹਦੇ ਲਈ ਇੱਕ ਮੈਨੂੰ ਓਪਰਚੁਨਿਟੀਜ਼ ਵੀ ਮਿਲਦੀਆਂ ਸੀ ਕਿ ਜੋ ਮੈਂ ਲਿਖਣਾ ਉਹ ਫਿਰ ਜਦੋਂ ਮੰਚ ਤੇ ਪੇਸ਼ ਵੀ ਕੀਤਾ ਜਾਂਦਾ ਹੈ ਤੇ ਸਾਨੂੰ ਫਿਰ ਜ਼ਿਆਦਾ ਸਮਝ ਆਉਂਦੀ ਹੈ ਇੱਕ ਨਾਟਕਕਾਰ ਨੂੰ ਵੀ ਕਿ ਮੈਂ ਕਿਸ ਤਰ੍ਹਾਂ ਦੇ ਪਲੇ ਲਿਖ ਰਿਹਾ ਔਰ ਮੈਨੂੰ ਕਿੱਥੇ ਇੰਪਰੂਵਮੈਂਟ ਦੀ ਗੁੰਜਾਇਸ਼ ਹੈ। ਰਿਹਾ ਇਹ ਸਵਾਲ ਕਿ ਇਹੋ ਜਿਹਾ ਥੀਏਟਰ ਜਿਹੜਾ ਹੈ ਇਹਦੇ ਲਈ ਸਟੋਰੀਜ਼ ਕਿੱਥੋਂ ਆਉਂਦੀਆਂ ਨੇ, ਆਈਡੀਆਜ਼ ਕਿੱਥੋਂ ਆਉਂਦੇ ਨੇ,
और नाटक किस तरह क्रिएट होंदे ने, तख्लीक होंदे ने, ते ਉਹ मैं समझना कि ਉਹਦੇ ਲਈ एक राइटर ਲਈ एक क्रिएटिविटी भी अपनी जगह ते वे और इनोवेशन भी और जुबान का कंट्रोल भी, जुबान की समझ भी, लेकिन ਉਹਦੇ ਨਾਲ सोशल और पोलिटिकल अवेयरनेस भी जरूरी है। ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂ ਕਿਸੇ ਪੋਲੀਟੀਕਲ ਏਜੰਡੇ ਦੇ ਉੱਤੇ ਤੁਸੀਂ ਅਮਲ ਕਰਦੇ ਹੋ, ਲੇਕਿਨ ਇਹ ਕਿ ਤੁਹਾਨੂੰ ਇਹ ਤੇ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਪਾਸੇ ਖਲੋਤੇ ਹੋ। ਜੇ ਡਿਵਾਈਡ ਹੈਗੀ ਹੈ ਹੈਵਸ ਔਰ ਹੈਵ ਨॉट्स ਵਿੱਚ, ਜਾਂ ਜੇ ਡਿਵਾਈਡ ਹੈਗੀ ਹੈ ਫੰਡਾਮੈਂਟਲਿਸਟਸ ਵਿੱਚ ਔਰ ਪ੍ਰੋਗਰੈਸਿਵਸ ਵਿੱਚ, और जे डिवाइड हैगी है एलीट विच और जिहड़ी ओपेस्ट क्लासिस ਉਹਦੇ ਵਿੱਚ, ਤੇ ਤੁਸੀਂ ਕਿੱਥੇ ਉਸ ਡਿਵਾਈਡ ਵਿੱਚ ਖੜੇ ਹੋ, ਉਸ ਲਕੀਰ ਦੇ ਕਿਸ ਪਾਸੇ ਖਲੋਤੇ ਹੋ? ਦੋਵੇਂ ਪਾਸੇ ਨਹੀਂ ਖਲੋ ਸਕਦੇ ਤੁਸੀਂ, ਦੋ ਬੋਰਡਸ ਵਿੱਚ ਨਹੀਂ ਜਾ ਸਕਦੇ। ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣਾ ਥੀਏਟਰ ਐਸਾ ਕਰੋ ਕਿ ਜਿਹੜਾ ਐਲੀਟ ਨੂੰ ਉਹਦੇ ਵਿੱਚ ਕੁਛ ਨਾ ਹੋਵੇ ਐਪਰੀਸ਼ੀਏਟ ਕਰਨ ਲਈ, ਜਾਂ ਐਸਾ ਥੀਏਟਰ ਕਰੋ ਜਿਹੜਾ ਐਜੂਕੇਟਿਡ ਜਾਂ ਜਿਹੜਾ ਵੈਸਟਰਨ ਐਜੂਕੇਟਿਡ ਜਿਹੜੇ ਕਲਾਸਿਸ ਨੇ ਉਹਨਾਂ ਨੂੰ ਅਪੀਲ ਨਾ ਕਰਦਾ ਹੋਏ, ਲੇਕਿਨ ਤੁਹਾਡੀ ਸੋਚ ਔਰ ਤੁਹਾਡੀ ਜਿਹੜੀ ਅਪਰੋਚ ਜਿਹੜੀ ਹੈ ਉਹ ਹੋਣੀ ਚਾਹੀਦੀ ਪ੍ਰੋ ਪੀਪਲਸ। ਤੇ ਉਹਦੇ ਲਈ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ ਕਿ ਸਾਡੇ ਇੱਥੇ ਤੇ ਪੰਜਾਬੀ ਬੜੀ ਅੰਡਰ ਡਿਵੈਲਪਡ ਹੈ, ਬੜੀ ਇਗਨੋਰਡ ਹੈ, ਔਰ ਅਨਲਾਈਕ ਇੰਡੀਅਨ ਪੰਜਾਬ ਇੱਥੇ ਤੇ ਬਹੁਤ ਹੀ ਉਹਨੂੰ ਇਗਨੋਰ ਕੀਤਾ ਗਿਆ और ना स्कूलों कॉलेजों पढ़ाई जाती है, ना वो कोई न्यूज़पेपर या मैगजीन्स खास निकलते हैं। फिर कि असैम्बली तक बोलने की इजाजत नहीं कि पंजाबी पंजाब असैम्बली पंजाबी नहीं बोल सकते। लेकिन सो नैचुरली जो साडा सिस्टम अंग्रेजी या उर्दू का भी होवे, मैं शुरू ते किया उर्दू लिखण से, लेकिन वो फिर मैं महसूस किया कि थिएटर में खास तौर कि जो मैं लिखना तो वो जेडे मेरे एक्टर थे पंजाबी ने वो तो इतों की और खास तौर पर चूंकि वो लीड के लोग घट सी, एक मिडल और लोअर मिडल क्लास के लोग सी, वर्किंग क्लास के लोग सी, ते एक्टर्स भी कोई ट्रेंड एक्टर्स साडे कोल हुंदे नहीं सी। तो मैं महसूस किया कि वो बड़ा रुक के एक्टिंग करते हैं। मैंने पता है कि टैलेंट है उन्हें और वो किधरे किधरे स्पार्क्स नज़र भी आता है, लेकिन जो फुल मतलब रिहर्सल करते हैं या परफॉर्म करते हैं कोई चीज़ रह जाती है। वो फिर असीं जो ट्राई आउट करके देखा कि जिस तरह ही तुसीं उन्होंने पंजाबी च उही डायलॉग्स और उही स्क्रिप्ट पंजाबी च उन्होंने करने का मौका दो तो एकदम वो इंज खुल के उन्हों का इजहार होंदा सी और एडा रिलैक्सड और एडा जेन्युइन लगता सी। ते वो सानू नजर आया कि कितनी वड्डी रुकावट है कि जे तुसी अपनी जुबान विच नहीं इजहार कर सकते, स्पेशली परफॉर्मिंग आर्ट्स विच और थिएटर विच। ते वो फिर मैं ज़्यादा मेरा फिर रुझान पंजाबी वाल होया। हाली भी कुछ मैं उर्दू विच भी लिखना जिथे मैं महसूस होंदा कि वो कहानी या ਉਹਦੀ ਜਿਹੜੀ ਰੀਚ ਹੈ ਉਹ ਜ਼ਿਆਦਾ फैली हुई है। शाहिद जी ਜਦੋਂ ਤੁਸੀਂ ਗੱਲ ਕਰ ਰਹੇ ਹੋ आई और सोशल इशूज़ ਦੇ ਉੱਤੇ ਤੇ ਮੈਂ ਸ਼ੁਰੂ ਤੋਂ ਉਹਦੇ ਚ ਕਮਿਟਮੈਂਟ ਸੀ, ਲੇਕਿਨ ਇੱਕ ਚੀਜ਼ ਜਿਹੜੀ ਮੈਨੂੰ ਇਹ ਮਹਿਸੂਸ ਹੋਈ ਹੈ ਕਿ ਜੇ ਤੁਸੀਂ ਆਪਣੀਆਂ ਕਹਾਣੀਆਂ ਨੂੰ ਲੋਕਾਂ ਦੇ ਵਿੱਚੋਂ ਤਲਾਸ਼ ਕਰੋ ਔਰ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਚੋਂ ਤਲਾਸ਼ ਕਰੋ, ਜੇ ਤੁਸੀਂ ਉਹਨੂੰ ਨਿਊਜ਼ਪੇਪਰ ਤੋਂ ਲੈ ਕੇ ਹਿਸਟਰੀ ਦੀ ਬੁੱਕਸ ਤੱਕ और पोइट्री तो लैके ते सूफी ਜਿਹੜੀ ਸਟੋਰੀਜ਼ ਨੇ ਉੱਥੇ ਤੱਕ ਦੇਖੋ, ਉਹਦੇ ਵਿੱਚ ਇੰਨਾ ਵੱਡਾ ਸਰਮਾਇਆ ਮੌਜੂਦ ਹੈ ਕਹਾਣੀਆਂ ਦਾ। ਔਰ ਜਿਹੜੀਆਂ ਲੋਕਾਂ ਦੀਆਂ ਕਹਾਣੀਆਂ ਨੇ, ਲੋਕਾਂ ਦੇ ਨਾਲ ਲੋਕੀ ਉਹਨਾਂ ਦੇ ਵਿੱਚ ਉਹਨਾਂ ਦੇ ਕਲਚਰ ਦੇ ਵਿੱਚ ਖੁੱਬੇ ਹੋਏ ਨੇ, ਔਰ ਉਹ ਜਦੋਂ ਤੁਸੀਂ ਉਹ ਕਹਾਣੀ ਬਿਆਨ ਕਰਦੇ ਹੋ, ਭਾਵੇਂ ਉਹ ਕੋਈ ਫੋਕ ਟੇਲ ਹੋਵੇ, ਉਹ ਭਾਵੇਂ ਹੀਰ ਰਾਂਝਾ ਹੋਵੇ ਤੇ ਭਾਵੇਂ ਉਹ ਬੁੱਲੇ ਸ਼ਾਹ ਹੋਵੇ, ਇੱਕਦਮ ਲੋਕੀ ਜਿਹੜੇ ਨੇ ਉਹਦੇ ਨਾਲ मतलब लिंक बना लेंदे ने, उन्हां नूं समझ आ जांदी है कि ਇਹ ਸਾਡੀ ਕਹਾਣੀ ਹੈ। ਸ਼ਾਹਿਦ ਜੀ ਤੁਹਾਡੀਆਂ ਇਹਨਾਂ ਮੁੱਢਲੀਆਂ ਗੱਲਾਂ ਤੋਂ ਭਾਵੇਂ ਕਰੰਟ ਇਸ਼ੂਜ਼ ਹੋਣ ਤੇ ਭਾਵੇਂ ਉਹ ਹਿਸਟਰੀ ਬਲਕਿ ਐਂਸ਼ੀਅੰਟ ਹਿਸਟਰੀ ਹੋਵੇ, ਭਾਵੇਂ ਰਾਜਾ ਰਸਾਲੂ ਦੀ ਕਹਾਣੀ ਹੋਵੇ,
ਤੇ ਭਾਵੇਂ ਉਹ ਦਾਰਾ ਸ਼ਿਕੋ ਦੀ ਕਹਾਣੀ ਹੋਏ ਜਾਂ ਬੁੱਲੇ ਸ਼ਾਹ ਦੀ ਕਹਾਣੀ ਹੋਏ, ਭਾਵੇਂ ਭਗਤ ਸਿੰਘ ਦੀ ਕਹਾਣੀ ਹੋਏ, ਤੇ ਜਾਂ ਅੱਜ ਦੇ ਜਿਹੜੇ ਸੋਸ਼ਲ ਇਸ਼ੂਜ਼ ਨੇ ਔਰ ਜਿਹੜਾ ਫੰਡਾਮੈਂਟਲਿਜ਼ਮ ਦਾ ਇਸ਼ੂ ਹੈ ਜਾਂ ਜਿਹੜਾ ਕੋਈ ਲੋਕਾਂ ਦੀ ਪੱਟਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਬਾਰੇ 'ਚ, ਉਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਹੈ ਕਿ ਉਹ ਆਵਾਮ ਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਨੇ। ਕੋਈ ਅਸਮਾਨ ਤੋਂ ਨਹੀਂ ਅਸੀਂ ਤਲਾਸ਼ ਕੀਤੀਆਂ ਜਾਂ ਕੋਈ ਅਸੀਂ ਸ਼ੇਕਸਪੀਅਰ ਕੋਲੋਂ ਉਦਾਹਰਨ ਨਹੀਂ ਲਈਆਂ, ਬਲਕਿ ਇੱਥੋਂ ਦੀ ਜ਼ਮੀਨ ਦੀ ਜਿਹੜੀ ਖੁਸ਼ਬੂ ਹੈ ਔਰ ਜ਼ਮੀਨ ਦੇ ਜਿਹੜੇ ਫੁੱਲ ਜਾਂ ਕੰਡੇ ਨੇ ਉਹਨਾਂ ਦੇ ਨਾਲ ਉਹ ਜੁੜੀਆਂ ਹੋਈਆਂ ਉਹ ਕਹਾਣੀਆਂ ਨੇ, ਜਿਨ੍ਹਾਂ ਨੂੰ ਫਿਰ ਅਸੀਂ ਪੇਸ਼ਕਾਰੀ ਦੇ ਵਿੱਚ ਅਸੀਂ ਖਾਸ ਤੌਰ ਤੇ ਦੇਖਿਆ ਕਿ ਜਦੋਂ ਤੁਸੀਂ ਉਹਨਾਂ ਨੂੰ ਪੇਸ਼ ਕਰਦੇ ਹੋ ਤਾਂ ਉਹ ਵੀ ਵੈਸਟਰਨ ਥੀਏਟਰ ਸਟੈਂਡਰਡ ਤੇ ਨਹੀਂ ਪੇਸ਼ ਕਰ ਸਕਦੇ। ਸ਼ਾਹਿਦ ਜੀ ਤੁਸੀਂ ਜਿਹੜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ, ਉੱਥੇ ਜਿਹੜਾ ਕਲਾਸੀਕਲ ਥੀਏਟਰ ਹੈ, ਟ੍ਰੈਜਿਕ ਥੀਏਟਰ ਹੈ ਉਹ ਅਲੱਗ ਹੈ, ਕਾਮੇਡੀ ਅਲੱਗ ਹੈ, ਮਿਊਜ਼ੀਕਲ ਥੀਏਟਰ ਅਲੱਗ ਹੈ, ਤੇ ਡਾਂਸ ਥੀਏਟਰ ਅਲੱਗ ਹੈ, ਸਟਰੀਟ ਥੀਏਟਰ ਜਾਂ ਉਹ ਅਲੱਗ ਹੈ। ਤੇ ਸਾਡੇ ਤੇ ਇੱਥੇ ਸਾਰਾ ਕੁਝ ਇੱਕ ਕਮਿਊਨਿਟੀ ਦਾ ਹਿੱਸਾ ਹੈ। ਉਹਦੇ ਵਿੱਚ ਡਾਂਸ ਵੀ ਆ ਜਾਂਦਾ ਹੈ, ਉਹਦੇ ਵਿੱਚ ਭੰਡਬਾਜ਼ੀ ਵੀ ਆ ਜਾਂਦੀ ਹੈ, ਉਹਦੇ ਵਿੱਚ ਗੀਤ ਵੀ ਆ ਜਾਂਦੇ ਨੇ, ਡਾਂਸ ਵੀ ਆ ਜਾਂਦੇ ਨੇ, ਔਰ ਉਹ ਇੱਕ ਪੋਟਪੋਰੀ ਜਿਹੀ ਇੱਕ ਬਣ ਜਾਂਦੀ ਹੈ, ਡੇਗ ਬਣ ਜਾਂਦੀ ਹੈ, ਜਿਹਨੂੰ ਅਸੀਂ ਥੀਏਟਰ ਕਹਿੰਦੇ ਹਾਂ। ਤੇ ਅਸੀਂ ਫਿਰ ਇਹ ਕੀਤਾ ਕਿ ਅਸੀਂ ਇਹੋ ਜਿਹਾ ਥੀਏਟਰ ਕਰੀਏ ਜਿਹੜੇ ਲੋਕੀ ਜਿਹਦੇ ਵਿੱਚ ਇੰਜੋਏ ਵੀ ਕਰ ਸਕਣ, ਉਹਨਾਂ ਨੂੰ ਆਪਣਾ ਮਿਊਜ਼ਿਕ ਵੀ ਮਿਲੇ, ਆਪਣਾ ਡਾਂਸ ਵੀ ਮਿਲੇ, ਆਪਣਾ ਹਿਊਮਰ ਵੀ ਮਿਲੇ, ਔਰ ਸੈਲੀਬ੍ਰੇਸ਼ਨ ਆਪਣੇ ਕਲਚਰ ਦੀ ਮਿਲੇ, ਔਰ ਨਾਲ ਉਹਨਾਂ ਨੂੰ ਇੱਕ ਐਸੀ ਕਹਾਣੀ ਵੀ ਮਿਲੇ ਜਿਹੜੀ ਕਿ ਉਹਨਾਂ ਨੂੰ ਉਹਨਾਂ ਦੇ ਦਿਮਾਗ ਤੇ ਅਸਰ ਪਾ ਸਕੇ ਔਰ ਉਹਨਾਂ ਦੀ ਸੋਚ ਨੂੰ ਤਬਦੀਲ ਕਰ ਸਕੇ। ਤੇ ਇਹ ਮੇਰਾ ਖਿਆਲ ਹੈ ਕਿ ਜਿਹੜਾ ਬੁਨਿਆਦੀ ਸਾਡਾ ਕਹਿ ਲਓ ਫਲਸਫਾ ਹੈ ਮੇਰਾ ਵੀ ਲਿਖਣ ਦਾ, ਉਹਦੇ ਵਿੱਚ ਇਹੋ ਹੀ ਹੈ ਕਿ ਨੋ ਕੰਪਰੋਮਾਈਜ਼ ਵਿਦ ਦ ਫॉर्म, यानी कोई ऐसा ਜ਼ਬਰਦਸਤੀ ਜਾਂ ਐਵੇਂ ਉੱਤੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਥੀਏਟਰ ਵੀ ਨਾ ਹੋਵੇ ਕਿ ਅਸੀਂ ਗੱਲ ਤੇ ਆਈਡੀਓਲੋਜੀ ਦੀ ਕਰਨੀ ਹੈ ਤੇ ਬਾਕੀ ਉਹਦੇ ਲਈ ਦੋ ਕਰੈਕਟਰ ਉਹ ਆਈਡੀਓਲੋਜੀ ਜਿਹੜੀ ਹੈ ਉਹ ਮੂੰਹ ਬੋਲੀ ਜਾਣ ਔਰ ਅਸੀਂ ਖੁਸ਼ ਹੋ ਜਾਈਏ ਕਿ ਅਸੀਂ ਆਪਣਾ ਭਾਸ਼ਣ ਦੇ ਕੇ ਅਸੀਂ ਵਾਪਸ ਆ ਗਏ। ਮਤਲਬ ਉਹਦੇ 'ਚ ਕੋਈ ਬੁਰਾਈ ਨਹੀਂ ਹੈ, ਲੇਕਿਨ ਉਹ ਹੋਰ ਤਰ੍ਹਾਂ ਦਾ ਥੀਏਟਰ ਹੈ। ਤੇ ਇੱਕ ਪਾਸੇ ਉਹਦੇ ਵਿੱਚ ਅਸੀਂ ਕੰਪਰੋਮਾਈਜ਼ ਨਹੀਂ ਕੀਤਾ, ਦੂਜੇ ਪਾਸੇ ਕੋਈ ਬੇਮਾਨੀ ਥੀਏਟਰ ਵੀ ਨਹੀਂ ਕੀਤਾ ਕਿ ਐਸਾ ਥੀਏਟਰ ਜਿਹਦੀ ਕੋਈ ਸੋਸ਼ਲ ਕੰਟੈਂਟ ਨਾ ਹੋਵੇ, ਜਿਹਦਾ ਸਾਡੀ ਸੁਸਾਇਟੀ ਨਾਲ ਕੋਈ ਤਾਲੁਕ ਨਾ ਹੋਵੇ। ਤੇ ਦੋਵਾਂ ਚੀਜ਼ਾਂ ਨੂੰ ਜੋੜ ਕੇ ਅਸੀਂ ਚੱਲਦੇ ਹਾਂ, ਜਿਹਦੇ ਵਿੱਚ ਫਿਰ ਈਵਨ ਬੜੇ ਬਾਸਵਾ ਗ੍ਰਿਮ ਔਰ ਬੜੇ ਦੁੱਖ ਦੇਣ ਵਾਲੇ ਇਸ਼ੂਜ਼ ਹੁੰਦੇ ਨੇ। ਕੋਈ ਆਨਰ ਕਿਲਿੰਗ ਦਾ ਇਸ਼ੂ ਹੈ, ਕੋਈ ਮਾਈਨੋਰਿਟੀਜ਼ ਦਾ ਜ਼ੁਲਮ ਦਾ ਇਸ਼ੂ ਹੈ, ਕੋਈ ਔਰਤਾਂ ਦੇ ਉੱਤੇ ਜ਼ੁਲਮ ਦਾ ਇਸ਼ੂ ਹੈ, ਲੇਕਿਨ ਅਸੀਂ ਉਹਦੇ ਵਿੱਚ ਵੀ ਚਾਹੁੰਦੇ ਹਾਂ ਕਿ ਪੂਰੀ ਅਸੀਂ ਮਿਹਨਤ ਕਰਕੇ ਆਪਣੀ ਆਡੀਅנס ਨੂੰ, ਜੇ ਅਸੀਂ ਉਹਨਾਂ ਨੂੰ ਹਸਾ ਨਹੀਂ ਸਕਦੇ ਤੇ ਅਸੀਂ ਕਮ ਸੇ ਕਮ ਉਹਨਾਂ ਨੂੰ ਇੱਕ ਕਲਚਰਲ ਔਰ ਇੱਕ ਐਸਥੈਟਿਕ ਜਾਂ ਆਰਟਿਸਟਿਕ ਐਨਰਿਚਮੈਂਟ ਦਈਏ ਕਿ ਉਹਨਾਂ ਨੂੰ ਕਮ ਸੇ ਕਮ ਉਹਨਾਂ ਦੇ ਅੱਖਾਂ ਨੂੰ, ਉਹਨਾਂ ਦੇ ਦਿਲਾਂ ਨੂੰ, ਉਹਨਾਂ ਦੀ ਜਿਹੜੀ ਸੈਂਸਿਬਿਲਿਟੀਜ਼ ਹੈ ਉਹਨਾਂ ਨੂੰ ਤਸਕੀਨ ਹੋਵੇ ਕਿ ਜੇ ਇਹ ਕੋਈ ਦੁੱਖ ਦੀ ਦਾਸਤਾਨ ਹੈ, ਉਹਦੇ ਵਿੱਚ ਕੋਈ ਦੁੱਖ ਦਾ ਮਿਊਜ਼ਿਕ ਹੈ ਜਾਂ ਦੁੱਖ ਤੋਂ ਭਰਿਆ ਆਇਆ ਇੱਕ ਮੀਨਿੰਗਫੁਲ ਡਾਂਸ ਹੈ, ਜਾਂ ਉਹ ਕੈਰੈਕਟਰਸ ਦੀ ਇੱਕ ਜਿਹੜੀ ਇਮੋਸ਼ਨਲ ਇੰਟਰੈਕਸ਼ਨ ਹੈ, ਉਹਨੂੰ ਅਸੀਂ ਅੱਛੀ ਮਿਊਜ਼ਿਕ ਦੇ ਨਾਲ, ਅੱਛੀ ਲਾਈਟਿੰਗ ਦੇ ਨਾਲ, ਅੱਛੇ ਸਾਊਂਡ ਇਫੈਕਟਸ ਦੇ ਨਾਲ ਸਜਾਇਆ ਹੈ। ਸਜਾਉਣ ਤੋਂ ਮੁਰਾਦ ਹੈ ਨਹੀਂ ਕਿ ਅਸੀਂ ਉਹਨਾਂ ਦਾ ਜਿਹੜਾ ਸੀਰੀਅਸਨੈਸ ਹੈ ਉਹਨੂੰ ਕਿਸੇ ਤਰ੍ਹਾਂ ਅਸੀਂ ਇਫੈਕਟ ਕੀਤਾ। ਤੇ ਸੋ ਸਾਡਾ ਕੋਈ ਵੀ ਪਲੇ ਆਡੀਅנס ਆਉਂਦੇ ਨੇ ਉਹ ਬਾਹਰ ਜਾਂਦਿਆਂ ਹੋਇਆਂ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹ 2 ਘੰਟੇ ਅਸੀਂ ਐਵੇਂ ਆ ਕੇ ਤੇ ਲੈਕਚਰ ਸੁਣ ਕੇ ਆ ਗਏ। ਤੇ ਦੂਜੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਕਦੀ ਕੋਈ ਸੋਲੂਸ਼ਨ ਨਹੀਂ ਦਿੰਦੇ ਕਿ ਜੀ ਹੁਣ ਤੁਸੀਂ ਬਾਹਰ ਜਾ ਕੇ ਇਹ ਕਰਨਾ ਹੈ, ਫਲਾਣੀ ਪਾਰਟੀ ਜੁਆਇਨ ਕਰਨੀ ਹੈ ਜਾਂ ਫਲਾਣੇ ਤੁਸੀਂ ਕਿਸਮ ਦੇ ਨਾਅਰੇ ਲਾਣੇ ਨੇ। ਅਸੀਂ ਉਹਨਾਂ ਨੂੰ ਇਸ਼ੂਜ਼ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਹਾਂ, ਜਿਹੜੀ ਕੈਰੈਕਟਰਸ ਦੀ ਜਿਹੜੀ ਹਿਊਮਨ ਕੰਡੀਸ਼ਨ ਨੇ ਉਹ ਪੇਸ਼ ਕਰਦੇ ਹਾਂ, ਔਰ ਉਹਦੇ ਵਿੱਚ ਜਿਹੜੇ ਕੌਨਫਲਿਕਟ ਹੈ, ਜਿਹੜਾ ਇਨਜਸਟਿਸ ਹੈ, ਉਹ ਅਸੀਂ ਥਰੂ ਸਟੋਰੀਜ਼ ਐਂਡ ਥਰੂ ਕੈਰੈਕਟਰਸ ਦਿਖਾਉਂਦੇ ਹਾਂ ਔਰ ਲੋਕਾਂ ਨੂੰ ਸੋਚਣ ਤੇ ਮਜਬੂਰ ਕਰਦੇ ਹਾਂ। ਉਹਦੇ ਬਾਅਦ ਉਹ ਕੋਈ ਜਾ ਕੇ ਜਲੂਸ ਕੱਢਦਾ ਹੈ, ਕੋਈ ਜਾ ਕੇ ਕਲਾਸ ਆਪਣੇ ਯੂਨੀਵਰਸਿਟੀ ਕਾਲਜ ਜਾ ਕੇ ਲੈਕਚਰ ਦਿੰਦਾ ਹੈ,
ਕੋਈ ਜਾ ਕੇ ਪੋਲੀਟੀਕਲ ਐਕਟਿਵਿਸਟ ਬਣ ਜਾਂਦਾ ਹੈ, ਉਹ ਉਹਨਾਂ ਦੀ ਮਰਜ਼ੀ ਹੈ। ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਜੀ ਐਜ਼ ਥੀਏਟਰ ਐਕਟਿਵਿਸਟ ਅਸੀਂ ਸੋਸ਼ਲ ਰਿਫਾਰਮਰਸ ਹਾਂ, ਸਾਡੇ ਕੋਲ ਸਾਰੇ ਮਸਲਿਆਂ ਦਾ ਹੱਲ ਮੌਜੂਦ ਹੈ, ਇਹ ਲਓ ਇਹ ਪੰਫਲੇਟ ਹੈਗਾ ਜੀ ਤੇ ਇਹ ਜਾਓ ਤੇ ਸਾਡੇ ਏਜੰਡੇ ਤੇ ਅਮਲ ਕਰੋ। ਸੋ ਦਿਸ ਹੈਜ਼ ਬੀਨ ਆਵਰ ਸਟੋਰੀ ਸ਼ਬਦੀਸ਼ ਜੀ ਹਾਲੀ ਤੱਕ। ਔਰ ਹੋਪਫੁਲੀ ਅਸੀਂ ਐਸੇ ਜਿਹੜੀ ਜਿਹਨੂੰ ਆਪਣਾ ਹੁਣੇ ਕੇਵਲ ਧਾਲੀਵਾਲ ਜੀ ਨੇ ਪਲੇ ਕੀਤਾ ਪੁਲਿਸ ਰਾਤ ਦਾ, ਤੇ ਪੁਲਿਸ ਰਾਤ ਦੀ ਵੀ ਇਹੋ ਹੀ ਕਹਾਣੀ ਹੈ ਕਿ ਇੱਕ ਐਜ ਦੇ ਉੱਤੇ ਤੁਸੀਂ ਟੁਰਨਾ ਹੁੰਦਾ ਕਿ ਇਸ ਪਾਸੇ ਐਂਟਰਟੇਨਮੈਂਟ ਹੈ, ਦੂਜੇ ਪਾਸੇ ਪ੍ਰੋਪੇਗੈਂਡਾ ਹੈ, ਔਰ ਦਰਮਿਆਨ ਵਿੱਚ ਅਸੀਂ ਸਫ਼ਰ ਜਿਹੜਾ ਆਪਣੇ ਆਪ ਨੂੰ ਬੈਲੈਂਸ ਕਰਕੇ ਜਾ ਰਹੇ ਹਾਂ। ਤੇ ਹਾਲੀ ਤੱਕ ਤੇ ਅਸੀਂ ਜਿਹੜੇ ਥੱਲੇ ਮਗਰਮੱਛ ਮੂੰਹ ਖੋਲ ਕੇ ਖਲੋਤੇ ਨੇ ਉਹਨਾਂ ਤੋਂ ਬਚੇ ਹੋਏ ਹਾਂ। शाहिद जी मेरी आवाज़ आ रही जी ਤੁਹਾਨੂੰ? शाहिद जी मेरी आवाज़ ਤੁਹਾਨੂੰ सुन रही जी? जी जी आ रही है बिल्कुल। हाँ हाँ जी। ਪਹਿਲਾਂ ਮੇਰਾ ਖਿਆਲ ਮੇਰੀ ਆਵਾਜ਼ ਦਾ ਲਿੰਕ ਤੁਹਾਡੇ ਨਾਲ ਟੁੱਟ ਗਿਆ ਸੀ। ਚਲੋ ਨੋ ਪ੍ਰੋਬਲਮ, ਤੁਸੀਂ ਬਹੁਤ ਅੱਛੀਆਂ ਗੱਲਾਂ ਕਰ ਰਹੇ ਸੀ। ਔਰ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਇੱਕ ਗੱਲ ਤੇ ਬਹੁਤ ਕਲੀਅਰ ਹੈ ਕਿ ਅਸੀਂ ਤੁਹਾਨੂੰ ਇਹ ਨਹੀਂ ਪੁੱਛ ਸਕਦੇ ਕਿ ਪਾਰਟਨਰ ਤੇਰੀ ਪੋਲਿਟਿਕਸ ਕਿਆ ਹੈ। ਤੁਹਾਡੀ ਪੋਲਿਟਿਕਸ ਬਹੁਤ ਕਲੀਅਰ ਹੈ। ਪਰ ਫਿਰ ਵੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਜਿਵੇਂ ਤੁਸੀਂ ਆਪਣੀਆਂ ਮੁੱਢਲੀਆਂ ਗੱਲਾਂ ਦੇ ਵਿੱਚ ਗੱਲ ਕੀਤੀ ਕਿ ਅਸੀਂ ਲੋਕਾਂ ਦਾ ਮਨੋਰੰਜਨ ਵੀ ਕਰਨਾ, ਪਰ ਲੋਕਾਂ ਨੂੰ ਅਸੀਂ ਇੱਕ ਸੋਚ ਵੀ ਦੇਣੀ ਹੈ। ਔਰ ਸੋਚ ਦੇਣ ਲਈ ਦੋਨੋਂ ਤਰ੍ਹਾਂ ਦੇ ਜਿਹੜੇ ਸਵਾਲਾਤ ਨੇ ਉਹਨਾਂ ਨੂੰ ਹੱਲ ਕਰਦਾ ਹੀ ਅਸੀਂ ਰੰਗਮੰਚ ਕਰਨਾ ਹੈ। ਮੈਨੂੰ ਤੁਹਾਡੇ ਜੋ ਬਾਰੇ ਜਾਣਕਾਰੀ ਇਕੱਤਰ ਕਰਦਿਆਂ ਇੱਕ ਬੜੀ ਦਿਲਚਸਪ ਚੀਜ਼ ਮਿਲੀ ਕਿ ਤੁਸੀਂ ਜਦੋਂ ਪਹਿਲੀ ਵਾਰ ਲਿਖਣਾ ਸ਼ੁਰੂ ਕੀਤਾ ਤਾਂ ਤੁਸੀਂ ਇੱਕ ਕਹਾਣੀ ਲਿਖੀ ਮਰਿਆ ਕੁੱਤਾ। ਜੀ ਜੀ। ਔਰ ਉਸ ਮਰੇ ਹੋਏ ਕੁੱਤੇ ਨੂੰ ਦੇਖ ਕੇ ਲੋਕ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ 'ਚ ਛੱਡ ਆਉਂਦੇ ਰਹੇ, ਟਿੱਪਣੀਆਂ ਕਰਦੇ ਰਹੇ। ਫਿਰ ਇੱਕ ਸਮਾਂ ਉਹ ਵੀ ਆਇਆ ਜਦੋਂ ਕੁੱਤਾ ਗਾਇਬ ਹੋ ਗਿਆ ਅਚਾਨਕ, ਤੇ ਸਾਰੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਬਦਬੂ ਕਿਹਦੇ ਵਿੱਚੋਂ ਆ ਰਹੀ ਹੈ। ਔਰ ਤੁਸੀਂ ਉਹ ਲੱਭ ਲਿਆ ਕਿ ਬਦਬੂ ਸਮਾਜ ਦੇ ਵਿੱਚ ਕਿੱਥੋਂ ਆ ਰਹੀ ਹੈ। ਔਰ ਜਦੋਂ ਤੁਸੀਂ ਇਸ ਬਦਬੂ ਨੂੰ ਲੱਭਣ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਮੇਰਾ ਖਿਆਲ ਹੈ ਕਿ ਹਿਸਟਰੀ ਤੁਹਾਨੂੰ ਵਾਰ-ਵਾਰ ਪ੍ਰੇਰਿਤ ਕਰਦੀ ਹੈ। ਤੁਸੀਂ ਬਸੰਤੀ ਚੋਲੇ ਵਾਲੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਹੋ, ਤੁਸੀਂ ਦਾਰਾ ਸ਼ਿਕੋ ਨੂੰ ਯਾਦ ਕਰਦੇ ਹੋ, ਤੁਸੀਂ ਬੁੱਲੇ ਸ਼ਾਹ ਨੂੰ ਯਾਦ ਕਰਦੇ ਹੋ। ਬੁੱਲੇ ਸ਼ਾਹ ਸਾਡੇ ਇੱਧਰਲੇ ਪੰਜਾਬ ਦੇ ਲੋਕਾਂ ਨੇ ਬਹੁਤ ਦੇਖਿਆ। ਦਾਰਾ ਸ਼ਿਕੋ ਦੇ ਵੀ ਕੁਝ ਸ਼ੋਅ, ਦਾਰਾ ਦੇ ਵੀ ਸਾਡੇ ਇੱਧਰ ਕੁਝ ਸ਼ੋਅ ਹੋਏ। ਪਰ ਮੈਂ ਖਾਸ ਕਰਕੇ ਗੱਲ ਸ਼ੁਰੂ ਕਰਨੀ ਚਾਹਾਂਗਾ ਦਾਰਾ ਤੋਂ, ਕਿਉਂਕਿ ਦਾਰਾ ਸ਼ਿਕੋ ਦਾ ਜ਼ਬਰਦਸਤ ਰੋਲ ਸਾਡੇ ਇਤਿਹਾਸ ਦੇ ਵਿੱਚ ਹੈ, ਸਾਡੀ ਹਿਸਟਰੀ ਦੇ ਵਿੱਚ ਹੈ। ਅਕਸਰ ਕਹਿ ਦਿੱਤਾ ਜਾਂਦਾ ਕਿ ਜੇ ਔਰੰਗਜ਼ੇਬ ਤੇ ਦਾਰਾ ਸ਼ਿਕੋ ਦੇ ਉਸ ਵਿਵਾਦ ਦੇ ਵਿੱਚੋਂ, ਉਸ ਟਕਰਾਅ ਦੇ ਵਿੱਚੋਂ ਗੱਲ ਦਾਰਾ ਸ਼ਿਕੋ ਦੇ ਹੱਕ ਵਿੱਚ ਚਲੇ ਜਾਂਦੀ ਤੇ ਸਾਡਾ ਇਤਿਹਾਸ ਕੋਈ ਹੋਰ ਹੋਣਾ ਸੀ। ਕਿਉਂਕਿ ਔਰੰਗਜ਼ੇਬ ਔਰ ਦਾਰਾ ਸ਼ਿਕੋ ਦੀ ਮੁਹੱਬਤ ਔਰ ਔਰੰਗਜ਼ੇਬ ਦਾ ਅਲੱਗ ਤਰ੍ਹਾਂ ਦੀ ਇਸਲਾਮੀ ਵਿਆਖਿਆ, ਉਹਨਾਂ ਦੋਨਾਂ ਨੇ ਜਿਹੜਾ ਤਣਾਅ ਪੈਦਾ ਕੀਤਾ ਸਾਡੇ ਸਮਾਜ ਦੇ ਵਿੱਚ। ਤੁਸੀਂ ਉਸ ਨਾਟਕ ਨੂੰ ਜਦੋਂ ਲਿਖ ਰਹੇ ਸੀ ਤਾਂ ਤੁਸੀਂ ਉਸ ਨਾਟਕ ਬਾਰੇ, ਅੱਜ ਦੇ ਮੁਆਸ਼ਰੇ ਬਾਰੇ, ਸਾਡੇ ਦੋਨਾਂ ਮੁਲਕਾਂ ਦੇ ਸੰਬੰਧਾਂ ਬਾਰੇ ਕਿਸ ਤਰੀਕੇ ਨਾਲ ਸੋਚ ਰਹੇ ਸੀ? ਦੇਖੋ ਜੀ, ਇੱਕ ਤੇ ਇੱਕ ਨਾਟਕਕਾਰ ਦੇ ਹਿਸਾਬ ਨਾਲ ਮੈਂ ਬੁਨਿਆਦੀ ਤੌਰ ਤੇ ਆਪਣੇ ਆਡੀਅנס ਲਈ ਲਿਖਣਾ, ਆਪਣੇ ਮੁਲਕ ਲਈ ਲਿਖਣਾ, ਤੇ ਉਹ ਵਾਜ਼ਬ ਹੁੰਦਾ ਹੈ ਕਿ ਲੋਕ ਕਹਿੰਦੇ ਨੇ ਲੋ ਜੀ ਇਹ ਤੁਸੀਂ ਇੰਜ ਕਹਿਤਾ ਤੇ ਇਹਦਾ ਤੇ ਮਤਲਬ ਫਲਾਣੇ ਜਗ੍ਹਾ ਤੇ ਇਹ ਕੱਢ ਲੈਣਗੇ। ਬੁਰਕਾ ਵਗੈਂਜ਼ਾ ਮੇਰਾ ਇੱਕ ਪਲੇ ਸੀ ਤੇ ਉਹ ਦਿੱਲੀ 'ਚ ਕੀਤਾ ਤੇ ਉਹ ਆ ਗਏ ਕੋਈ ਦਿੱਲੀ ਦੇ ਸਾਡੇ ਮੁਸਲਮਾਨ ਦੋ ਭਰਾ ਕਿ ਜੀ ਇਹ ਤੇ ਤੁਸੀਂ ਲੱਗਦਾ ਹੈ ਕਿ ਬੁਰਕੇ ਦਾ ਮਜ਼ਾਕ ਉਡਾਇਆ, ਤੇ ਇੱਥੇ ਤੇ ਫਿਰ ਜਿਹੜੇ ਹਿੰਦੂ ਨੈਸ਼ਨਲਿਸਟ ਨੇ ਉਹ ਵੀ ਇਹੋ ਹੀ ਕਹਿ ਰਹੇ ਨੇ ਤੇ ਸਾਡੇ ਲਈ ਤੇ ਹੋਰ ਮੁਸੀਬਤ ਬਣ ਜਾਏਗੀ। ਉਹ ਕਹਿਣਗੇ ਲੋ ਪਾਕਿਸਤਾਨੀ ਥੀਏਟਰ ਵਾਲੇ ਵੀ ਇਹੋ ਹੀ ਕਹਿੰਦੇ ਨੇ। ਇਸੇ ਤਰ੍ਹਾਂ ਉੱਥੇ ਸੈਨ ਫਰਾਂਸਿਸਕੋ ਵਿੱਚ ਹੋਇਆ ਤੇ ਉੱਥੇ ਮੇਰੀ ਇਹੋ ਹੀ ਮਤਲਬ ਆਨਲਾਈਨ ਇੰਟਰੈਕਸ਼ਨ ਹੋਇਆ। ਉੱਥੇ ਵੀ ਕੁਛ ਲੋਕਾਂ ਨੂੰ ਇਹ ਸੀ ਪਰੇਸ਼ਾਨੀ ਕਿ ਵੈਸਟ ਦੇ ਵਿੱਚ ਵੀ ਉਹਨਾਂ ਨੂੰ ਬੁਰਕੇ ਦੇ ਉੱਤੇ ਮੁਸਲਮਾਨਾਂ ਨੂੰ ਜਾਂ ਮੁਸਲਮਾਨ ਔਰਤਾਂ ਨੂੰ ਕਿਹਾ ਜਾਂਦਾ ਕਿ ਜੀ ਤੁਸੀਂ ਇਹ ਕਿਉਂ ਪਾਉਂਦੇ ਹੋ। ਤੇ ਉਹ ਮੇਰਾ ਪਹਿਲਾ ਜਵਾਬ ਤੇ ਇਹੋ ਸੀ ਜੀ ਕਿ ਮੈਂ ਤੇ ਆਪਣੇ ਮੁਲਕ ਦੇ ਲੋਕਾਂ ਲਈ ਲਿਖਿਆ ਜਿੱਥੇ ਕਿ ਬੁਰਕੇ ਨੂੰ ਐਜ਼ ਏ ਸਾਈਨ ਆਫ ਓਪਰੈਸ਼ਨ ਯੂਜ਼ ਕੀਤਾ ਜਾਂਦਾ ਕਿ ਉਹਨਾਂ ਨੂੰ ਜਬਰਨ ਕਿਹਾ ਜਾਂਦਾ ਕਿ ਜੀ ਪਾਓ ਤੁਸੀਂ।
ਅਸਲ ਤੇ ਉਹ ਗੱਲ ਹੈ ਕਿ ਉਹਨਾਂ ਨੇ ਕਿਹਾ ਜਾਂਦਾ ਕਿ ਇਸਲਾਮ ਜਿਹੜਾ ਐਸੇ ਬੁਰਕੇ 'ਚ ਔਰ ਤੁਸੀਂ ਪਾਓਗੇ ਤੇ ਫਿਰ ਤੁਸੀਂ ਚੰਗੇ ਮੁਸਲਮਾਨ ਨੂੰ, ਨਹੀਂ ਤੇ ਨਹੀਂ ਹੋ। ਤੇ ਜੇ ਕਿਸੇ ਜਗ੍ਹਾ ਦੇ ਉੱਤੇ ਔਰਤਾਂ ਆਪਣੀ ਮਰਜ਼ੀ ਨਾਲ ਜਾਂ ਡਿਫਰੈਂਟ ਕੰਡੀਸ਼ਨਸ ਵਿੱਚ ਕੋਈ ਬੁਰਕਾ ਪਾਉਂਦੀ ਹੈ ਤੇ ਉਹ ਉਹਦਾ ਇੱਕ ਇੰਡੀਵਿਜੂਅਲ ਐਕਟ ਹੈ। ਲੇਕਿਨ ਜਦੋਂ ਇੱਕ ਸੁਸਾਇਟੀ ਔਰ ਇੱਕ ਜਿਹੜਾ ਸੁਸਾਇਟੀ ਦੇ ਜਿਹੜੇ ਠੇਕੇਦਾਰ ਨੇ ਉਹ ਤੁਹਾਨੂੰ ਮਜਬੂਰ ਕਰਦੇ ਨੇ ਤੇ ਉਹ ਫਿਰ ਉਹਦਾ ਮਕਸਦ ਜਿਹੜਾ ਔਰ ਉਹਦਾ ਇੰਪੈਕਟ ਹੋਰ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਦਾਰਾ ਦੇ ਉੱਤੇ ਗੱਲ ਹੋਈ ਸੀ ਤੇ ਦਾਰਾ ਦੇ ਉੱਤੇ ਵੀ ਅਸੀਂ ਇਹ ਵੇਖਿਆ ਕਿ ਦਾਰਾ ਔਰ ਔਰੰਗਜ਼ੇਬ ਇਹ ਇਸਲਾਮ ਦੀਆਂ ਦੋ ਡਿਫਰੈਂਟ ਇੰਟਰਪ੍ਰੀਟੇਸ਼ਨਸ ਲੈ ਕੇ ਚੱਲ ਰਹੇ ਸੀ, ਕਿਉਂਕਿ ਇਹ ਸਿਰਫ ਕੋਈ ਲੜਾਈ ਦੋ ਸ਼ਹਿਜ਼ਾਦਿਆਂ ਦੀ ਨਹੀਂ ਸੀ, ਜਿਹੜੀ ਕਿ ਪਹਿਲੇ ਵੀ ਹੁੰਦੀ ਰਹੀ ਹੈ ਔਰ ਬਾਅਦ ਵਿੱਚ ਵੀ ਹੁੰਦੀ ਰਹੀ ਹੈ। ਲੇਕਿਨ ਇਹਦੇ ਵਿੱਚ ਇਹ ਵੇ ਕਿ ਔਰੰਗਜ਼ੇਬ ਰਿਪਰੈਜ਼ੈਂਟ ਕਰਦਾ ਸੀ ਇੱਕ ਫੰਡਾਮੈਂਟਲਿਸਟ ਔਰ ਇੱਕ ਨੈਰੋ ਮਾਈਂਡਡ ਇੱਕ ਇੰਟਰਪ੍ਰੀਟੇਸ਼ਨ ਸੀ ਇਸਲਾਮ ਦੀ, ਇਨਟੋਲਰੈਂਟ ਇੰਟਰਪ੍ਰੀਟੇਸ਼ਨ ਸੀ। ਤੇ ਦਾਰਾ ਜਿਹੜਾ ਇੱਕ ਸੂਫੀ ਸੀ ਔਰ ਉਹ ਇੱਕ ਸਿੰਕਰੈਟਿਕ ਜਾਂ ਇੱਕ ਰਲਿਆ ਮਿਲਿਆ ਜਿਹੜਾ ਇੱਕ ਦੀਨੀ ਇੱਕ ਮੂਵਮੈਂਟ ਸੀ ਉਹਦੇ ਤੇ ਬਿਲੀਵ ਕਰਦਾ ਸੀ। ਉਹ ਕਹਿੰਦਾ ਸੀ ਕਿ ਹਿੰਦੂ, ਸਿੱਖ, ਈਸਾਈ, ਮੁਸਲਮਾਨ ਇਹਨਾਂ ਸਾਰਿਆਂ ਦੀ ਜਿਹੜੀ ਰੂਹ ਹੈ ਇਹਨਾਂ ਦੇ ਮੈਸੇजेस ਦੀ ਉਹ ਇੱਕੋ ਹੀ ਹੈ, ਜਿਹੜਾ ਕਿ ਉਹਨੇ ਫਿਰ ਇੱਕ ਫਾਰਮੂਲੇਸ਼ਨ ਕੀਤੀ ਵੀ ਆਪਣੀ ਕਿਤਾਬ ਜਿਹੜੀ ਮਿੰਗਲਿੰਗ ਆਫ ਓਸ਼ਨਸ ਮਜਮਾਉਲ ਬਹਿਰੈਨ ਵਿੱਚ ਕੀਤੀ ਹੈ। ਤੇ ਉਸ ਇਹ ਚੀਜ਼ ਸਿਗਨੀਫਿਕੈਂਟ ਸੀ, ਚੁਨਾਚੇ ਇਹਨੂੰ ਲੱਗਾ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ। ਔਰ ਪਾਕਿਸਤਾਨ ਦੇ ਵਿੱਚ ਵੈਸੇ ਹੀ ਦਾਰਾ ਨੂੰ ਤੇ ਉਹਨਾਂ ਨੇ ਮਜ਼ਾਕ ਬਣਾਤਾ ਸੀ, ਸਵਾਏ ਲਾਹੌਰ ਦੇ ਨਾਲ ਇੱਕ ਛੋਟਾ ਜਿਹਾ ਟਾਊਨ ਹੈ ਸ਼ਾਹਦਾਰਾ, ਉਹ ਸ਼ਾਹਦਾਰਾ ਦੇ ਨਾਂ ਤੇ ਹੈ ਸੀ। ਉਹਦੇ ਇਲਾਵਾ ਦਾਰਾ ਦੀ ਇੱਥੇ ਉਹਨਾਂ ਨੇ ਜਾਂ ਦਾਰਾ ਦੀ ਜਿਹੜੀ ਪਿਆਰੀ ਬੀਵੀ ਸੀ ਨਾਦਰਾ ਬੇਗਮ, ਉਹਦਾ ਮਕਬਰਾ ਇੱਥੇ ਮੀਆਂ ਮੀਰ ਦੇ ਦਰਬਾਰ ਦੇ ਬਾਹਰ ਹੈਗਾ। ਤੇ ਇਹਨਾਂ ਨੇ ਹਿਸਟੋਰੀਕਲੀ ਦਾਰਾ ਨੂੰ ਇੱਕ ਕ੍ਰੇਜ਼ੀ ਪ੍ਰਿੰਸ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ ਔਰ ਔਰੰਗਜ਼ੇਬ ਨੂੰ ਇੱਕ ਰੋਲ ਮਾਡਲ ਔਰ ਇੱਕ ਇਸਲਾਮ ਦਾ ਇੱਕ ਨੁਮਾਇੰਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸੋ ਉਹ ਵੀ ਇੱਕ ਕਰਜ਼ ਸੀ ਹਿਸਟਰੀ ਦਾ ਕਿ ਦਾਰਾ ਨੂੰ ਉਹਦੀ ਡਿਊ ਪਲੇਸ ਦਿੱਤੀ ਜਾਏ। ਦਾਰਾ ਦਾ ਲਿਟਰੇਚਰ ਵਿੱਚ, ਕਲਚਰ ਵਿੱਚ, ਜਿਹੜਾ ਕੰਪੈਰੀਟਿਵ ਰਿਲੀਜਨ ਦੇ ਵਿੱਚ ਸੂਫੀਜ਼ਮ ਵਿੱਚ ਜਿਹੜਾ ਰੋਲ ਸੀ। ਤੇ ਇਹ ਸੀ ਸਰਕਮਸਟੈਂਸਿਸ ਜਿਹਦੇ ਵਿੱਚ ਮੈਂ ਦਾਰਾ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਰਿਸਰਚ ਵੀ ਕੀਤੀ। ਫਿਰ ਉਹਦਾ ਜਿਹੜੀ ਇੰਪਲੀਕੇਸ਼ਨ ਸੀ ਇੰਡੋ ਪਾਕਿਸਤਾਨ ਰਿਲੇਸ਼ਨਸ ਜਾਂ ਹਿਸਟਰੀ ਦੇ ਉੱਤੇ, ਉਹ ਫਿਰ ਇੱਕ ਸੈਕੰਡਰੀ ਗੱਲ ਸੀ ਕਿ ਜਦੋਂ ਇਹ ਅਸੀਂ ਪਲੇ ਲਿਖ ਰਹੇ ਸਾਂ ਤੇ ਸਾਨੂੰ ਮਹਿਸੂਸ ਹੋਇਆ ਕਿ ਦਾਰਾ ਜਿਹੜਾ ਹੈ ਉਹ ਹਿੰਦੁਸਤਾਨ ਵਿੱਚ ਜਿਹੜੀਆਂ ਸੈਕੂਲਰ ਫੋਰਸਿਸ ਨੇ ਉਹ ਵੀ ਦਾਰਾ ਨੂੰ ਆਪਣੇ ਬਹੁਤ ਕਰੀਬ ਸਮਝਣਗੀਆਂ ਔਰ ਔਰੰਗਜ਼ੇਬ ਨੇ ਕਾਫੀ ਉੱਥੇ ਤਬਾਹੀ ਮਚਾਈ ਸੀ ਜੋ ਆਪਣੇ ਰੂਲ ਦੇ ਵਿੱਚ, ਔਰ ਉਹਦੇ ਨਤੀਜੇ ਵਿੱਚ ਫਿਰ ਜਿਹੜਾ ਉੱਥੇ ਹਿੰਦੁਸਤਾਨ ਦੇ ਵਿੱਚ ਇੱਕ ਕਿਸਮ ਦੀ ਸਿਵਲ ਵਾਰ ਸ਼ੁਰੂ ਹੋਈ ਸੀ। ਸੋ ਉਹ ਵੀ ਇੱਕ ਫੈਕਟਰ ਆਇਆ ਕਿ ਜਿਹੜਾ ਪੀਸ ਔਰ ਅੰਡਰਸਟੈਂਡਿੰਗ ਹੈ ਸ਼ੇਅਰ ਹੈਰੀਟੇਜ, ਕਿ ਦਾਰਾ ਸਾਡੀ ਇੱਕ ਸਾਂਝੀ ਹੈਰੀਟੇਜ ਹੈਗੀ ਸੀ ਜਿਹਨੂੰ ਅਸੀਂ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ, ਜਿਹਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਹਾਂ। ਉਹ ਇੰਡੀਆ ਦੇ ਵਿੱਚ ਵੀ ਦਾਰਾ ਦੇ ਉੱਤੇ ਕੁਝ ਕੰਮ ਸ਼ੁਰੂ ਹੋਇਆ ਸੀ ਉਸ ਜ਼ਮਾਨੇ 'ਚ, ਤੇ ਲੇਕਿਨ ਉਹਦਾ ਬਾਜ਼ ਦਫਾ ਤੇ ਬਾਕਾਇਦਾ ਜਿਹੜੀ ਹਿੰਦੂ ਨੈਸ਼ਨਲਿਸਟ ਪਾਰਟੀਆਂ ਨੇ ਵੀ ਸਪੋਰਟ ਕੀਤਾ ਦਾਰਾ ਦੇ ਉੱਤੇ ਇੱਕ ਪਲੇਨ। ਉਹਨਾਂ ਦੀ ਇੰਟੈਂਸ਼ਨ ਹੋਰ ਸੀ, ਉਹਨਾਂ ਦੀ ਇੰਟੈਂਸ਼ਨ ਸੀ ਕਿ ਦਾਰਾ ਨੂੰ ਦਿਖਾਇਆ ਜਾਏ ਕਿ ਜੀ ਜੇ ਦਾਰਾ ਰਹਿੰਦਾ ਤੇ ਉਹ ਫਿਰ ਇਸਲਾਮ ਦਾ ਜਿਹੜਾ ਇੱਕ ਪਾਕਿਸਤਾਨ ਬਣਨ ਦਾ ਜਿਹੜਾ ਖਾਬ ਸੀ ਇਹ ਪੂਰਾ ਨਾ ਹੁੰਦਾ। ਤੇ ਲੇਕਿਨ ਮੇਰਾ ਨਹੀਂ ਖਿਆਲ ਕਿ ਮੇਰੀ ਜਿਹੜੀ ਖਾਹਿਸ਼ ਤੇ ਮੇਰੀ ਐਸੀ ਕਿ ਇਹ ਰਿਜ਼ਲਟ ਨਿਕਲੇ, ਲੇਕਿਨ ਜਿਹੜੀ ਸਾਡੀ ਰਿਸਰਚ ਸੀ ਔਰ ਜਿਹੜਾ ਸਾਡੇ ਡਰਾਮੇ ਦੀ ਸ਼ਕਲ ਬਣੀ ਉਹਦੇ ਵਿੱਚ ਅਸੀਂ ਵੇਖਿਆ ਕਿ ਦਾਰਾ ਦੀ ਸ਼ਿਕਸਤ ਸਿਰਫ ਉਹਦੇ ਵਿੱਚ ਬੜੀਆਂ ਆਪਣੀਆਂ ਕੋਤਾਹੀਆਂ ਵੀ ਸੀ, ਆਪਣੀਆਂ ਕਮਜ਼ੋਰੀਆਂ ਸੀ, ਦਾਰਾ ਦੇ ਵਿੱਚ ਖੂਬੀਆਂ ਵੀ ਸੀ, ਤੇ ਔਰੰਗਜ਼ੇਬ ਦੇ ਵਿੱਚ ਖਾਮੀਆਂ ਵੀ ਸੀ ਤੇ ਖੂਬੀਆਂ ਵੀ ਸੀ। ਲੇਕਿਨ ਔਰੰਗਜ਼ੇਬ ਜਿੱਤਿਆ ਇਸ ਕਰਕੇ ਨਹੀਂ ਕਿ ਉਹ ਆਪਣੀਆਂ ਖੂਬੀਆਂ ਦੀ ਵਜ੍ਹਾ ਨਾਲ, ਬਲਕਿ ਇੱਕ ਪੋਲੀਟੀਕਲ ਸਰਕਮਸਟੈਂਸਿਸ ਐਸੇ ਸੀ, ਇੱਕ ਸਾਡੀ ਤਾਰੀਖ ਇੱਕ ਪਾਸੇ ਜਾ ਰਹੀ ਸੀ। ਤੇ ਉਹ ਔਰੰਗਜ਼ੇਬ ਨਾ ਹੁੰਦਾ ਤੇ ਉਹ ਔਰੰਗਜ਼ੇਬ ਦੇ ਬਾਅਦ ਕੋਈ ਆਂਦਾ, ਉਹਨੇ ਉਹ ਤਬਾਹੀ ਮਚਾਣੀ ਸੀ। ਤੇ ਦਾਰਾ ਜੇ ਜਿੱਤ ਵੀ ਜਾਂਦਾ ਉਹ ਇੰਨਾ ਇੱਕ ਅਨਰੀਅਲਿਸਟਿਕ ਜਿਹਾ ਰੂਲਰ ਬਣਦਾ
ਕਿ ਜਿਹੜਾ ਹੁਣ ਇੱਕ ਪਾਸੇ ਸੂਫੀ ਹੋਵੇ ਤੇ ਦੂਜੇ ਪਾਸੇ ਉਹ ਕਮਾਂਡਰ ਹੋਵੇ ਆਪਣੀ ਫੌਜ ਦਾ, ਜਿਹਨੇ ਲੋਕਾਂ ਦੇ ਗਲੇ ਕੱਟਣੇ ਨੇ। ਤੇ ਸੂਫੀ ਜਿਹੜਾ ਹੈ ਉਹ ਤੇ ਲੋਕਾਂ ਦੇ ਨਾਲ ਮੁਹੱਬਤ ਕਰਦਾ, ਲੋਕਾਂ ਦੀ ਖਾਤਰ ਬਲਕਿ ਆਪਣੇ ਗਲੇ ਕਟਾਉਂਦਾ। ਤੇ ਇਹ ਇੱਕ ਕੰਟਰਡਿਕਸ਼ਨ ਜਿਹੜੀ ਹੈ ਉਹ ਦਾਰਾ ਜਿੱਤ ਵੀ ਜਾਂਦਾ, ਤੇ ਉਹ ਜਿਹੜਾ ਜਿਸ ਪਾਸੇ ਹਿੰਦੁਸਤਾਨ ਚੱਲ ਪਿਆ ਸੀ ਉਹ ਉਧਰ ਹੀ ਰਹਿਣਾ ਸੀ। ਲੇਕਿਨ ਅੱਜ ਦੀ ਸਾਡੀ ਜਿਹੜੀ ਅੰਡਰਸਟੈਂਡਿੰਗ ਹੈ ਹਿਸਟਰੀ ਦੀ, ਕਿ ਕਮ ਸੇ ਕਮ ਹੁਣ ਤੇ ਅਸੀਂ ਦਾਰਾ ਨੂੰ ਓਨ ਕਰੀਏ, ਦਾਰਾ ਤੋਂ ਸਿੱਖੀਏ ਔਰ ਦਾਰਾ ਨੂੰ ਇੱਕ ਵਾਰੀ ਫੇਰ ਕਤਲ ਨਾ ਹੋਣ ਦਈਏ। ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਹੋ। ਮੈਂ ਜਾਣ ਬੁੱਝ ਕੇ ਨਹੀਂ ਕੋਸ਼ਿਸ਼ ਕਰ ਰਿਹਾ ਕਿ ਮੈਂ ਤੁਹਾਨੂੰ ਵਿੱਚੋਂ ਰੋਕਾਂ, ਪਰ ਮੈਂ ਇੱਥੇ ਤੁਹਾਨੂੰ ਮੌਕਾ ਵੀ ਨਹੀਂ ਤੁਸੀਂ ਦੇ ਰਹੇ। ਸਾਨੂੰ ਬਹੁਤ ਸਾਰੇ ਦੋਸਤ ਦੇਖ ਰਹੇ ਨੇ ਜਿਨ੍ਹਾਂ ਵਿੱਚ ਤੁਹਾਡੇ ਨਾਲ ਕੰਮ ਕਰ ਚੁੱਕੇ ਸਾਹਿਬ ਸਿੰਘ ਵੀ ਨੇ, ਔਰ ਉਹ ਕਹਿੰਦੇ ਮੈਨੂੰ ਬਹੁਤ ਪ੍ਰਾਊਡ ਹੈ ਤੁਹਾਡੇ ਤੇ। ਔਰ ਸਾਨੂੰ ਦੇਖ ਰਹੇ ਨੇ ਲੱਖਾ ਲਹਿਰੀ, ਗੋਲਡੀ ਜੀ, ਰਮਨ ਢਿੱਲੋਂ, ਚੰਦਰ ਅਦੀਬ ਕਹਿ ਰਹੇ ਨੇ ਕਿ ਤੁਹਾਡਾ ਇਸ ਮੰਚ ਦੇ ਉੱਤੇ ਆਉਣਾ ਬਹੁਤ ਮਾਣੇਖੇਜ਼ ਹੈ। ਔਰ SP ਅਰੋੜਾ ਜੀ ਦੋਨਾਂ ਮੁਲਕਾਂ ਦੇ ਯੌਮੇ ਆਜ਼ਾਦੀ ਨੂੰ ਮੁਬਾਰਕਬਾਦ ਦੇ ਰਹੇ ਨੇ, ਕਿਉਂਕਿ ਅਸੀਂ ਦੋਨੋਂ ਮੁਲਕ ਬੇਸ਼ੱਕ ਵੱਖ-ਵੱਖ ਹਾਂ। ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਦੋ ਮੁਲਕ ਹੋਣ ਦਾ ਨੁਕਸਾਨ ਸਿਰਫ ਇਹ ਨਹੀਂ ਕਿ ਇੱਕ ਸਰਹੱਦ ਬਣੀ ਹੈ, ਸਭ ਤੋਂ ਵੱਡਾ ਮਸਲਾ ਇਹ ਹੋ ਗਿਆ ਕਿ ਸਾਡੇ ਨਜ਼ਰੀਏ ਦੋ ਹੋ ਗਏ ਨੇ। ਹਰ ਨੁਕਤੇ ਦੇ ਉੱਤੇ ਇੱਕ ਪਾਕਿਸਤਾਨੀ ਨਜ਼ਰੀਆ ਆ ਜਾਂਦਾ, ਇੱਕ ਹਿੰਦੁਸਤਾਨੀ ਨਜ਼ਰੀਆ ਆ ਜਾਂਦਾ। ਅਸੀਂ ਉਹਦੇ ਬਾਰੇ ਬਹੁਤ ਵਿਸਥਾਰ 'ਚ ਨਹੀਂ ਗੱਲ ਕਰਾਂਗੇ, ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ। ਮੈਂ ਤੁਹਾਨੂੰ ਇੱਕ ਬਹੁਤ ਹੀ ਦਿਲਚਸਪ ਸਵਾਲ ਕਰਨਾ ਚਾਹੁੰਦਾ, ਖਾਸ ਕਰਕੇ ਇਸ ਹਵਾਲੇ ਨਾਲ ਕਿ ਤੁਸੀਂ ਕਿਸੇ ਵੇਲੇ ਜਸੂਸੀ ਕਹਾਣੀਆਂ ਵੀ ਪੜ੍ਹਦੇ ਰਹੇ ਔਰ ਉਹਦੇ ਨਾਲ ਨਾਲ ਤੁਸੀਂ ਲਸਟ ਫਾਰ ਲਾਈਫ ਵੀ ਪੜ੍ਹਦੇ ਰਹੇ। ਔਰ ਜਦੋਂ ਤੁਸੀਂ ਲਸਟ ਫਾਰ ਲਾਈਫ, ਜਸੂਸੀ ਕਹਾਣੀਆਂ, ਹਿਸਟਰੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਦਾ ਦੇਖਣ ਨੂੰ ਸਿੱਧੇ ਤੌਰ ਤੇ ਕੋਈ ਨਾਤਾ ਨਹੀਂ ਪੜ੍ਹਿਆ, ਤਾਂ ਉਹ ਤੁਹਾਡੇ ਸਕ੍ਰਿਪਟ ਲਿਖਣ ਦੇ ਵਿੱਚ ਕਿੰਨਾ ਸਹਾਈ ਹੁੰਦੀਆਂ ਨੇ। ਖਾਸ ਕਰਕੇ ਸਕ੍ਰਿਪਟ ਲੋਕਾਂ ਨੂੰ ਬਿਲਕੁਲ ਬੋਰ ਨਾ ਕਰੇ, ਲੋਕ ਉਹਦੇ ਨਾਲ ਜੁੜੇ ਰਹਿਣ, ਉਹਦੇ ਲਈ ਕੀ ਤੁਹਾਨੂੰ ਸੱਚਮੁੱਚ ਜਸੂਸੀ ਕਹਾਣੀਆਂ ਨੇ ਵੀ ਕੋਈ ਹੈਲਪ ਕੀਤੀ ਹੈ? ਦੇਖੋ ਜੀ, ਲਸਟ ਫॉर ਲਾਈਫ ਤੇ ਇੱਕ ਹੋਰ ਚੀਜ਼ ਹੈ ਨਾ, ਉਹ ਤੇ ਇੱਕ ਵੈਨ ਗੌਗ ਦੀ ਕਹਾਣੀ ਹੈ ਔਰ ਇੱਕ ਆਰਟਿਸਟ ਦੀ ਪੇਨ ਹੈ ਔਰ ਆਰਟਿਸਟ ਦਾ ਇੱਕ ਗੁੱਸਾ ਹੈ ਔਰ ਇੱਕ ਆਰਟਿਸਟ ਦਾ ਇੱਕ ਡਿਫਾਈਂਸ ਹੈ ਜਿਹੜੀ ਸੋਸ਼ਲ ਨੋਰਮਸ ਨੇ ਉਹਨਾਂ ਦੇ ਖਿਲਾਫ। ਉਹ ਤੇ ਬੜਾ ਇੱਕ ਸਾਨੂੰ ਅੰਦਰੋਂ ਇੰਸਪਾਇਰ ਕਰਦਾ ਔਰ ਅਸੀਂ ਉਹਨੂੰ ਜਦੋਂ ਇੱਕ सोसाइटी ਦੇ ਖਿਲਾਫ ਜਦੋਂ ਕੋਈ ਬਗਾਵਤ ਕਰਦਾ ਹੈ ਤਾਂ ਬਗਾਵਤ ਸਿਰਫ ਹਥਿਆਰ ਨਾਲ ਜਾਂ ਸਿਰਫ ਨਾਰੇ ਨਾਲ ਨਹੀਂ ਹੁੰਦੀ। ਉਹ ਪਾਇਦਾਰ ਬਗਾਵਤ ਉਦੋਂ ਹੀ ਹੁੰਦੀ ਕਿ ਜਦੋਂ ਅੰਦਰੋਂ ਇੱਕ ਜਜ਼ਬਾ ਪੈਦਾ ਹੋਏ। ਉਹ ਜਿਹੜਾ ਇੱਕ ਨਫ਼ਰਤ ਹੈ ਸੁਸਾਇਟੀ ਤੋਂ ਦੇ ਜਿਹੜੇ ਯਾਨੀ ਠੇਕੇਦਾਰ ਨੇ, ਜਿਹੜਾ ਇੱਕ ਅਨਜਸਟ ਸੁਸਾਇਟੀ ਹੈ, ਉਹ ਮੈਂ ਸਮਝਦਾ ਕਿ ਸਟੋਰੀਜ਼ ਲਾਈਕ ਲਸਟ ਫॉर ਲਾਈਫ ਜਾਂ ਇਹੋ ਜਿਹੇ ਹੋਰ ਜਿਹੜੇ ਇੱਕ ਡਿਫਾਈਨਡ ਕੈਰੈਕਟਰਸ ਨੇ। ਤੇ ਬਾਕੀ ਜਿੱਥੋਂ ਤੱਕ ਜਸੂਸੀ ਕਹਾਣੀਆਂ ਦਾ ਹੈ ਤੇ ਉਹ ਮੇਰੇ ਖਿਆਲ ਡਰਾਮਿਆਂ ਦੇ ਵਿੱਚ ਕੋਸ਼ਿਸ਼ ਕਰੀਦੀ ਹੈ ਕਿ ਸਸਪੈਂਸ ਰਵੇ। ਸਾਰੀ ਕਹਾਣੀ ਅਸੀਂ ਇਕੱਠੇ ਨਹੀਂ ਇੱਕੋ ਵਾਰੀ ਦੱਸ ਦਿੰਦੇ। ਸਾਡੇ ਅੱਜ ਹੀ ਹੁਣ ਮੇਰੀ ਰਾਈਟਿੰਗ ਕਲਾਸ ਸੀ ਤੇ ਸਾਡੇ ਅਸੀਂ ਆਨਲਾਈਨ ਆਪਣੇ ਰਾਈਟਰਸ ਦੇ ਲਈ ਟ੍ਰੇਨਿੰਗ ਦਿੰਦੇ ਹਾਂ ਆਪਣੇ ਨਵੇਂ ਰਾਈਟਰਸ ਨੂੰ। ਤੇ ਉਹ ਇੱਕ ਟੈਂਡੈਂਸੀ ਹੁੰਦੀ ਹੈ ਕਿ ਤੁਸੀਂ ਸਾਰਾ ਕੁਝ ਸ਼ੁਰੂ 'ਚ ਹੀ ਦੱਸ ਦਿਓ। ਪਹਿਲੀ ਜਿਹੜਾ ਪੈਰਾਗ੍ਰਾਫ ਹੈ ਨਾ ਉਹਦੇ ਵਿੱਚ ਤੁਸੀਂ ਆਪਣੀ ਓਪੀਨੀਅਨ ਵੀ ਦੱਸ ਦਿਓ, ਆਪਣਾ ਸਟੈਂਡ ਪੁਆਇੰਟ ਵੀ ਦੱਸ ਦਿਓ ਤੇ ਆਪਣੀ ਕਨਕਲੂਜਨ ਜਿਹੜਾ ਸਟੋਰੀ ਦਾ ਉਹ ਵੀ ਦੱਸ ਦਿਓ। ਤੇ ਉਹ ਮੇਰਾ ਖਿਆਲ ਹੈ ਇੱਕ ਰਾਈਟਿੰਗ ਇਜ਼ ਲਾਈਕ ਸਟ੍ਰਿਪਟੀਜ਼। ਤੁਸੀਂ ਹੌਲੀ ਹੌਲੀ ਕਰਕੇ ਉਹਦੇ ਲੇਅਰਸ, ਉਹਦੇ ਕੱਪੜੇ ਲਾਉਂਦੇ ਹੋ। ਕੋਈ ਥੋੜਾ ਜਿਹਾ ਇੱਧਰ ਫੈਕਟ ਦੱਸ ਦਿੱਤਾ, ਕੋਈ ਥੋੜਾ ਜਿਹਾ ਉੱਧਰ ਕਲੂ ਛੱਡ ਦਿੱਤਾ। ਹੌਲੀ ਹੌਲੀ ਲੋਕਾਂ ਦੀ ਫਿਰ ਐਕਸਾਈਟਮੈਂਟ ਵੱਧਦੀ ਹੈ, ਲੋਕਾਂ ਦੀ ਇੱਕ ਤਜੱਸਸ ਔਰ ਕੁਛ ਖਾਹਿਸ਼, ਕੁਛ ਉਹ ਆਪਣੇ ਤੌਰ ਤੇ ਅੰਦਾਜ਼ੇ ਲਾਉਂਦੇ ਨੇ ਕਿ ਸ਼ਾਇਦ ਇਹਦਾ ਇਹ ਮਤਲਬ ਹੋਏ, ਸ਼ਾਇਦ ਹੁਣ ਇਹ ਕਹਾਣੀ ਇੱਧਰ ਨਿਕਲੇਗੀ। ਉਹਦੇ ਬਾਅਦ ਫਿਰ ਤੁਸੀਂ ਅਖੀਰ ਤੇ ਇੱਕ ਸਰਪ੍ਰਾਈਜ਼ ਉਹਨਾਂ ਲਈ ਸਪ੍ਰਿੰਗ ਕਰਦੇ ਹੋ। ਤੇ ਮੈਂ ਸਮਝਦਾ ਉਹਦੇ ਸ਼ਾਇਦ ਜਾਂ ਸਬਕੌਂਸ਼ੀਅਸਲੀ ਕੁਝ ਜਸੂਸੀ ਕਹਾਣੀਆਂ ਨੇ ਵੀ ਅਸਰ ਪਾਇਆ ਹੋਇਆ। ਲੇਕਿਨ ਵੈਸੇ ਉਹ ਅਕਸਰ ਜਸੂਸੀ ਕਿਤਾਬਾਂ ਜਿਹੜੀਆਂ ਨਾ ਮੇਰੀ ਜਿਹੜੀ ਮਦਰ ਸੀ ਉਹ ਫਾੜ ਫੂੜ ਕੇ ਤੇ ਰੱਦੀ ਵਿੱਚ ਸੁੱਟ ਦਿੰਦੇ ਸੀ।
ਜਿਹੜੀ ਥੋੜੀ ਬਹੁਤ ਰਹਿ ਜਾਂਦੀ ਸੀ ਉਹ ਮੇਰੇ ਦਿਮਾਗ ਵਿੱਚ ਉਹ ਮੈਂ ਫਿਰ ਅੱਗੇ ਇਸਤੇਮਾਲ ਕਰਦਾ ਰਿਹਾ। ਹਾਂ ਬਿਲਕੁਲ ਜੀ, ਮੈਂ ਅਸਲ ਦੇ ਵਿੱਚ ਇਹ ਸਵਾਲ ਜਾਣਬੁੱਝ ਕੇ ਕੀਤਾ ਸੀ ਕਿਉਂਕਿ ਮੈਂ ਇਹੀ ਚਾਹੁੰਦਾ ਸੀ ਕਿ ਅਸੀਂ ਨਾਟਕ ਨੂੰ ਹੌਲੀ ਹੌਲੀ ਕਿਵੇਂ ਖੋਲ੍ਹਦੇ ਹਾਂ ਔਰ ਉਹ ਨਾਟਕ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾਂਦਾ। ਜਦੋਂ ਤੁਸੀਂ ਪੇਨ ਦੀ ਗੱਲ ਕੀਤੀ, ਬੰਦੇ ਦੇ ਅੰਦਰਲੇ ਮਨ ਦੇ ਪੇਨ ਦੀ ਗੱਲ ਕੀਤੀ, ਤਾਂ ਮੈਨੂੰ ਤੁਹਾਡਾ ਇੱਕ ਨਾਟਕ ਯਾਦ ਆਇਆ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦੇ ਲਾ ਆਡੀਟੋਰੀਅਮ ਦੇ ਵਿੱਚ ਹੋਇਆ ਸੀ। ਨਾਟਕ ਸੀ ਕਾਲਾ ਮੈਂਡਾ ਵੇਸ, ਔਰ ਉਸ ਨਾਟਕ ਦੇ ਵਿੱਚ ਇੱਕ ਔਰਤ ਤੇ ਇੱਕ ਬਲਦ ਇੱਕ ਬਰਾਬਰ ਹੋ ਜਾਂਦੇ ਨੇ। ਇੱਕ ਜਿਸ ਤਰ੍ਹਾਂ ਦੀ ਉਹਦੇ ਵਿੱਚ ਕਹਾਣੀ ਹੈ। ਮੈਂ ਇਹ ਵੀ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਉਸ ਨਾਟਕ ਦੇ ਪਿੱਛੇ ਜਿਹੜੀ ਪੇਨ ਤੁਸੀਂ ਫੀਲ ਕੀਤੀ, ਜਿਹੜੀ ਪੇਨ ਤੁਸੀਂ ਸਾਡੇ ਸਾਹਮਣੇ ਪੇਸ਼ ਕੀਤੀ, ਉਹ ਤੁਸੀਂ ਆਪਣੇ ਮੁਆਸ਼ਰੇ ਚੋਂ ਕਿਸ ਤਰੀਕੇ ਦੇ ਨਾਲ ਉਠਾਈ ਸੀ ਔਰ ਉਹਦਾ ਹਕੀਕੀ ਹਾਦਸਾ ਕੀ ਸੀ ਤੇ ਤੁਸੀਂ ਉਸ ਹਾਦਸੇ ਨੂੰ ਇੱਕ ਕੰਪਲੀਟ ਨਾਟਕੀ ਸਕ੍ਰਿਪਟ ਦੇ ਵਿੱਚ ਕਿਵੇਂ ਢਾਲਿਆ? ਮੇਰਾ ਖਿਆਲ ਹੈ ਕਾਫੀ ਇੰਟਰਸਟਿੰਗ ਪ੍ਰੋਸੈਸ ਸੀ, ਕਿਉਂਕਿ ਇਹ ਸਾਡੇ ਮੇਰੇ ਖਿਆਲ ਹੈ ਤੁਹਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਤੇ ਇੰਟਰਸਟ ਹੋਵੇ ਕਿ ਇਹ ਫੁੱਲ ਫਲੈਜ ਪਲੇ ਵੇ, ਮਤਲਬ 2 ਘੰਟੇ ਦਾ 2 ਆਵਰਸ ਪਲੱਸ, ਔਰ ਇਹਦੀ ਸ਼ੁਰੂਆਤ ਹੋਈ ਸੀ ਇੱਕ 4 ਲਾਈਨਾਂ ਦੀ ਖਬਰ ਸੀ ਇੱਕ ਅਖਬਾਰ ਦੇ ਅੰਦਰ ਦੇ ਸਫੇ ਤੇ, ਨਿਊਜ਼ਪੇਪਰ ਦੇ, ਕਿ ਇੱਕ ਸਿੰਧ ਦਾ ਇੱਕ ਪਿੰਡ ਹੈ ਅਮਰਕੋਟ ਉਹਦਾ ਨਾਂ ਸੀ, ਤੇ ਉਹ ਉੱਥੇ ਇੱਕ ਮਾਸ਼ਕੀ ਸੀ ਜਿਹਦਾ ਇੱਕ ਬਲ ਦੇ ਉੱਤੇ ਮਸ਼ਕਾਂ ਲੈ ਕੇ ਤੇ ਉਹ ਗਾਉਂ ਨੂੰ ਆਪਣੇ ਪਿੰਡ ਨੂੰ ਪਾਣੀ ਪ੍ਰੋਵਾਈਡ ਕਰਦਾ ਸੀ। ਤੇ 2 ਬੀਵੀਆਂ ਸੀ, ਇੱਕ ਉਹਦਾ ਬੈਲ ਸੀ, ਤੇ ਦੂਜੇ ਪਾਸੇ ਇੱਕ ਕਿਸਾਨ ਸੀ ਤੇ ਉਹਦੇ ਕੋਲ 2 ਬੈਲ ਸੀ ਤੇ ਇੱਕ ਬੀਵੀ ਸੀ, ਤੇ ਉਹਦੀ ਇੱਕ ਬੀਵੀ ਮਰ ਗਈ ਤੇ ਇਹਦਾ ਇੱਕ ਬੈਲ ਮਰ ਗਿਆ। ਹੁਣ ਇੱਕ ਕੋਲ ਰਹਿ ਗਈਆਂ 2 ਬੀਵੀਆਂ ਤੇ 0 ਬਲਦ, ਤੇ ਦੂਜੇ ਕੋਲ 2 ਬਲਦ ਤੇ 0 ਬੀਵੀ। ਤੇ ਉਹ ਉਹਨਾਂ ਨੇ ਬੜੇ ਆਰਾਮ ਨਾਲ, ਦੋਵੇਂ ਡੈਸਪਰੇਟ ਸੀ, ਦੋਵਾਂ ਦੀ ਸਰਵਾਈਵਲ ਦਾ ਮਸਲਾ ਸੀ, ਤੇ ਉਹਨਾਂ ਨੇ ਉਹ ਐਕਸਚੇਂਜ ਕਰ ਲਿਆ, ਔਰ ਜਿਹਦੇ ਕੋਲ ਇੱਕ ਵਾਧੂ ਬੀਵੀ ਸੀ ਉਹ ਉਹਨੇ ਦੇ ਦਿੱਤੀ ਕਿਸਾਨ ਨੂੰ, ਤੇ ਉਹਨੇ ਇੱਕ ਵਾਧੂ ਬੈਲ ਸੀ ਉਹ ਦਿੱਤਾ ਆਪਣੇ ਮਾਸ਼ਕੀ ਨੂੰ। ਤੇ ਉਹਦੇ ਵਿੱਚ ਖਬਰ ਦੇ ਐਂਡ ਤੇ ਲਿਖਿਆ ਸੀ ਕਿ ਅਵਾਮੀ ਸਰਕਲਸ ਨੇ ਪੁੱਛਿਆ ਕਿ ਇਹ ਸ਼ਰੀਅਤ ਰਾਹੀਂ ਜਾਇਜ਼ ਹੈ, ਤੇ ਉਹ ਇੱਕ ਛੋਟੀ ਜਿਹੀ 4 ਲਾਈਨਾਂ ਦੀ ਖਬਰ ਸੀ, ਮਗਰ ਉਹ ਮੇਰਾ ਇੱਕ ਜਿਹੜਾ ਕਹਿ ਲਓ ਥੀਏਟਰ ਦਾ ਜਿਹੜਾ ਮੇਰੇ ਅੰਦਰ ਇੱਕ ਸੈਂਸਰ ਸੀ ਉਹ ਜਾਗਿਆ। ਬਲਕਿ ਉਸ ਤੋਂ ਪਹਿਲੇ ਮਦੀਹਾ ਦਾ ਇੱਕ ਡਾਇਰੈਕਟਰ ਦਾ ਜਿਹੜਾ ਐਂਟਨਾ ਸੀ ਉਹ ਖੜਕਿਆ, ਉਹਨੇ ਕਿਹਾ ਜੀ ਇਹ ਤੇ ਬੜੀ ਕੋਈ ਅਜੀਬ ਜੀ ਖਬਰ ਹੈ ਔਰ ਇਹਦੇ ਤੇ ਡਰਾਮਾ ਬਣਨਾ ਚਾਹੀਦਾ। ਤੇ ਉਹ ਉੱਥੋਂ ਸ਼ੁਰੂਆਤ ਹੋਈ ਕਿ ਇੱਕ ਸਾਨੂੰ ਇੱਕ ਚੀਜ਼ ਸਮਝ ਆਈ ਕਿ ਇੱਕ ਤੇ ਕਹਾਣੀ ਹੈ ਛੋਟੀ ਜੀ, ਬੜੀ ਅਜੀਬ ਕਹਾਣੀ, ਬਹਰਹਾਲ ਐਡੀ ਛੋਟੀ ਵੀ ਨਹੀਂ, ਕਿ ਇੱਕ ਔਰਤ ਔਰ ਇੱਕ ਬਲ ਜਿਹੜੀ ਹੈ ਉਹਨੂੰ ਇਕੁਏਟ ਕੀਤਾ ਜਾ ਰਿਹਾ ਔਰ ਉਹਨੂੰ ਐਕਸਚੇਂਜ ਕੀਤਾ ਜਾ ਰਿਹਾ। ਸੋ ਸਾਡੇ ਵਸੇਬ ਵਿੱਚ ਜਿਹੜੀ ਇੱਕ ਜ਼ਨਾਨੀ ਦੀ ਹੈਸੀਅਤ ਹੈ ਇੱਕ ਜਨੌਰ ਦੇ ਬਰਾਬਰ, ਉਹ ਮਤਲਬ ਸਾਹਮਣੇ ਆਈ। ਫਿਰ ਜਿਹੜਾ ਉਹਨਾਂ ਦੇ ਸਰਵਾਈਵਲ ਦੇ ਇਸ਼ੂਜ਼ ਨੇ ਕਿ ਜਿੱਥੇ ਪਾਣੀ ਨਹੀਂ ਮਿਲ ਰਿਹਾ, ਪਾਣੀ ਦਾ ਮਸਲਾ ਹੈ, ਤੇ ਉਹ ਜਦੋਂ ਸਰਵਾਈਵਲ ਹੋਵੇ ਤੇ ਉਦੋਂ ਫਿਰ ਤੁਹਾਡੀ ਜਿਹੜੀ ਮੋਰੈਲਿਟੀ ਹੈ ਉਹ ਫਿਰ ਪਿੱਛੇ ਰਹਿ ਜਾਂਦੀ ਹੈ, ਤੁਹਾਡੀ ਸਰਵਾਈਵਲ ਪਹਿਲੇ ਆਉਂਦੀ ਹੈ। ਤੇ ਕਿਆ ਇੱਕ ਇਹੋ ਜਿਹੇ ਸੁਸਾਇਟੀ ਦੇ ਵਿੱਚ ਜਿੱਥੇ ਕਿ ਐਡੇ ਸੀਰੀਅਸ ਸਰਵਾਈਵਲ ਦੇ ਇਸ਼ੂ ਹੋਣ, ਉੱਥੇ ਕਿਆ ਮੋਰੈਲਿਟੀ ਜਿਹੜੀ ਹੈ ਉਹ ਉਹਦੀ ਕੋਈ ਵੈਲਿਊ ਰਹਿ ਜਾਂਦੀ ਹੈ? ਇਹ ਇੱਕ ਬੁਨਿਆਦੀ ਸਵਾਲ ਸੀ ਜਿਹੜਾ ਉਸ ਵੇਲੇ ਮੇਰੇ ਸਾਹਮਣੇ ਖਲੋਤਾ। ਫਿਰ ਹੁਣ ਉਹਨੂੰ ਐਕਸਪੈਂਡ ਕਰਨਾ ਸੀ ਪੂਰੀ ਸੁਸਾਇਟੀ ਦੇ ਲਈ ਮੀਨਿੰਗਫੁਲ। ਇੱਕ ਅਸੀਂ ਨਿਊਜ਼ਪੇਪਰ ਦੀ ਰਿਪੋਰਟ ਤੇ ਨਹੀਂ ਬਣਾ ਰਹੇ ਸਾਂ, ਸੋ ਅਸੀਂ ਫਿਰ ਉਹਦੇ ਬਾਰੇ 'ਚ ਹੋਰ ਸੋਚਿਆ। ਉੱਥੇ ਫਿਰ ਇੱਕ ਪਿੰਡ ਆ ਗਿਆ, ਸੁੱਕਾ ਪਿੰਡ। ਉਸ ਪਿੰਡ ਦੇ ਵਿੱਚ ਫਿਰ ਹੋਰ ਕੈਰੈਕਟਰਸ ਵੀ ਆ ਗਏ, ਇੱਕ ਚੂੜੀਆਂ ਵਾਲੀ ਰੇਸ਼ਮਾ ਵੀ ਆ ਗਈ, ਤੇ ਚੇਲੇ ਆ ਗਏ, ਤੇ ਇੱਕ ਪੀਰ ਆ ਗਿਆ ਜਿਹਨੇ ਕਿ ਮਿੱਠੇ ਪਾਣੀ ਦਾ ਖੂਹ ਦੇ ਉੱਤੇ ਮੱਲ ਮਾਰੀ ਹੋਈ ਸੀ, ਤੇ ਉਹ ਕਹਿ ਰਿਹਾ ਸੀ ਕਿ ਚਸ਼ਮਾ ਜਿਹੜਾ ਕਿ ਇਹ ਤੇ ਬਰਕਤ ਵਾਲਾ ਪਾਣੀ ਹੈ ਔਰ ਇਹਦੇ ਤੇ ਨਜ਼ਰਾਨਾ ਦਿਓਗੇ ਤੇ ਮਿਲੇਗਾ। ਤੇ
ਇੱਕ ਪੂਰਾ ਸੁਸਾਇਟੀ ਦਾ ਜਿਹੜਾ ਮਾਈਕਰੋਕਾਜ਼ਮ ਜਾਂ ਇੱਕ ਛੋਟਾ ਜਿਹਾ ਇਹਨੂੰ ਸਮਝ ਲਓ ਸਟੇਜ ਦੇ ਉੱਤੇ ਜਿਹੜਾ ਅਸੀਂ ਸੁੱਕਾ ਪਿੰਡ ਯੂਨੀਵਰਸ ਕ੍ਰੀਏਟ ਕੀਤੀ ਤੇ ਉਹਦੇ ਵਿੱਚ ਫਿਰ ਅਸੀਂ ਖੇਡਣ ਦਾ ਸਾਨੂੰ ਮਾਰਜਨ ਹੁਣ ਮਿਲਿਆ ਇੱਕ ਪਲੇਅਰ ਰਾਈਟ ਨੂੰ। ਉਹ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਕਿ ਆਈਡੀਆਜ਼ ਦੀ ਜਾਂ ਅਵੇਅਰਨੈਸ ਦੀ, ਉਹ ਫਿਰ ਮੈਂ ਆਪਣੇ ਜਿਹੜਾ ਇੱਕ ਏਜੰਟ ਉਹਦੇ ਵਿੱਚ ਮੈਂ ਪਾਇਆ, ਇੱਕ ਪਲੇਅਰ ਰਾਈਟ ਦਾ ਏਜੰਟ ਜਿਹੜਾ ਉਹਦੀ ਸੋਚ ਨੂੰ ਰਿਪਰੈਜ਼ੈਂਟ ਕਰਦਾ ਸੀ। ਕਾਲੇ ਕੱਪੜਿਆਂ ਵਾਲਾ ਇੱਕ ਆਦਮੀ ਜਿਹਦੇ ਉੱਤੇ ਨਾਂ ਹੈ ਕਾਲਾ ਮੇਡਾ ਭੇਸ, ਤੇ ਉਹ ਇੱਕ ਉੱਥੇ ਇਨਸਟੀਗੇਟ ਕਰਦਾ ਹੈ, ਟ੍ਰਿਗਰ ਕਰਦਾ ਹੈ ਲੋਕਾਂ ਦੇ ਵਿੱਚ ਕੌਨਫਲਿਕਟ ਨੂੰ ਔਰ ਅਵੇਅਰਨੈਸ ਨੂੰ, ਔਰ ਆਪਣੀ ਉਹਦੀ ਮਿਸਟਰੀ ਵੀ ਹੈ। ਉਹ ਜਿਹੜਾ ਜਾਸੂਸੀ ਨਾਵਲਾਂ ਵਾਲੀ ਕਹਾਣੀ ਵੀ ਆ ਗਈ ਕਿ ਉਹ ਮਿਸਟਰੀ ਹੈ, ਕੌਣ ਹੈ, ਕਿੱਥੋਂ ਆਇਆ, ਕਿਸੇ ਦਾ ਏਜੰਟ ਹੈ, ਕੋਈ ਕਤਲ ਕਰਕੇ ਨੱਸਿਆ ਹੈ ਜਾਂ ਕੋਈ ਹੋਰ ਉਹਦਾ ਏਜੰਡਾ ਹੈ। ਉਹ ਸਾਰੇ ਸਾਡੀ ਸੁਸਾਇਟੀ ਦੇ ਜਿਹੜੇ ਕੌਨਫਲਿਕਟ ਔਰ ਕੰਟਰਾਡਿਕਸ਼ਨਸ ਨੇ ਉਹ ਵੀ ਵਿੱਚ ਆ ਗਈਆਂ, ਔਰ ਉਹਨੂੰ ਫਿਰ ਅਸੀਂ ਸਜਾਣਾ ਸੀ। ਤੇ ਸਜਾਉਣ ਲਈ ਫਿਰ ਅਸੀਂ ਉਹਨੂੰ ਪਲੇਸ ਕੀਤਾ ਚੋਲਸਤਾਨ ਦੇ ਵਿੱਚ, ਸਾਊਥ ਪੰਜਾਬ ਦੇ ਵਿੱਚ, ਜਿਹੜਾ ਸਾਡਾ ਸਰਾਇਕੀ ਏਰੀਆ ਜਿਹਨੂੰ ਕਹਿੰਦੇ ਨੇ। ਉਹ ਕਿਉਂ ਕੀਤਾ? ਇੱਕ ਤੇ ਉੱਥੋਂ ਦੀ ਬੋਲੀ ਬੜੀ ਮਿੱਠੀ, ਜਿਹੜੀ ਪੰਜਾਬੀ ਦਾ ਜਿਹੜਾ ਸਰਾਇਕੀ ਅੰਗ ਹੈ। ਫਿਰ ਉੱਥੋਂ ਦਾ ਮਿਊਜ਼ਿਕ ਬਹੁਤ, ਫੋਕ ਜਿਹੜੇ ਲੋਕ ਗੀਤ ਨੇ ਉਹ ਬੜੇ ਹੀ ਮਤਲਬ ਦਿਲ ਨੂੰ ਵਿੱਚ ਖੁੱਭ ਜਾਣ ਵਾਲੇ ਨੇ। ਫਿਰ ਉਹਨਾਂ ਦਾ ਕਾਸਟਿਊਮਸ ਬੜੇ ਅੱਛੇ ਨੇ, ਉਹ ਜਿਸ ਤਰ੍ਹਾਂ ਤੁਹਾਡੇ ਰਾਜਸਥਾਨੀ ਹੁੰਦੇ ਨੇ, ਉਹ ਕਾਗਰੇ ਔਰ ਕਲਰਫੁੱਲ ਔਰ ਨਾਲ ਚੂੜੀਆਂ ਤੇ ਕੜੇ। ਤੇ ਉਹ ਥੀਏਟਰ ਦੀ ਖੂਬਸੂਰਤੀ ਲਈ ਜੇ ਉਹਨੂੰ ਅਸੀਂ ਇੱਕ ਬਿਲਕੁਲ ਹੀ ਸੁੱਕੇ ਪਿੰਡ ਵਿੱਚ ਪਾ ਦਈਏ ਤੇ ਉੱਥੇ ਆਪਣਾ ਮਰਦ ਵੀ ਸੁੱਕੇ ਤੇ ਔਰਤਾਂ ਵੀ ਸੁੱਕੀਆਂ ਔਰ ਉਹਨਾਂ ਦੇ ਕਾਸਟਿਊਮ ਵੀ ਸੁੱਕੇ ਔਰ ਉਹਨਾਂ ਦੇ ਗੀਤ ਵੀ ਸੁੱਕੇ, ਤੇ ਫਿਰ ਉਹਦੀ ਬਜਾਏ ਅਸੀਂ ਇੱਕ ਡਾਕੂਮੈਂਟਰੀ ਨਾ ਬਣਾ ਦਈਏ। ਸੋ ਉਹਨੂੰ ਸਜਾਉਣ ਲਈ ਫਿਰ ਅਸੀਂ ਉਹਦੇ ਵਿੱਚ ਸਰਾਇਕੀ ਗੀਤ ਪਾਏ, ਸਰਾਇਕੀ ਕਾਸਟਿਊਮ ਯੂਜ਼ ਕੀਤੇ, ਚੋਲਸਤਾਨੀ ਕਾਸਟਿਊਮ ਯੂਜ਼ ਕੀਤੇ, ਔਰ ਉਹਨੂੰ ਇੱਕ ਜ਼ਿਆਦਾ ਉਹਦੇ ਵਿੱਚ ਰਚਾਓ ਪੈਦਾ ਕੀਤਾ ਤੇ ਜ਼ਿਆਦਾ ਇੱਕ ਖੂਬਸੂਰਤੀ ਪੈਦਾ ਕੀਤੀ, ਜਿਹੜਾ ਫਿਰ ਉਹੀ ਕਹਾਣੀ ਉਹੀ ਸੀ, ਲੇਕਿਨ ਉਸ ਕਹਾਣੀ ਦੇ ਵਿੱਚ ਇੰਨੀ ਕੁ ਲੋਕਾਂ ਨੂੰ ਉਹਦੇ ਵਿੱਚ ਆਪਣਾ ਕਲਚਰ ਵੀ ਨਜ਼ਰ ਆਇਆ ਔਰ ਐਂਟਰਟੇਨਮੈਂਟ ਵੀ ਇੱਕ ਇਨ ਵੇ ਨਜ਼ਰ ਆਈ। ਤੇ ਉਹਦਾ ਇਹ ਹਾਲ ਸੀ ਕਿ ਉਹ ਡਰਾਮਾ ਜਦੋਂ ਅਸੀਂ ਲੈ ਕੇ ਗਏ ਆ ਮਿਡ 90s ਵਿੱਚ, ਮੇਰਾ ਖਿਆਲ ਹੈ ਤੇ ਇੰਡੀਆ ਲੈ ਕੇ ਗਏ, ਉਦੋਂ ਗੁਜਰਾਲ ਸਾਹਿਬ ਪ੍ਰਾਈਮ ਮਿਨਿਸਟਰ ਸੀ। ਤੇ ਅਸੀਂ ਉਹ ਕਲਕੱਤਾ ਜਾ ਕੇ ਤੇ ਫਿਰ ਦਿੱਲੀ 'ਚ ਇੱਕ ਪਰਫਾਰਮੈਂਸ ਕੀਤੀ, ਤੇ ਉਹ ਸਾਡੇ ਕੋਲ ਆ ਗਏ ਕੁਛ ਬੜੇ ICCR ਦੇ ਜਿਹੜੇ ਕੋਈ ਪ੍ਰਧਾਨ ਸੀ। ਉਹਨਾਂ ਨੇ ਕਿਹਾ ਕਿ ਇਹ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੇਖਣਾ ਚਾਹੁੰਦੇ ਨੇ ਡਰਾਮਾ। ਅਸੀਂ ਹੈਰਾਨ ਪਰੇਸ਼ਾਨ ਕਿ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿੱਥੋਂ ਇਹਦੇ ਵਿੱਚ ਦਿਲਚਸਪੀ ਜਾਂ ਦੀ ਖਬਰ ਮਿਲ ਗਈ। ਤੇ ਉਹ ਉਹਨਾਂ ਨੇ ਕਿਹਾ ਜੀ ਇਹ ਤੇ ਤੁਹਾਡੇ ਲਈ ਤੇ ਅਸੀਂ ਜਿਹੜੀ ਤੁਹਾਡੀ ਆਮ ਪਰਫਾਰਮੈਂਸ ਹੈ ਉਹਦੇ ਵਿੱਚ ਆ ਨਹੀਂ ਸਕਦੇ, ਅਸੀਂ ਅਰੇਂਜ ਕਰਾਂਗੇ ਕਿ ਠੀਕ ਹੈ ਤੁਹਾਡੀ ਆਡੀਅנס ਵੀ ਆਏ, ਲੇਕਿਨ ਥੋੜਾ ਜਿਹਾ ਦੀ ਵੈਟਿੰਗ ਕਰਕੇ ਤੇ ਉਹ ਤੁਸੀਂ ਆਜ਼ਾਦ ਭਵਨ ਵਿੱਚ ਫਿਰ ਉਹ ਅਸੀਂ ਇੱਕ ਸਪੈਸ਼ਲ ਸ਼ੋਅ ਕੀਤਾ, ਜਿਹਦੇ ਵਿੱਚ ਕਾਫੀ ਐਲੀਟ ਔਰ ਡਿਪਲੋਮੈਟ ਔਰ ਬਿਊਰੋਕਰੇਟ ਔਰ ਪੋਲੀਟੀਕਲ ਲੋग ਆਏ ਔਰ ਆਮ ਲੋग ਵੀ ਆਏ, ਔਰ ਉਹਨਾਂ ਨੇ ਆ ਕੇ ਪਲੇ ਦੇਖਿਆ। ਔਰ ਉਹਦੇ ਬਾਅਦ ਗੁਜਰਾਲ ਸਾਹਿਬ ਸਟੇਜ ਤੇ ਚੜ ਗਏ ਔਰ ਇੱਕ ਸਾਡੇ ਜਿਹੜੇ ਆਰਟਿਸਟ ਸੀ ਉਹਨੂੰ ਮਿਲੇ ਔਰ ਉਹਨੂੰ ਪਿਆਰ ਕੀਤਾ, ਔਰ ਪਤਾ ਚੱਲਿਆ ਕਿ ਉਹ ਚੁੱਕੇ ਪਾਕਿਸਤਾਨੀ ਪੰਜਾਬ ਤੋਂ ਉਹਨਾਂ ਦਾ ਓਰੀਜਨ ਸੀ ਤੇ ਜੇਹਲਮ ਦੇ ਕਰੀਬ ਮੇਰੇ ਖਿਆਲ ਕਿਸੇ ਗਾਉਂ ਤੇ ਉਹ ਸਾਡੀ ਇੱਕ ਜਿਹੜੀ ਐਕਟਰੈਸ ਸੀ ਉਹ ਉਸੇ ਪਿੰਡ ਦੀ ਨਿਕਲ ਆਈ, ਤੇ ਉਹ ਬੜੇ ਹੀ ਖੁਸ਼ ਹੋਏ ਔਰ ਉਹ ਬੜਾ ਫਿਰ that became a big news। ਤੇ ਇੱਕ ਸੋਚੋ ਕਿ ਇੱਕ ਉਹ ਜਿਹੜੀ ਅਮਰਕੋਟ ਦੀ 4 ਲਾਈਨਾਂ ਦੀ ਖਬਰ ਤੋਂ ਸਫ਼ਰ ਕਰਕੇ ਉਹ ਕਿੱਥੇ ਤੱਕ ਪਹੁੰਚੀ, ਔਰ ਇੱਕ ਐਡੀ ਵੱਡੀ ਹਸਤੀ ਨੇ ਉਸ ਡਰਾਮੇ ਨੂੰ ਐਪਰੀਸ਼ੀਏਟ ਕੀਤਾ ਔਰ ਉਹਦੇ ਨਾਲ ਰਿਲੇਟ ਕੀਤਾ। ਤੇ ਇਹ ਮਤਲਬ ਹੈ ਮੈਂ ਸਮਝਣਾ ਕਿ ਸਾਨੂੰ ਕਿਸੇ ਵੀ ਸਟੋਰੀ ਨੂੰ ਜਾਂ ਸੋਰਸ ਜਿਹੜਾ ਸਟੋਰੀ ਦਾ ਉਹਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਵੱਡਾ ਡਰਾਮਾ ਕਿਧਰੇ ਵੀ ਛੁਪਿਆ ਹੋ ਸਕਦਾ ਹੈ, ਉਹ ਤੁਸੀਂ ਬਸ ਦੇਖਣ ਵਾਲੀ ਨਜ਼ਰ ਜਿਸ ਤਰ੍ਹਾਂ ਉਹ ਨਹੀਂ ਹੁੰਦੀ, ਜਿਊਲਰ ਦੀ ਨਜ਼ਰ ਹੁੰਦੀ ਹੈ, ਉਹ ਫਿਰ ਪਛਾਣ ਜਾਂਦੇ ਨੇ ਕਿ ਕੀਮਤੀ ਪੱਥਰ ਭਾਵੇਂ ਮਿੱਟੀ ਦੇ ਵਿੱਚ ਹੋਏ ਤੇ ਭਾਵੇਂ ਚਿੱਕੜ ਵਿੱਚ ਹੋਏ ਉੱਥੋਂ ਕੱਢ ਕੇ ਲਿਆਂਦਾ। ਬਿਲਕੁਲ ਜੀ ਬਿਲਕੁਲ। ਇਹ ਤੁਸੀਂ ਸੱਚਮੁੱਚ
ਪੱਥਰ ਵੀ ਪਛਾਣਦੇ ਹੋ ਤੇ ਹੀਰਾ ਵੀ ਪਛਾਣਦੇ ਹੋ। ਇਸ ਵੇਲੇ ਸਾਨੂੰ ਬਹੁਤ ਸਾਰੇ ਦੋਸਤ ਦੇਖ ਰਹੇ ਨੇ, ਸੁਣ ਰਹੇ ਨੇ। ਹਰਮਨਪਾਲ ਜੀ ਸਾਡੇ ਨਾਲ ਬਣੇ ਹੋਏ ਨੇ, ਹਰਮੀਤ ਸਿੰਘ ਜੀ ਸਾਡੇ ਨਾਲ ਨੇ, ਔਰ ਪ੍ਰਦੀਪ ਗੋਸਵਾਮੀ, ਗੁਲਸ਼ਨ ਵੀਰ ਬਰਾਇਆ, ਇਹ ਬਹੁਤ ਸਾਰੇ ਲੋਕ ਨੇ। ਮੈਂ ਤੁਹਾਨੂੰ ਸ਼ਾਹਿਦ ਜੀ ਇੱਕ ਦਿਲਚਸਪ ਸਵਾਲ ਇਹ ਵੀ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਨੌਜਵਾਨ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਹਰ ਬੰਦੇ ਦੇ ਅੰਦਰ ਬਹੁਤ ਸਾਰੇ ਖੁਆਬ ਵੀ ਗੂੰਜਦੇ ਨੇ, ਉਹਨਾਂ ਸੁਪਨਿਆਂ ਦੀ ਦੁਨੀਆ ਦੇ ਵਿੱਚ ਵਿਚਰਦੇ ਹੋਏ ਤੁਸੀਂ ਸਟੂਡੈਂਟ ਲੀਡਰ ਦੇ ਤੌਰ ਤੇ ਵੀ ਕੰਮ ਕੀਤਾ ਤੇ ਫਿਰ ਤੁਸੀਂ PTV ਜੁਆਇਨ ਕੀਤਾ। PTV ਦੇ ਵਿੱਚ ਜਾ ਕੇ ਵੀ ਤੁਸੀਂ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਟ੍ਰੇਡ ਯੂਨੀਅਨ ਨਾਲ ਜੁੜੇ ਰਹੇ, ਪਰ ਉਸ ਤੋਂ ਵੀ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਤੁਸੀਂ ਬਹੁਤ ਸਾਰੇ ਉੱਥੇ ਆਪਣੀਆਂ ਪ੍ਰੋਡਕਸ਼ਨਸ ਕੀਤੀਆਂ ਤੇ ਇੱਕ ਪ੍ਰੋਡਕਸ਼ਨ ਐਸੀ ਵੀ ਸੀ ਜਿਹਦੇ ਵਿੱਚ ਲਾਲ ਮਾਰਕਰ ਹੀ ਮੰਗ ਲਿਆ ਗਿਆ ਤਾਂ ਸੈਂਸਰ ਬੋਰਡ ਨੂੰ ਲੱਗਿਆ ਕਿ ਹਾਏ, ਲਾਲ ਮਾਰਕਰ ਮੰਗਣ ਵਾਲਾ ਇਹ ਕੌਣ ਆ ਗਿਆ ਸਾਡੇ PTV ਦੇ ਉੱਤੇ। ਮੈਂ ਚਾਹਾਂਗਾ ਕਿ ਉਸ PTV ਦੇ ਦਿਨਾਂ ਦਾ ਥੋੜਾ ਜਿਹਾ ਤਜਰਬਾ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਚਲੋ ਜੀ, PTV ਔਰ ਦੂਰਦਰਸ਼ਨ ਤੇ ਆਪਣਾ ਕਹਿ ਲਓ ਕਿ ਚੈਨਲ ਬਦਲ ਭੈਣਾਂ ਨੇ। ਉਹਨਾਂ ਦਾ ਉਸ ਜ਼ਮਾਨੇ 'ਚ ਕਮ ਸੇ ਕਮ ਇਹੋ ਹੀ ਰਵੱਈਆ ਸੀ, ਕਿਉਂਕਿ ਉਹ ਅੰਡਰ ਦਾ ਗਵਰਨਮੈਂਟ ਇੰਸਟਰਕਸ਼ਨਸ ਉਹ ਚੱਲਦੀਆਂ ਸੀ। ਤੇ ਹਾਲਾਂਕਿ ਜਿਹੜੀ PTV ਸੀ ਉਹ ਤੇ ਇੱਕ ਸੈਮੀ ਇੰਡੀਪੈਂਡੈਂਟ ਕਾਰਪੋਰੇਸ਼ਨ ਸੀ ਔਰ ਹੈ। ਤੇ ਉਹਦੇ ਵਿੱਚ ਜਿਸ ਜ਼ਮਾਨੇ 'ਚ ਮੈਂ ਜੁਆਇਨ ਕੀਤਾ ਸੀ ਉਦੋਂ PTV ਇੱਕ ਬੜੀ ਖਾਸ ਚੀਜ਼ ਸੀ, ਨਵਾਂ ਇੱਕ ਇੰਸਟੀਟਿਊਸ਼ਨ ਸੀ ਰੇਡੀਓ ਔਰ ਫਿਲਮ ਸਟੇਜ ਦੇ ਬਾਅਦ। ਔਰ ਬੜੀ ਐਕਸਾਈਟਮੈਂਟ ਸੀ ਔਰ ਲੋਕ ਸਮਝਦੇ ਸੀ ਕਿ PTV ਤੇ ਇੱਕ ਰੈਵੋਲੂਸ਼ਨ ਹੈ ਕਮਿਊਨੀਕੇਸ਼ਨ ਹੀ। ਤੇ ਉਹ ਅਸੀਂ ਜੁਆਇਨ ਕੀਤਾ ਔਰ ਭੁੱਟੋ ਸਾਹਿਬ ਦਾ ਜ਼ਮਾਨਾ ਸੀ, ਸੋ ਜ਼ਰਾ ਨਿਸਬਤਨ ਆਜ਼ਾਦੀ ਸੀ ਔਰ ਇੱਕ ਪ੍ਰੋਗਰੈਸਿਵ ਥਾਟ ਸੀ। ਉਹਦੇ ਵਿੱਚ ਫਿਰ ਮੈਂ ਆਪਣਾ ਕੰਮ ਤੇ ਕਰਦਾ ਰਿਹਾ। ਉਹਦੇ ਵਿੱਚ ਐਸੀ ਕਿ ਨਿਊਜ਼ ਦੇ ਉੱਤੇ ਜ਼ਰਾ ਸਖਤੀ ਜ਼ਿਆਦਾ ਹੁੰਦੀ ਸੀ, ਲੇਕਿਨ ਐਂਟਰਟੇਨਮੈਂਟ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਈਡ ਹੁੰਦਾ ਸੀ ਉਹਦੇ ਵਿੱਚ ਕੋਈ ਐਡੀ ਜ਼ਿਆਦਾ ਰੁਕਾਵਟ ਨਹੀਂ ਹੁੰਦੀ ਸੀ ਜੀ। ਉਹ ਫਿਰ ਮੈਂ ਕੁਛ ਆਪਣੀ ਮਰਜ਼ੀ ਦੇ ਡਾਕੂਮੈਂਟਰੀਜ਼ ਕੀਤੀਆਂ, ਡਰਾਮੇ ਕੀਤੇ ਔਰ ਉਹਨਾਂ ਨੂੰ ਅਸੀਂ ਫਿਰ ਪੇਸ਼ ਵੀ ਕੀਤਾ ਔਰ ਬੜੇ ਉਹਦੇ ਵਿੱਚ ਐਡਵੈਂਚਰਸ ਵੀ ਕੀਤੇ। ਤੇ ਲੇਕਿਨ ਜਦੋਂ ਫਿਰ ਕੁਛ ਥੋੜੇ ਜਿਹੇ ਪ੍ਰੋਬਲਮਸ ਆਏ ਤੇ ਉਹ ਮੈਂ ਟ੍ਰੇਡ ਯੂਨੀਅਨ ਵੀ ਜੁਆਇਨ ਕਰ ਲਈ। ਤੇ ਮੈਂ ਮਤਲਬ ਦਿਨੇ ਟ੍ਰੇਡ ਯੂਨੀਅਨਿਜ਼ਮ ਕਰਨਾ ਸਾਂ, ਜਲਸਾ ਜਲੂਸ ਤਕਰੀਰਾਂ, ਤੇ ਸ਼ਾਮ ਔਰ ਰਾਤ ਨੂੰ ਰਿਕਾਰਡਿੰਗ ਕੀਤੀ ਤੇ ਐਡੀਟਿੰਗ ਕੀਤੀ ਤੇ ਉਹਦੇ ਬਾਅਦ ਜੇ ਟਾਈਮ ਮਿਲਿਆ ਤੇ ਥੋੜਾ ਜਿਹਾ ਸੌਂ ਲਿਆ। ਉਹ ਇੱਕ ਬੜਾ ਇੱਕ ਐਕਸਾਈਟਿੰਗ ਪੀਰੀਅਡ ਸੀ 70s ਦਾ, ਮਿਡ 70s ਦਾ। ਤੇ ਲੇਕਿਨ ਉਹ ਅਨਫੋਰਚੂਨੇਟਲੀ ਜਿਹਨੂੰ ਕਹਿੰਦੇ ਨਾ ਟੂ ਗੁੱਡ ਟੂ ਬੀ ਟਰੂ, ਉਹ ਬਹੁਤ ਜਲਦੀ ਇਹ ਜਿਹੜੀ ਇੱਕ ਸੀ ਐਕਸਪੈਰੀਮੈਂਟ ਇਨ ਡੈਮੋਕ੍ਰੇਸੀ ਉਹ ਫੇਲ ਹੋ ਗਿਆ ਤੇ ਮਾਰਸ਼ਲ ਲਾ ਲੱਗ ਗਿਆ। ਤੇ ਉਹਦੇ ਬਾਅਦ ਫਿਰ ਸਾਨੂੰ ਵੀ ਕੱਢ ਦਿੱਤਾ ਗਿਆ, ਜੇਲ੍ਹਾਂ 'ਚ ਪਾਤਾ ਗਿਆ, ਫਿਰ ਜੇਲ੍ਹਾਂ ਤੋਂ ਐਗਜ਼ਾਈਲ ਹੀ ਚਲੇ ਗਏ। ਫਿਰ ਜਦੋਂ ਮੈਂ ਵਾਪਸ ਆਇਆ ਕੋਈ 11 ਸਾਲਾਂ ਬਾਅਦ, ਤੇ ਉਦੋਂ ਫਿਰ ਬੇਨਜ਼ੀਰ ਦੀ ਪਹਿਲੀ ਹਕੂਮਤ ਆਈ, ਬੇਨਜ਼ੀਰ ਭੁੱਟੋ ਦੀ, ਔਰ ਦੁਬਾਰਾ ਫਿਰ ਮੈਂ PTV ਜੁਆਇਨ ਕੀਤਾ। ਫਿਰ ਮੈਂ ਕੁਛ ਫਿਰ ਥੋੜੀ ਜਿਹੀ ਆਜ਼ਾਦੀ ਮਿਲੀ ਔਰ ਮੈਂ ਐਸੇ ਡਰਾਮੇ ਲਿਖੇ ਜਿਨ੍ਹਾਂ ਦੀ ਇੱਕ ਸੋਸ਼ਲ ਜਿਹੜੀ ਹੈ ਸੀ ਸਿਗਨੀਫਿਕੈਂਸ ਹੁੰਦੀ ਸੀ, ਕੋਈ ਮੈਸੇਜ ਹੁੰਦਾ ਸੀ ਔਰ ਨਾਲ ਉਹਦੇ ਐਂਟਰਟੇਨਮੈਂਟ ਹੁੰਦੀ ਸੀ। ਤੇ ਉਸੇ ਜ਼ਮਾਨੇ 'ਚ ਉਸ ਤੋਂ ਜ਼ਰਾ ਕੁਛ ਪਹਿਲੇ ਹਾਲੀ ਜਦੋਂ ਕੇਅਰ ਟੇਕਰ ਗਵਰਨਮੈਂਟ ਸੀ ਤੇ ਉਦੋਂ ਇਹ ਪੀਰੀਅਡ ਆਇਆ ਐਂਡ ਆਫ 80s ਵਿੱਚ ਕਿ ਜਿਹਦੇ 'ਚ ਇੱਕ ਮੇਰਾ ਸੀਰੀਅਲ ਸੀ ਨੀਲੇ ਹਾਥ, ਵਿਮਨ ਪ੍ਰਿਜ਼ਨ ਦੀ ਕਹਾਣੀ ਸੀ। ਤੇ ਉਹ ਮੈਂ ਖੁਦ ਵੀ ਕਿਉਂਕਿ ਜੇਲ੍ਹ ਦਾ ਇੱਕ ਤਜਰਬਾ ਸੀ ਤੇ ਉਹਨੂੰ ਮੈਂ ਫਿਰ ਇੱਕ ਔਰਤਾਂ ਦੇ ਪ੍ਰਿਜ਼ਨ ਵਿੱਚ ਉਹਦੀ ਸਟੋਰੀ ਪਲੇਸ ਕਰਕੇ ਕੀਤਾ। ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਆਉਂਦੇ ਸੀ ਕਿ ਨੀਲਾ ਕਿ ਲਾਲ ਮਾਰਕਰ ਜਿਹੜਾ ਹੈ ਇਹਦਾ ਰੰਗ ਬਦਲੋ, ਤੇ ਜਾਂ ਫਿਰ ਇਹ ਆਉਂਦਾ ਸੀ ਕਿ ਜੀ ਕੋਈ ਅਗਰ ਸੋਹਣੀ ਮਹੀਵਾਲ ਦੀ ਕਹਾਣੀ ਹੈ ਤੇ ਸੋਹਣੀ ਨੇ ਜੇ ਚਨਾਜ ਡੁੱਬਣਾ ਹੈ ਤੇ ਉਹਦੇ ਸ਼ਾਰਟਸ ਜਿਹੜੇ ਨੇ ਉਹ ਡੁੱਬ ਕੇ ਤੇ ਫਿਰ ਤਰਨ ਦੇ, ਫਿਰ ਡੁੱਬਣ ਦੇ, ਉਹਦੇ ਦੁਪੱਟਾ ਸਿਰ ਤੋਂ ਨਹੀਂ ਹਟਣਾ ਚਾਹੀਦਾ। ਤੇ ਇਸ ਕਿਸਮ ਦੀਆਂ ਸਟੂਪਿਡ ਕਿਸਮ ਦੇ ਰਿਸਟ੍ਰਿਕਸ਼ਨਸ ਹੁੰਦੀਆਂ ਸੀ। ਲੇਕਿਨ ਹੌਲੀ ਹੌਲੀ ਚੀਜ਼ਾਂ ਇੰਪਰੂਵ ਹੋਈਆਂ ਔਰ ਉਹਦੇ ਬਾਅਦ ਕੁਝ ਫਰੀडम ਮਿਲੀ। ਫਿਰ ਮੇਰਾ ਇੱਕ ਬੜਾ ਪਪੂਲਰ ਸੀਰੀਅਲ ਸੀ ਜੰਜਾਲਪੁਰਾ,
ਜਿਹੜਾ ਕੋਈ ਫੈਮਿਲੀ ਪਲੈਨਿੰਗ ਤੋਂ ਉਹਦੀ ਥੀਮ ਸੀ ਉਹਦੇ ਮੁਤਲਕ, ਉਹ ਮਤਲਬ ਲੋਕਾਂ ਨੇ ਮਹਿਸੂਸ ਕੀਤਾ ਕਿ ਫੈਮਿਲੀ ਪਲੈਨਿੰਗ ਦੇ ਇਸ਼ੂ ਦੇ ਉੱਤੇ ਵੀ ਪ੍ਰਾਈਮ ਟਾਈਮ ਟੀਵੀ ਦੇ ਉੱਤੇ ਇੱਕ ਐਂਟਰਟੇਨਮੈਂਟ ਬੇਸਡ ਪਲੇ ਚੱਲ ਸਕਦਾ ਹੈ। ਉਹ ਚੱਲਿਆ। ਇੱਕ ਜ਼ਰਦ ਦੁਪਹਿਰ ਸੀ ਮੇਰਾ ਸੀਰੀਅਲ, ਉਹ ਬੜਾ ਪੋਲੀਟੀਕਲੀ ਬੋਲਡ ਸੀਰੀਅਲ ਸੀ। ਤੇ ਇਹੋ ਜਿਹੇ ਚੀਜ਼ਾਂ, ਯਾਨੀ ਮੈਂ ਕੁਝ ਨਾ ਕੁਝ ਆਪਣੀ ਮਰਜ਼ੀ ਨਾਲ ਕਰਦਾ ਰਿਹਾ। ਔਰ ਲੇਕਿਨ ਜਦੋਂ ਫਿਰ ਉਹ ਨਹੀਂ ਹੋਇਆ ਤੇ ਫਿਰ ਅਸੀਂ ਉਹ ਛੱਡ ਦਿੱਤਾ। ਤੇ ਜੋ ਥੀਏਟਰ ਦੀ ਆਜ਼ਾਦੀ ਹੈ, ਕਿਉਂਕਿ ਥੀਏਟਰ ਵਿੱਚ ਹੈ ਕਿ ਗਵਰਨਮੈਂਟ ਤੁਹਾਨੂੰ ਜੇ ਆਪਣੀ ਜਗ੍ਹਾ ਤੇ ਨਹੀਂ ਦਿੰਦੀ ਆਪਣਾ ਹਾਲ, ਤੇ ਤੁਸੀਂ ਲੋਨ ਵਿੱਚ ਕਰ ਲੈਂਦੇ ਹੋ। ਜੇ ਲੋਨ ਵਿੱਚ ਨਹੀਂ ਕਰ ਸਕਦੇ ਤੇ ਤੁਸੀਂ ਸੜਕ ਤੇ ਕਰ ਲੈਂਦੇ ਹੋ। ਤੇ ਇਸ ਤਰ੍ਹਾਂ ਸੇ ਉਹਦੇ ਆਪਸ਼ਨਸ ਹੁੰਦੀਆਂ ਨੇ ਥੀਏਟਰ ਦੇ ਵਿੱਚ। ਉਹ ਅਸੀਂ ਆਪਸ਼ਨਸ ਆਜ਼ਾਦੀ ਆਪਣੀ ਬਰਕਰਾਰ ਰੱਖਦੇ ਹੋਇਆ ਅਸੀਂ ਉਹ ਕਰਦੇ ਰਹੇ ਹਾਂ। ਔਰ ਸਾਡਾ ਫਿਰ ਮੁਕਾਬਲਾ ਹੁੰਦਾ ਸੀ, ਇਹ ਮੁਕਾਬਲਾ ਲੋਕ ਕਰਦੇ ਸੀ ਕਮਰਸ਼ੀਅਲ ਥੀਏਟਰ ਦੇ ਨਾਲ, ਕਿਉਂਕਿ ਕਮਰਸ਼ੀਅਲ ਥੀਏਟਰ ਜਿਹੜਾ ਹੈ ਉਹ ਇੱਕ ਖਾਸ ਯਾਨੀ ਡਿਕਟੇਟਰਸ਼ਿਪ ਦੇ ਜ਼ਮਾਨੇ 'ਚ ਪ੍ਰਮੋਟ ਕੀਤਾ ਗਿਆ ਸੀ, ਤਾਂ ਕਿ ਲੋਕਾਂ ਦਾ, ਜਿਹਨੂੰ ਸਟੀਮ ਵਾਲਵ ਕਹਿੰਦੇ ਨੇ ਨਾ, ਕਿ ਥੋੜੀ ਜਿਹੀ ਹਵਾ ਨਿਕਲਦੀ ਰਹੇ, ਬਹੁਤ ਜ਼ਿਆਦਾ ਜਮਾ ਨਾ ਹੋ ਜਾਏ ਸਟੀਮ, ਕਿ ਬਲਾਸਟ ਨਾ ਕਰ ਜਾਏ। ਉਹ ਉਹਨਾਂ ਨੇ ਕਿਹਾ ਚਲੋ ਲੋਕੀ ਇੱਥੇ ਥੀਏਟਰ ਹਾਲ ਹੀ ਚਲੇ ਜਾਣ ਤੇ ਉੱਥੇ ਜੁਗਤਬਾਜ਼ੀ ਔਰ ਕੋਈ ਲਤੀਫੇਬਾਜ਼ੀ ਜਿਹੜੀ ਹੈ ਉਹ ਸੁਣ ਲੈਣ। ਤੇ ਉਹ ਥੀਏਟਰ ਦੀ ਸ਼ਕਲ ਵਿਗਾੜਨ ਦਾ ਇੱਕ ਉਹ ਸਬਬ ਬਣਿਆ। ਔਰ ਉਹ ਫਿਰ ਇੱਕ ਐਸੀ ਟ੍ਰੈਡੀਸ਼ਨ ਚੱਲੀ ਕਿ ਉਹ ਅੱਜ ਤੱਕ ਚੱਲ ਰਹੀ ਹੈ। ਔਰ ਤੁਹਾਡੇ ਮੈਂ ਦਿੱਲੀ 'ਚ ਵੀ ਵੇਖਿਆ ਕਿ ਇੱਕ ਜ਼ਮਾਨਾ ਸੀ ਜਦੋਂ ਉਹ ਇਸ ਕਿਸਮ ਦਾ ਥੀਏਟਰ ਚੱਲਦਾ ਸੀ। ਤੇ ਉਹ ਅਸੀਂ ਫਿਰ ਉਹ ਵੀ ਸਾਡੇ ਸਾਹਮਣੇ ਸੀ। ਔਰ ਦੂਜੇ ਪਾਸੇ ਇੱਕ ਉਹ ਤੇ ਖੈਰ ਖਤਮ ਹੋ ਗਿਆ ਸੀ, ਪ੍ਰੋਪੇਗੈਂਡਿਸਟ ਥੀਏਟਰ, ਐਜਿਟ ਪ੍ਰੋਪ ਥੀਏਟਰ ਜਿਹਨੂੰ ਕਹਿੰਦੇ ਨੇ, ਜਿਹਦੇ ਵਿੱਚ ਤੁਸੀਂ ਸਿਰਫ ਇੱਕ ਆਪਣੀ ਆਈਡੀਓਲੋਜੀ ਦੀ ਪ੍ਰਮੋਸ਼ਨ ਲਈ ਥੀਏਟਰ ਦਾ ਪਲੇਟਫਾਰਮ ਜਾਂ ਸਟੇਜ ਦਾ ਪਲੇਟਫਾਰਮ ਯੂਜ਼ ਕਰਦੇ ਹੋ। ਅਸੀਂ ਉਹਦੇ ਦਰਮਿਆਨ ਵਿੱਚ ਆਪਣੇ ਆਪ ਨੂੰ ਪਲੇਸ ਕੀਤਾ ਸੀ। ਤੇ ਉਹਦੇ ਵਿੱਚ ਫਾਇਦਾ ਇਹ ਸੀ ਕਿ ਅਸੀਂ ਜਿਹੜਾ ਇੱਕ ਸੈਂਸਰਸ਼ਿਪ ਰਜੀਮ ਸੀ, ਉਸ ਤੋਂ ਵੀ ਅਸੀਂ ਨਿਸਬਤਨ ਆਜ਼ਾਦ ਰਹਿੰਦੇ ਸਾਂ। ਔਰ ਦੂਜੇ ਪਾਸੇ ਇਹ ਵੀ ਸੀ ਕਿ ਅਸੀਂ ਸਾਡੇ ਕੋਲ ਜ਼ਿਆਦਾ ਇੱਕ ਫਰੀडम ਹੁੰਦੀ ਸੀ ਐਕਸਪੈਰੀਮੈਂਟ ਕਰਨ ਲਈ। ਔਰ ਅਸੀਂ ਕਮਰਸ਼ੀਅਲ ਪ੍ਰੈਸ਼ਰ ਜਿਹੜੇ ਨੇ ਉਹਨਾਂ ਦੇ ਅਸੀਂ ਸ਼ਿਕਾਰ ਨਹੀਂ ਹੁੰਦੇ ਸਾਂ। ਤੇ ਉਹ ਫਿਰ ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਮੇਨਟੇਨ ਕੀਤਾ ਕਿ ਅਸੀਂ ਪ੍ਰਾਈਸ ਪੇ ਕਰਨੀ ਪੈਂਦੀ ਹੈ, ਕਿ ਤੁਸੀਂ ਜਦੋਂ ਕਹਿੰਦੇ ਹੋ ਕਿ ਅਸੀਂ ਕਮਰਸ਼ੀਅਲ ਜਿਹੜੀ ਕੰਸੀਡਰੇਸ਼ਨ ਨੇ ਉਹਨਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਤੇ ਫਿਰ ਤੁਹਾਡੇ ਕੋਲ ਰਿਸੋਰਸਿਸ ਦਾ ਇਸ਼ੂ ਤੇ ਫਿਰ ਆ ਜਾਂਦਾ। ਤੇ ਉਹ ਤੇ ਆਪਣੀ ਜਗ੍ਹਾ ਤੇ, ਲੇਕਿਨ ਇਹ ਕਿ ਉਹਦਾ ਬੈਨੀਫਿਟ ਵੀ ਸੀ ਕਿ ਤੁਹਾਡੇ ਕੋਲ ਆਪਣੀ ਆਜ਼ਾਦੀ ਵੀ ਹੁੰਦੀ ਹੈ, ਔਰ ਤੁਸੀਂ ਫਿਰ ਆਪਣੇ ਟਰਮਸ ਦੇ ਉੱਤੇ ਥੀਏਟਰ ਪੇਸ਼ ਕਰਦੇ ਹੋ। ਵੀਨਾ ਅਰੋੜਾ ਜੀ ਕਮਰਸ਼ੀਅਲ ਥੀਏਟਰ ਬਾਰੇ ਹੀ ਸਵਾਲ ਜੀ ਕਰ ਰਹੇ ਸੀ, ਤੇ ਬਾਈ ਜੀ। ਚਾਂਸ ਜਦੋਂ ਉਹਨਾਂ ਦਾ ਸਵਾਲ ਆਇਆ ਉਦੋਂ ਤੁਸੀਂ ਉਹ ਮੈਂ ਇਸੇ ਹੀ ਮਸਲੇ ਨੂੰ ਮੁਖਾਤਬ ਹੋ ਰਹੇ ਜੀ ਨਾ, ਸੀ। ਸਾਡੀ ਇੱਕ ਹੈ ਸਪਿਰਿਚੁਅਲ ਕਮਿਊਨੀਕੇਸ਼ਨ ਹੈ, ਤੇ ਉਹ ਮੈਨੂੰ ਪਹੁੰਚ ਗਈ ਸੀ। ਹਾਂਜੀ ਬਿਲਕੁਲ ਜੀ। ਤੇ ਕੁਝ ਹੋਰ ਦੋਸਤ ਵੀ ਸਾਨੂੰ ਦੇਖ ਰਹੇ ਨੇ, ਬਲਦੇਵ ਸਿੰਘ ਜੀ ਦੇਖ ਰਹੇ ਨੇ, ਸ਼ੰਕਰ ਗੁਪਤਾ ਜੀ ਦੇਖ ਰਹੇ ਨੇ, ਸਾਹਿਬ ਸਿੰਘ ਜੀ ਨੇ ਵੀ ਥੀਏਟਰ ਤੇ ਟੀਵੀ ਦੇ ਦੋਨਾਂ ਚੀਜ਼ਾਂ ਬਾਰੇ ਤੁਹਾਨੂੰ ਸਵਾਲ ਕੀਤਾ ਸੀ, ਉਹਦਾ ਵੀ ਤੁਸੀਂ ਇੱਕ ਤਰ੍ਹਾਂ ਨਾਲ ਜਵਾਬ ਦੇ ਹੀ ਚੁੱਕੇ ਹੋ। ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ, ਕਿਉਂਕਿ ਉਹ ਸਵਾਲ ਬੇਸ਼ੱਕ ਉਹ ਪੋਲੀਟੀਕਲ ਹੈ, ਪਰ ਉਹ ਥੋੜਾ ਜਿਹਾ ਇਸ ਤਰੀਕੇ ਦਾ ਸਵਾਲ ਹੈ ਕਿ ਜਦੋਂ ਤੁਸੀਂ ਭੁੱਟੋ ਸਾਹਿਬ ਦਾ ਜ਼ਮਾਨਾ ਸੀ, ਤਾਂ ਮੇਰਾ ਖਿਆਲ ਤੁਸੀਂ ਉਸ ਵੇਲੇ ਉਹਨਾਂ ਉਮੀਦਾਂ ਨਾਲ ਬਹੁਤ ਜ਼ਿਆਦਾ ਵਾਬਸਤਾ ਹੋ ਗਏ ਸੀ। ਸ਼ਾਇਦ ਲੱਗਣ ਲੱਗ ਗਿਆ ਸੀ ਕਿ ਜੇ ਲੈਫਟ ਦਾ ਇਨਕਲਾਬ ਨਹੀਂ ਤੇ ਘੱਟੋ ਘੱਟ ਇੱਕ ਡੈਮੋਕ੍ਰੈਟਿਕ ਇਨਕਲਾਬ ਤਾਂ ਸਾਡੇ ਮੁਲਕ ਦੇ ਵਿੱਚ ਆ ਹੀ ਰਿਹਾ। ਜਦੋਂ ਉਹ ਉਮੀਦਾਂ ਟੁੱਟੀਆਂ, ਕੀ ਉਹਨਾਂ ਉਮੀਦਾਂ ਦਾ ਟੁੱਟਣਾ ਵੀ ਸੀ ਕਿ ਤੁਸੀਂ ਆਜ਼ਾਦੀ ਵਾਲੇ ਥੀਏਟਰ ਨੂੰ, ਜਿੱਥੇ ਪੂਰੀ ਆਜ਼ਾਦੀ ਆਪਣੀ ਗੱਲ ਕਹਿਣ ਦੀ, ਉਸ ਥੀਏਟਰ ਵੱਲ ਚਲੇ ਗਏ? ਹਾਂ, ਇਹ ਵੀ ਗੱਲ ਹੈ ਕਿ ਜਦੋਂ ਭੁੱਟੋ ਸਾਹਿਬ ਦਾ ਪੀਰੀਅਡ ਸੀ, ਤੇ ਜਿਹੜੀ ਡੈਮੋਕ੍ਰੇਸੀ ਦੇ ਫਾਇਦੇ ਵੀ ਹੁੰਦੇ ਨੇ ਕਿ ਉਹ ਐਸੇ ਲੋਕ ਜਿਹੜੇ ਵੈਸੇ ਜ਼ਿਆਦਾ ਸ਼ਾਇਦ ਰੈਡੀਕਲਾਈਜ਼ ਹੋ ਜਾਣ ਲੈਫਟ ਵੱਲ ਜਾਂ ਰਾਈਟ ਵੱਲ, ਲੇਕਿਨ ਜਦੋਂ ਜਮਹੂਰੀਅਤ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਦਾ ਹੈ ਤੇ ਉਹ ਕੁਝ ਨਾ ਕੁਝ ਆਪਣੀ ਗੱਲ ਜਿਹੜੀ ਹੈ ਉਹ ਮੇਨ ਸਟ੍ਰੀਮ ਪਲੇਟਫਾਰਮਸ ਤੋਂ ਵੀ ਕਰ ਸਕਦੇ ਨੇ। ਤੇ ਉਹ ਅਸੀਂ ਕਰਦੇ ਰਹੇ। ਔਰ ਸਾਨੂੰ ਲੱਗਦਾ ਸੀ ਕਿ ਅਸੀਂ ਚਲੋ ਆਪਣਾ ਕੋਈ ਸੋਚ ਜਿਹੜੀ ਸਾਡੀ ਹੈ ਉਹਨੂੰ ਵੀ ਅਸੀਂ ਥਰੂ ਆਰਟ, ਅਸੀਂ ਥਰੂ ਟੈਲੀਵਿਜ਼ਨ ਪੇਸ਼ ਕਰ ਰਹੇ ਹਾਂ। ਲੇਕਿਨ ਉਹ ਜੋ ਜ਼ਾਹਿਰ ਹੈ ਕਿ
ਟੈਲੀਵਿਜ਼ਨ ਦਾ ਮੀਡੀਅਮ ਐਸਾ ਕਿ ਉਹਦੇ ਵਿੱਚ ਕਾਫੀ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਉਹਦੇ ਪਾਲਿਸੀ ਇਸ਼ੂਜ਼ ਹੁੰਦੇ ਨੇ, ਫਾਈਨੈਂਸ਼ੀਅਲ ਇਸ਼ੂਜ਼ ਹੁੰਦੇ ਨੇ, ਟੈਕਨੀਕਲ ਇਸ਼ੂਜ਼ ਹੁੰਦੇ ਨੇ, ਤੇ ਉਹ ਅਸੀਂ ਇਹਨਾਂ ਸਾਰੇ ਫਿਲਟਰਸ ਤੋਂ ਗੁਜ਼ਰ ਕੇ ਆਪਣੀ ਗੱਲ ਕੁਝ ਕਰਨਾ ਚਾਹੁੰਦੇ ਸਾਂ। ਤੇ ਜਦੋਂ ਉਹਦਾ ਵੀ ਮੌਕਾ ਨਹੀਂ ਮਿਲਿਆ ਤੇ ਫਿਰ ਅਸੀਂ ਕਿਹਾ ਕਿ ਛੱਡੋ, ਇਹ ਪਲੇਟਫਾਰਮ ਛੱਡੋ ਔਰ ਇੱਕ ਐਸਾ ਪਲੇਟਫਾਰਮ ਯੂਜ਼ ਕਰੋ ਜਿਹਦੇ ਉੱਤੇ ਸਟੇਟ ਦਾ ਕੋਈ ਉਸ ਤਰ੍ਹਾਂ ਦਾ ਅਮਲ ਦਖਲ ਨਾ ਹੋਵੇ। ਔਰ ਫਿਰ ਅਸੀਂ ਮਤਲਬ ਜ਼ਿਆਦਾ ਅਜੋਕਾ ਦੇ ਥਰੂ ਆਉਣਾ ਸ਼ੁਰੂ ਕੀਤਾ। ਦੂਜੇ ਚੈਲੰਜਸ ਵੀ ਬੜੇ ਵੱਧ ਗਏ ਸੀ, ਕਿਉਂਕਿ ਭੁੱਟੋ ਸਾਹਿਬ ਦੇ ਫਾਂਸੀ ਦੇ ਬਾਅਦ ਜਦੋਂ ਇੱਥੇ ਬਹੁਤ ਜ਼ਿਆਦਾ ਇੱਕ ਮੁਜਾਹਿਦੀਨ ਵਾਲਾ ਸਿਲਸਿਲਾ ਸ਼ੁਰੂ ਹੋਇਆ ਔਰ ਪਾਕਿਸਤਾਨ ਦੇ ਅੰਦਰ ਵੀ ਸਖਤੀ ਸ਼ੁਰੂ ਹੋਈ ਇੱਕ ਇੰਤਹਾ ਪਸੰਦੀ ਵਾਲੀ, ਤੇ ਬਹੁਤ ਸਾਰੇ ਇਸ਼ੂਜ਼ ਜਿਸ ਤਰ੍ਹਾਂ ਔਰਤਾਂ ਦੇ ਰਾਈਟਸ ਦੀ ਗੱਲ ਹੈ, ਜੈਂਡਰ ਇਸ਼ੂਜ਼ ਨੇ, ਜਾਂ ਮਾਈਨੋਰਿਟੀਜ਼ ਦੇ ਰਾਈਟਸ ਦੀ ਗੱਲ ਹੈ, ਜਾਂ ਜਿਹੜੀ ਇੱਕ ਡਾਊਨ ਟ੍ਰੋਡਨ ਕਲਾਸਿਸ ਨੇ ਉਹਨਾਂ ਦੇ ਮਸਲਿਆਂ ਦੀ ਜ਼ਰੂਰਤ ਸੀ। ਤੇ ਅਸੀਂ ਫਿਰ ਸਾਨੂੰ ਮਹਿਸੂਸ ਹੋਇਆ ਕਿ ਇਹ ਚੈਲੰਜਸ ਜਿਹੜੇ ਨੇ ਇਹਨਾਂ ਦੇ ਬਾਰੇ ਗੱਲ ਕਰਨੀ ਚਾਹੀਦੀ ਔਰ ਲੋਕੀ ਗੱਲ ਸੁਣਨਾ ਚਾਹੁੰਦੇ ਸੀ, ਕਿਉਂਕਿ ਬਾਕੀ ਪਲੇਟਫਾਰਮ ਵੈਸੇ ਹੀ ਬੰਦ ਹੋਏ ਸੀ, ਪੋਲਿਟਿਕਸ ਹੋਏ ਜਾਂ ਮੀਡੀਆ ਹੋਵੇ। ਤੇ ਉਹ ਫਿਰ ਸਾਡੇ ਲਈ ਇੱਕ ਮੋਟੀਵੇਸ਼ਨ ਵੀ ਜ਼ਿਆਦਾ ਸੀ, ਸਾਡੀ ਆਡੀਅנס ਵੀ ਬੜੀ ਈਗਰ ਸੀ ਕਿ ਵੀ ਕਿਸੇ ਪਲੇਟਫਾਰਮ ਤੇ ਉੱਤੇ ਕੋਈ ਗੱਲ ਡਿਸੈਂਟ ਦੀ ਹੋਵੇ, ਕੋਈ ਗੱਲ ਇhtਜਾਜ ਦੀ ਹੋਵੇ, ਪ੍ਰੋਟੈਸਟ ਦੀ ਹੋਵੇ। ਤੇ ਸੋ ਬਾਜ਼ ਦਫਾ ਇਹ ਹੁੰਦਾ ਕਿ ਜਿਹੜੀਆਂ ਖਰਾਬ ਕੰਡੀਸ਼ਨਸ ਹੋਣ, ਓਪਰੈਸਿਵ ਕੰਡੀਸ਼ਨਸ ਹੋਣ, ਤੇ ਉਹ ਇੱਕ ਆਰਟ ਦੇ ਲਈ ਜ਼ਿਆਦਾ ਉਹ ਮਤਲਬ ਇੱਕ ਇੰਪਰੂਵਡ ਕੰਡੀਸ਼ਨਸ ਬਣ ਜਾਂਦੀਆਂ ਨੇ, ਉਹਦੀ ਜ਼ਿਆਦਾ ਅੱਛਾ ਔਰ ਜ਼ਿਆਦਾ ਪਪੂਲਰ ਔਰ ਜ਼ਿਆਦਾ ਇੱਕ ਇੰਪਰੂਵਡ ਆਰਟ ਸਾਹਮਣੇ ਆਉਂਦਾ ਹੈ। ਸ਼ਾਹਿਦ ਜੀ, ਸਾਨੂੰ ਹੋਰ ਵੀ ਬਹੁਤ ਦੋਸਤ ਦੇਖ ਰਹੇ ਨੇ। ਚੰਦਰਦੀਪ ਜੀ ਕਹਿ ਰਹੇ ਨੇ ਕਿ ਤੁਸੀਂ ਜਿਹੜੀਆਂ ਗੱਲਾਂ ਸਾਨੂੰ ਦੱਸ ਰਹੇ ਹੋ, ਇਹਦੇ ਨਾਲ ਇਹ ਤੁਹਾਡਾ ਜਿਹੜਾ 2 ਜਣਿਆਂ ਦਾ ਡਾਇਲਾਗ ਆ, ਪੂਰਾ ਇੱਕ ਵੱਡਾ ਡਾਇਲਾਗ ਦੀ ਸ਼ਕਲ ਦੇ ਵਿੱਚ ਅਖਤਿਆਰ ਕਰਦਾ ਨਜ਼ਰ ਆ ਰਿਹਾ। ਔਰ ਇਸੇ ਤਰ੍ਹਾਂ ਸਾਨੂੰ ਬਲਕਾਰ ਸਿੱਧੂ ਜੀ ਦੇਖ ਰਹੇ ਨੇ, ਉਹਨਾਂ ਨੂੰ ਵੀ ਇਹ ਡਾਇਲਾਗ ਪਸੰਦ ਆ ਰਿਹਾ। ਔਰ ਬਲਕਾਰ ਸਿੱਧੂ ਜੀ ਸਾਡੇ ਇਪਟਾ ਦੇ ਨਾਲ ਜੁੜੇ ਹੋਏ ਨੇ, ਔਰ ਜਦੋਂ ਇਪਟਾ ਦੀ ਗੱਲ ਚੱਲਦੀ ਹੈ ਤਾਂ ਅਸੀਂ ਬਹੁਤ ਉਸ ਸਾਂਝੇ ਦੇਸ਼ ਦੀ ਇੱਕ ਪ੍ਰੋਗਰੈਸਿਵ ਮੂਵਮੈਂਟ ਦੇ ਨਾਲ ਜਾ ਜੁੜਦੇ ਹਾਂ। ਪਰ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ, ਜੇ ਮੇਰੀ ਜਾਣਕਾਰੀ ਗਲਤ ਨਹੀਂ ਤਾਂ ਇੰਡੀਆ ਦੇ ਵਿੱਚ ਤੁਹਾਡਾ ਪਹਿਲਾ ਨਾਟਕ ਇੱਟ ਸੀ, ਜਿਹੜਾ ਭੱਠਾ ਮਜ਼ਦੂਰਾਂ ਦੇ ਜੀਵਨ ਨਾਲ ਸੰਬੰਧਿਤ ਸੀ, ਉਹਨਾਂ ਦੀ ਲਾਈਫ ਦੇ, ਉਹਨਾਂ ਦੇ ਸੰਘਰਸ਼ਾਂ ਦੇ ਨਾਲ ਜੋੜ ਕੇ ਸੀ। ਤੇ ਉਹ ਨਾਟਕ ਤੁਸੀਂ ਜਦੋਂ ਪਹਿਲੀ ਵਾਰ ਕੀਤਾ ਸੀ, ਉਹ ਸਫਦਰ ਹਾਸ਼ਮੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕੀਤਾ ਗਿਆ ਸੀ, ਉਹਦੇ 'ਚ ਤੁਸੀਂ ਉਹ ਲੈ ਕੇ ਆਏ ਸੀ। ਅਜੋਕਾ ਬਣੇ ਨੂੰ ਵੀ ਹਾਲੇ ਬਹੁਤ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਉਸ ਦੌਰ ਦੇ ਵਿੱਚ। ਮੈਂ ਸਿਰਫ ਤੁਹਾਨੂੰ ਇਹ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਸਫਦਰ ਹਾਸ਼ਮੀ ਜੀ ਨਾਲ ਕੋਈ ਤੁਹਾਡਾ ਕੀ ਡਾਇਰੈਕਟ ਨਾਤਾ ਕਿਸ ਤਰੀਕੇ ਦਾ ਸੀ ਕਿ ਤੁਹਾਨੂੰ ਇਸ ਗੱਲ ਲਈ ਸੱਦਾ ਦਿੱਤਾ ਗਿਆ ਕਿ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਸਮਾਗਮ ਦਾ ਹਿੱਸਾ ਬਣੋ? ਜੀ, ਸਫਦਰ ਹਾਸ਼ਮੀ ਦੇ ਬਾਰੇ ਵਿੱਚ ਜਦੋਂ ਅਸੀਂ ਸ਼ੁਰੂ ਕੀਤਾ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬਾਦਲ ਸਰਕਾਰ ਦੇ ਬਾਰੇ ਵਿੱਚ ਤੇ ਅਸੀਂ ਜਾਣਦੇ ਸਾਂ ਔਰ ਗੁਰਸ਼ਰਨ ਭਾਜੀ ਦੇ ਬਾਰੇ ਜਾਣਦੇ ਸਾਂ, ਤੇ ਫਿਰ ਅਸੀਂ ਸਫਦਰ ਹਾਸ਼ਮੀ ਦਾ ਕੁਝ ਉਹਨਾਂ ਦੇ ਬਾਰੇ ਵਿੱਚ ਵੀ ਸੁਣਿਆ। ਉਹ ਹਾਲੀ ਨਵੇਂ ਉਹਨਾਂ ਦਾ ਯਾਨੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੇ ਕੁਝ ਲੋਕ ਜਾਣਨ ਲੱਗੇ ਸੀ। ਤੇ ਫਿਰ ਇੱਕ ਵਰਕਸ਼ਾਪ ਹੋਈ ਸੀ ਲਾਹੌਰ ਦੇ ਵਿੱਚ, ਮੇਰੇ ਖਿਆਲ 88 ਵਿੱਚ, ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਉੱਥੋਂ ਬੁਲਾਇਆ ਗਿਆ ਸੀ। ਅਨੁਰਾਧਾ ਕਪੂਰ ਸੀ, ਰਤੀ ਬਰਥੋਲੋਮਿਓ ਸੀ, ਬਾਦਲ ਸਰਕਾਰ ਸੀ, ਤੇ ਸਫਦਰ ਹਾਸ਼ਮੀ ਵੀ ਉਹਦੇ 'ਚ ਆਏ ਸੀ। ਔਰ ਉੱਥੇ ਉਹਨਾਂ ਨੇ ਕੁਝ ਵਰਕਸ਼ਾਪਸ ਕੀਤੀਆਂ, ਕੁਝ ਡਿਸਕਸ਼ਨ ਵਿੱਚ ਹਿੱਸਾ ਲਿਆ, ਔਰ ਸਾਨੂੰ ਬਹੁਤ ਹੀ ਚੰਗਾ ਲੱਗਾ ਜਿਹੋ ਜਿਹਾ ਉਹਨਾਂ ਦੀ ਸੋਚ ਸੀ, ਜਿਹੋ ਜਿਹਾ ਉਹਨਾਂ ਦਾ ਕੰਮ ਸੀ। ਔਰ ਅਸੀਂ ਫਿਰ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਸਾਡਾ ਇੰਟਰੈਕਸ਼ਨ ਵਧਿਆ, ਲੇਕਿਨ ਅਨਫੋਰਚੂਨੇਟਲੀ ਫਿਰ ਉਹ ਵਿਦਿਨ ਅ ਈਅਰ ਉਹਨਾਂ ਦੀ ਸ਼ਹਾਦਤ ਹੋ ਗਈ। ਤੇ ਬਹੁਤ ਵੱਡਾ ਸਾਨੂੰ ਧੱਚਕਾ ਪਹੁੰਚਿਆ, ਕਿਉਂਕਿ ਹਾਲੀ ਤੇ ਸਾਡੀ ਰਿਲੇਸ਼ਨਸ਼ਿਪ ਉਹਨਾਂ ਦੇ ਨਾਲ ਡਿਵੈਲਪ ਹੋਈ ਸੀ। ਸੋ ਅਸੀਂ ਫਿਰ ਆਫਰ ਕੀਤਾ ਕਿ ਅਸੀਂ ਜਾਵਾਂਗੇ ਉੱਥੇ ਔਰ ਇੱਕ ਸੋਲੀਡੈਰਿਟੀ ਦਾ ਇਜ਼ਹਾਰ ਕਰਾਂਗੇ। ਤੇ ਉਦੋਂ ਹਾਲੀ ਕੋਈ ਕਨਸੈਪਟ ਨਹੀਂ ਸੀ ਕਿ ਮਤਲਬ ਪਾਕਿਸਤਾਨ ਤੋਂ ਇੱਕ ਥੀਏਟਰ ਗਰੁੱਪ ਜਾ ਕੇ ਇੰਡੀਆ ਦੇ ਵਿੱਚ ਪਰਫਾਰਮ ਕਰੇ ਔਰ ਵਿਦਆਊਟ ਆਫੀਸ਼ੀਅਲ ਪੈਟਰਨੇਜ ਫਰੋਮ ਆਈਦਰ ਸਾਈਡ।
ਤੇ ਉਹ ਫਿਰ ਸਾਡੇ ਇੱਕ ਦੋਸਤ ਸੀ, ਉਦੋਂ ਪੀਪਲਸ ਪਾਰਟੀ ਦੀ ਗਵਰਨਮੈਂਟ ਸੀ। ਉਹਨਾਂ ਨੇ ਕਿਹਾ ਜੀ ਇਹ ਤੇ ਨਹੀਂ ਹੋ ਸਕਦਾ, ਤੇ ਬੜਾ ਲੰਬਾ ਚੱਕਰ ਹੈ, ਤੁਸੀਂ ਤੇ ਕਹਿੰਦੇ ਹੋ ਅਸੀਂ ਅਗਲੇ ਮਹੀਨੇ ਜਾਣਾ ਹੈ, ਜਾਂ ਬਲਕਿ 2-3 ਹਫ਼ਤਿਆਂ ਦੇ ਬਾਅਦ ਹੀ ਜਾਣਾ ਸੀ। ਤੇ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਇੰਡੀਵਿਜੂਅਲ ਵੀਜ਼ੇ ਦੇ ਦਿੰਦੇ ਹਾਂ ਵਿਜ਼ਿਟ ਕਰਨ ਦੇ। ਉਹ ਅਸੀਂ ਕਿਹਾ ਚਲੋ ਉਹੀ ਦੇ ਦਿਓ। ਉਹ ਅਸੀਂ ਕੋਈ 12 ਲੋਕਾਂ ਨੇ ਇੰਡੀਵਿਜੂਅਲ ਵੀਜ਼ੇ ਲਏ, ਔਰ ਅਸੀਂ ਮੰਡੀ ਹਾਊਸ ਪਹੁੰਚ ਗਏ ਜਿੱਥੇ ਉਹ ਹੋ ਰਿਹਾ ਸੀ ਸਫਦਰ ਹਾਸ਼ਮੀ ਮੈਮੋਰੀਅਲ ਫੈਸਟੀਵਲ। ਔਰ ਉੱਥੇ ਅਸੀਂ ਜਾ ਕੇ ਤੇ ਉੱਥੇ ਮੰਡੀ ਹਾਊਸ ਦੇ ਬਾਹਰ ਮੈਂ ਹਲੇ ਨਹਿਰੂ ਅਕੈਡਮੀ ਹੈ ਸ਼ਾਇਦ, ਉੱਥੇ ਉਹਦੇ ਲੌਨ ਦੇ ਵਿੱਚ ਅਸੀਂ ਅਪਲਾਈ ਕੀਤਾ। ਤੇ ਅਗਲੇ ਦਿਨ ਮੇਰੇ ਖਿਆਲ ਟਾਈਮਜ਼ ਆਫ ਇੰਡੀਆ ਦੀ ਫਰੰਟ ਪੇਜ ਤੇ ਕੋਈ 4 ਕਾਲਮੀ ਤਸਵੀਰ ਦੇ ਨਾਲ ਖਬਰ ਸੀ ਕਿ ਜੀ ਪਾਕਿਸਤਾਨੀ ਥੀਏਟਰ ਗਰੁੱਪ ਨੇ ਆ ਕੇ ਇੱਥੇ ਦਿੱਲੀ 'ਚ ਪਰਫਾਰਮ ਕੀਤਾ, ਤੇ ਦੋਨਾਂ ਹਕੂਮਤਾਂ ਨੂੰ ਕੁਝ ਪਤਾ ਹੀ ਨਹੀਂ, ਨਾ ਇੰਡੀਅਨਸ ਨੂੰ ਤੇ ਨਾ ਪਾਕਿਸਤਾਨੀਆਂ ਨੂੰ, ਕਿਉਂਕਿ ਉਹ ਦੋਵਾਂ ਨੂੰ ਕੋਈ ਵਹਿਮਾ ਗੁਮਾਨ 'ਚ ਨਹੀਂ ਸੀ ਕਿ ਕੀ ਹੋ ਰਿਹਾ। ਉਹਦੇ ਬਾਅਦ ਵਿੱਚ ਪਤਾ ਚੱਲਿਆ ਕਿ ਜਦੋਂ ਪਲੇ ਹੋ ਗਿਆ ਤੇ ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਜੀ ਅਜੋਕਾ ਦੀ ਟੀਮ ਆ ਕੇ ਪਰਫਾਰਮ ਕਰਕੇ ਤੇ ਮਤਲਬ ਫਾਰਗ ਵੀ ਹੋ ਗਈ। ਤੇ ਉਹ ਬਹੁਤ ਵੱਡਾ ਇੱਕ ਬ੍ਰੇਕ ਥਰੂ ਸੀ, ਸਾਈਕੋਲੋਜੀਕਲ ਵੀ ਤੇ ਆਪ ਸਮਝ ਲਓ ਕਿ ਥੀਏਟਰ ਵਾਈਜ਼ ਵੀ। ਔਰ ਉਹ ਅਸੀਂ ਫਿਰ ਜਾ ਕੇ ਉੱਥੇ ਫੈਕਟਰੀਆਂ 'ਚ ਵੀ ਕੀਤਾ, ਉਹਨਾਂ ਜਗ੍ਹਾ ਤੇ ਜਿੱਥੇ ਸਫਦਰ ਹਾਸ਼ਮੀ ਜਾ ਕੇ ਪਰਫਾਰਮ ਕਰਦੇ ਸੀ। ਤੇ ਉਹ ਸਾਨੂੰ ਬਹੁਤ ਹੀ ਸਾਡੇ ਲਈ ਇੰਸਪਾਇਰਿੰਗ ਸੀ ਕਿ ਅਸੀਂ ਇੱਕ ਬੜੀ ਵੱਡੀ ਇੱਕ ਫੈਕਟਰੀ ਸੀ, ਉਹਦੇ ਬਾਹਰ ਜਦੋਂ ਉਹਨਾਂ ਦੀ ਸ਼ਿਫਟ ਖਤਮ ਹੁੰਦੀ ਹੈ, ਇੱਕ ਸ਼ਿਫਟ ਮੁੱਕਦੀ ਹੈ ਤੇ ਦੂਜੀ ਸ਼ੁਰੂ ਹੁੰਦੀ ਹੈ, ਤੇ ਉਹ ਕੋਈ ਸੁਬਾਹ ਕੋਈ ਮੇਰੇ ਖਿਆਲ 5 ਵਜੇ ਦਾ ਟਾਈਮ ਸੀ ਜਾਂ ਅਰਲੀ ਮਾਰਨਿੰਗ, ਤੇ ਉੱਥੇ ਜਾ ਕੇ ਅਸੀਂ ਪਰਫਾਰਮ ਕੀਤਾ। ਫਿਰ ਯੂਨੀਵਰਸਿਟੀ 'ਚ JNU ਜਾ ਕੇ ਕੀਤਾ। ਉਹ ਸਾਡਾ ਪਹਿਲਾ, ਬਲਕਿ ਕਿਸੇ ਪਾਕਿਸਤਾਨੀ ਥੀਏਟਰ ਗਰੁੱਪ ਦਾ ਪਹਿਲਾ ਪਰਫਾਰਮੈਂਸ ਸੀ ਇੰਡੀਆ ਦੇ ਵਿੱਚ। ਔਰ ਉਹ ਫਿਰ ਬੜੀ ਉਹਦੇ ਨਾਲ ਸਾਡੀ ਇੱਕ ਦੋਸਤੀਆਂ ਔਰ ਇੱਕ ਰਿਲੇਸ਼ਨਸ਼ਿਪ ਡਿਵੈਲਪ ਹੋਈ ਥੀਏਟਰ ਗਰੁੱਪਸ ਦੇ ਨਾਲ, ਜਿਹੜੀ ਕਿ ਅੱਜ ਤੱਕ ਕਾਇਮ ਹੈ। ਕਹਿ ਸਕਦੇ ਹਾਂ ਕਿ ਜਦੋਂ ਪਾਕਿਸਤਾਨ ਤੋਂ ਪਹਿਲੀ ਵਾਰ ਇੰਡੀਆ ਦੇ ਵਿੱਚ ਕੋਈ ਟੀਮ ਆ ਕੇ ਥੀਏਟਰ ਕਰਨ ਆਈ ਤਾਂ ਉਹਨੇ ਇੱਕ ਤਰ੍ਹਾਂ ਦੇ ਨਾਲ ਥੀਏਟਰੀਕਲ ਗੁਰੀਲਾ ਐਕਸ਼ਨ ਕੀਤਾ। ਹਾਂ ਜੀ, ਔਰ ਉਹ ਇੱਟ ਮਾਰ ਕੇ ਤੇ ਜਿਹੜੇ ਸੈਂਸਰਸ਼ਿਪ ਦੇ ਜਿਹੜੀਆਂ ਸ਼ੀਸ਼ਾ ਸੀ ਨਾ, ਉਹ ਭੰਨ ਛੱਡਿਆ। ਬਿਲਕੁਲ ਜੀ, ਬਿਲਕੁਲ। ਮੈਂ ਹੁਣ ਸ਼ਾਹਿਦ ਜੀ ਤੁਹਾਨੂੰ ਸਵਾਲ ਉਹ ਕਰਨਾ ਚਾਹੁੰਦਾ ਜਿਹੜਾ ਸਾਡੇ ਲਈ ਵੀ ਬੜਾ ਤਕਲੀਫ ਵਾਲਾ ਸਵਾਲ ਹੈ, ਤੁਹਾਡੇ ਲਈ ਸਾਡੇ ਤੋਂ ਵੀ ਜ਼ਿਆਦਾ। ਤੁਹਾਡਾ ਹਰ ਨਾਟਕ ਮਦੀਹਾ ਗੌਹਰ ਜੀ ਡਾਇਰੈਕਟ ਕਰਦੇ ਸੀ, ਤੁਹਾਡੀ ਟੀਮ ਨੂੰ ਚਲਾਉਣ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਸੀ ਹਮੇਸ਼ਾ ਲਈ। ਤੇ ਹੁਣ ਜਦੋਂ ਮਦੀਹਾ ਜੀ ਸਾਡੇ ਨਾਲ ਨਹੀਂ ਰਹੇ ਤਾਂ ਉਹਨਾਂ ਤੋਂ ਬਾਅਦ ਤੁਸੀਂ ਕੀ ਕਰ ਸਕੇ ਹੋ, ਅਤੇ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਜਿਹੜਾ ਖਲਾ ਮਹਿਸੂਸ ਕਰਦੇ ਹੋ ਉਹਦੇ ਬਾਰੇ ਜ਼ਰੂਰ ਗੱਲ ਕਰੋ। ਉਹ ਖਲਾ ਤੇ ਪੁਰ ਨਹੀਂ ਹੋ ਸਕਦਾ, ਕਿਉਂਕਿ ਉਹ ਮਦੀਹਾ ਜਿਹੋ ਜਿਹਾ ਪਰਸਨੈਲਿਟੀ ਸੀ, ਉਹ ਤੇ ਬਹੁਤ ਹੀ ਯੂਨੀਕ ਸੀ ਔਰ ਬੜੀ ਰੇਅਰ ਸੀ ਕਿ ਪਾਕਿਸਤਾਨੀ ਸਮਾਜ ਦੇ ਵਿੱਚ ਇੱਕ ਔਰਤ, ਉਹ ਵੀ ਅਪਰ ਮਿਡਲ ਕਲਾਸ ਦੇ ਬੈਕਗਰਾਉਂਡ ਦੀ ਔਰਤ, ਉਹ ਫਿਰ ਫੰਡਾਮੈਂਟਲਿਜ਼ਮ ਦੇ ਜ਼ਮਾਨੇ ਵਿੱਚ ਜਿਹਨੇ ਆਪਣਾ ਝੰਡਾ ਇਹਦਾ ਪ੍ਰੋਗਰੈਸਿਵ ਥੀਏਟਰ ਦਾ ਫੜਿਆ, ਤੇ ਫਿਰ ਉਹਦੀ ਆਪਣਾ ਜਿਹੜੀ ਕ੍ਰੀਏਟਿਵ ਐਬਿਲਿਟੀ ਔਰ ਜਿਹੜਾ ਉਹਦਾ ਕਮਿਟਮੈਂਟ ਸੀ ਆਪਣੇ ਥੀਏਟਰ ਫਾਰਮ ਦੇ ਨਾਲ ਔਰ ਆਪਣੇ ਕਲਚਰ ਦੇ ਨਾਲ, ਤੇ ਫਿਰ ਉਹਦੀ ਜਿਹੜੀ ਐਨਰਜੀ ਸੀ ਉਹ ਬਹੁਤ ਹੀ ਇੱਕ ਮਤਲਬ ਆਪ ਕਹਿ ਲਓ ਕਿ ਅਨਲਿਮਿਟਿਡ ਸਟੋਰ ਸੀ, ਪਾਵਰ ਹਾਊਸ ਸੀ ਐਨਰਜੀ ਦਾ। ਤੇ ਉਹ ਫਿਰ ਉਹਦੀ ਜਿਹੜੀ ਪੀਸ ਦੇ ਲਈ ਜਿਹੜੀ ਉਹਦੀ ਕਮਿਟਮੈਂਟ ਸੀ, ਅਬਵ ਆਲ ਇੰਡੀਆ ਪਾਕਿਸਤਾਨ ਦੀ ਪੀਸ ਦੇ ਲਈ, ਉਹਨੇ ਮੁਸ਼ਕਿਲ ਤਰੀਨ ਹਾਲਾਤ ਵਿੱਚ ਵੀ ਉਹਨੇ ਕਦੀ ਹਿੰਮਤ ਨਹੀਂ ਹਾਰੀ, ਕੋਈ ਨਾ ਕੋਈ ਰਸਤਾ ਲੱਭ ਲੈਂਦੀ ਸੀ। ਇੱਕ ਦਫਾ ਉਸਨੇ ਕਿਸੇ ਸੈਮੀਨਾਰ ਹੀ ਜਾਣਾ ਸੀ ਪੰਜਾਬ ਵਿੱਚ, ਚੰਡੀਗੜ੍ਹ ਵਿੱਚ ਸ਼ਾਇਦ, ਤੇ ਰਸਤੇ ਬੰਦ ਸੀ, ਬਾਰਡਰ ਵੀ ਬੰਦ ਸੀ, ਫਲਾਈਟਾਂ ਵੀ ਬੰਦ ਸੀ। ਉਹ ਦੁਬਈ ਦੇ ਜ਼ਰੀਏ, ਦੁਬਈ ਦਿੱਲੀ ਔਰ ਦਿੱਲੀ ਤੋਂ ਫਿਰ ਉਹ ਚੰਡੀਗੜ੍ਹ ਆਈ ਔਰ ਉਹਨੇ ਕਿਹਾ ਜੀ ਮੈਂ ਤੇ ਉੱਥੇ ਪਹੁੰਚਣਾ। ਸੋ ਇਹ
ਫਿਰ ਜਿਸ ਤਰ੍ਹਾਂ ਅੰਮ੍ਰਿਤਸਰ ਔਰ ਚੰਡੀਗੜ੍ਹ ਔਰ ਜਲੰਧਰ ਜਿਸ ਤਰ੍ਹਾਂ ਲੋਕਾਂ ਨੇ ਉਹਨੂੰ ਪਿਆਰ ਦਿੱਤਾ ਔਰ ਜਿਸ ਤਰ੍ਹਾਂ ਉਹਨੇ ਉਹਨਾਂ ਦੇ ਨਾਲ ਬਿਲਕੁਲ ਆਪਣਾ ਜਿਹੜਾ ਇੱਕ ਅਮਨ ਦੀ ਦੇਵੀ ਦੇ ਤੌਰ ਤੇ ਜਿਹੜਾ ਉਹਨੇ ਮੁਸ਼ਕਲ ਤਰੀਨ ਹਾਲਾਤ ਵਿੱਚ ਵੀ ਮੈਸੇਜ ਦਿੱਤਾ ਤੇ ਉਸ ਦੇ ਮੈਂ ਸਮਝਣਾ ਕਿ ਬੜਾ ਮੁਸ਼ਕਲ ਹੈ ਉਹਨੂੰ ਫਿਲ ਕਰਨਾ ਲੇਕਿਨ ਇਹ ਕਿ ਉਹ ਇੰਨਾ ਕੁ ਇੰਜਨ ਤੇਜ਼ ਰਫ਼ਤਾਰ ਸੀ ਕਿ ਉਹ ਹਾਲੇ ਤੱਕ ਤੇ ਉਹਦਾ ਮੋਮੈਂਟਮ ਚੱਲ ਰਿਹਾ ਹੈ ਗੱਡੀ ਜਿਹੜੀ ਹੈ ਉਹ ਚੱਲ ਰਹੀ ਹੈ ਮੇਰਾ ਰੋਲ ਜ਼ਿਆਦਾ ਇੱਕ ਗਾਰਡ ਦਾ ਹੀ ਹੈ ਕਿ ਥੋੜਾ ਜਿਹਾ ਹਰੀ ਲਾਲ ਝੰਡੀ ਨਾਲ ਲੋਕਾਂ ਨੂੰ ਕਿਹਾ ਜੀ ਜ਼ਰਾ ਹੁਸ਼ਿਆਰ ਹੋ ਜਾਓ ਮਤਲਬ ਪਰਾਂ ਹੋ ਜਾਓ ਉਹ ਉਸ ਮੋਮੈਂਟਮ ਤੇ ਉਹ ਗੱਡੀ ਚੱਲ ਰਹੀ ਹੈ ਔਰ ਉਹਦੇ ਵਿੱਚ ਜਿਹੜੀ ਟੀਮ ਜਿਹੜੀ ਮਦੀਆ ਨੇ ਟ੍ਰੇਨ ਕੀਤੀ ਸੀ ਔਰ ਜਿਹੜੀ ਮਦੀਆ ਤੋਂ ਇਨਸਪਾਇਰਡ ਸੀ ਉਹ ਆਪਣਾ ਰੋਲ ਕਰ ਰਹੀ ਹੈ ਵਿੱਚ ਇਹਦੇ ਇੱਕ ਅੱਛੀ ਡਿਵੈਲਪਮੈਂਟ ਇਹ ਹੋਈ ਹੈ ਕਿ ਮੇਰਾ ਤੇ ਮਦੀਹਾ ਦਾ ਜਿਹੜਾ ਇੱਕ ਜੁਆਇੰਟ ਪ੍ਰੋਡਕਸ਼ਨ ਸੀ ਸਾਡਾ ਪੁੱਤਰ ਨਿਰਵਾਨ ਉਹਨੇ ਕੁਝ ਕੰਮ ਸੰਭਾਲਿਆ ਹੈ ਔਰ ਉਹਨੇ ਇੱਕ ਅਜੋਕਾ ਇੰਸਟੀਚਿਊਟ ਬਣਾ ਕੇ ਤੇ ਉਹਦੇ ਵਿੱਚ ਐਕਟਿੰਗ ਔਰ ਰਾਈਟਿੰਗ ਔਰ ਦੂਜੇ ਇਸ਼ੂਜ਼ ਦੇ ਉੱਤੇ ਕੁਝ ਕਲਾਸਿਸ ਲੈਣੀਆਂ ਸ਼ੁਰੂ ਕੀਤੀਆਂ ਨੇ ਟ੍ਰੇਨਿੰਗ ਸ਼ੁਰੂ ਕੀਤੀ ਹੈ ਜਿਹਦੇ ਨਾਲ ਹੈ ਕਿ ਕਮ ਸੇ ਕਮ ਜਿਹੜੀ ਸਾਡੇ ਇੱਥੇ ਟ੍ਰੇਨਿੰਗ ਦੀ ਕਮੀ ਸੀ ਔਰ ਅਵੇਅਰਨੈਸ ਦੀ ਔਰ ਸਕਿੱਲਸ ਦੀ ਕਮੀ ਸੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਇਹ ਹੁਣ ਜਦੋਂ ਕਰੋਨਾ ਦਾ ਮਸਲਾ ਆਇਆ ਵੇ ਲੋਕਡਾਊਨਸ ਆਏ ਨੇ ਤੇ ਉਹਦੇ ਵਿੱਚ ਫਿਰ ਉਹਨੇ ਆਨਲਾਈਨ ਐਕਟੀਵਿਟੀਜ਼ ਜਾਰੀ ਰੱਖੀਆਂ ਔਰ ਇਹ ਸਾਰੀਆਂ ਕਲਾਸਾਂ ਵੀ ਹੁੰਦੀ ਰਹੀਆਂ ਔਰ ਇੱਕ ਫਿਰ ਅਸੀਂ ਡਰਾਮਾ ਵੀ ਆਨਲਾਈਨ ਕਰ ਛੱਡਿਆ ਜ਼ੂਮ ਦੇ ਉੱਤੇ ਔਰ ਫੇਸਬੁੱਕ ਦੇ ਉੱਤੇ ਮੰਟੋ ਆਨਲਾਈਨ ਉਹ ਉਹਨਾਂ ਸਟੂਡੈਂਟਸ ਦੇ ਨਾਲ ਹੀ ਔਰ ਅੱਗੇ ਵੀ ਉਹਨੂੰ ਇੱਕ ਹੋਰ ਪ੍ਰੋਡਕਸ਼ਨ ਤੇ ਕੰਮ ਕਰ ਰਹੇ ਨੇ ਤੇ ਉਹ ਅਸੀਂ ਇਹ ਜਿਹੜਾ ਇੱਕ ਲੋਕਡਾਊਨ ਦਾ ਜਿਹੜਾ ਇੱਕ ਹਰਡਲ ਆਈ ਹੈ ਉਹਨੂੰ ਅਸੀਂ ਇਸ ਤਰ੍ਹਾਂ ਅਬੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਥੋੜੀ ਜੀ ਅਸੀਂ ਆਨਲਾਈਨ ਟ੍ਰੇਨਿੰਗ ਐਂਡ ਆਨਲਾਈਨ ਪ੍ਰੋਡਕਸ਼ਨ ਉਹਦੇ ਤੇ ਕੰਮ ਕਰ ਰਹੇ ਹਾਂ ਔਰ ਉਮੀਦ ਕਰਨੇ ਆ ਕਿ ਜਲਦੀ ਕੁਝ ਔਨ ਗਰਾਊਂਡ ਵੀ ਹਾਲਾਤ ਬਿਹਤਰ ਹੋਣਗੇ ਤੇ ਅਸੀਂ ਪਾਕਿਸਤਾਨ ਵਿੱਚ ਵੀ ਦੁਬਾਰਾ ਔਨ ਗਰਾਊਂਡ ਥੀਏਟਰ ਕਰ ਸਕਾਂਗੇ ਔਰ ਇੰਡੀਆ ਵਿੱਚ ਵੀ ਲੈ ਕੇ ਆਵਾਂਗੇ ਇੰਡੀਆ ਵਿੱਚ ਜਿਹੜੀ ਰੁਕਾਵਟਾਂ ਨੇ ਉਹ ਤੇ ਵਾਇਰਸ ਤੋਂ ਕਰੋਨਾ ਵਾਇਰਸ ਤੋਂ ਪਹਿਲੇ ਦੀਆਂ ਨੇ ਹੋਰ ਤਰ੍ਹਾਂ ਦੇ ਵਾਇਰਸਿਸ ਵੀ ਸੀ ਉਹ ਰੁਕਾਵਟਾਂ ਵੀ ਦੂਰ ਹੋਣ ਔਰ ਅਸੀਂ ਫਿਰ ਉਹ ਜਰਨੀ ਰਿਜ਼ਿਊਮ ਕਰੀਏ ਜਿਹੜਾ ਮਦੀਹਾ ਨੇ ਜਿਹਦਾ ਝੰਡਾ ਫੜਿਆ ਸੀ ਔਰ ਜਿਹਦੇ ਝੰਡੇ ਨੂੰ ਕਿਸੇ ਨੇ ਹਾਲੀ ਤੱਕ ਚੰਡੀਗੜ੍ਹ ਵਾਲਿਆਂ ਨੇ ਤੇ ਅੰਮ੍ਰਿਤਸਰ ਵਾਲਿਆਂ ਨੇ ਤੇ ਪਟਿਆਲਾ ਵਾਲਿਆਂ ਨੇ ਡਿੱਗਣ ਨਹੀਂ ਦਿੱਤਾ ਤੇ ਉਹਨੂੰ ਅਸੀਂ ਉਸ ਸਫ਼ਰ ਨੂੰ ਜਾਰੀ ਰੱਖੀਏ ਰੰਗਮੰਚ ਤੇ ਜ਼ਿੰਦਾਬਾਦ ਹੈ ਜੀ ਹਮੇਸ਼ਾ ਜ਼ਿੰਦਾਬਾਦ ਰਹੇਗਾ ਕਿਉਂਕਿ ਰੰਗਮੰਚ ਲੋਕਾਂ ਨਾਲ ਜੁੜੀ ਹੋਈ ਚੀਜ਼ ਹੈ ਔਰ ਲੋਕਾਂ ਨਾਲ ਜੁੜੀ ਹੋਈ ਚੀਜ਼ ਕਦੇ ਮਰਦੀ ਨਹੀਂ ਬੇਸ਼ੱਕ ਕਦੇ ਕਦੇ ਭੀੜ ਦੇ ਵਿੱਚ ਗਵਾਚ ਜਾਂਦੀ ਆ ਕਦੇ ਕਦੇ ਲੱਗਦਾ ਕਿ ਉਹਦੀ ਵਿਦਾਇਗੀ ਹੋ ਗਈ ਹੈ ਪਰ ਉਹ ਕਦੇ ਵੀ ਸਾਡੇ ਕੋਲੋਂ ਵਿਦਾ ਨਹੀਂ ਹੁੰਦੀ ਤੁਸੀਂ ਗੱਲ ਕੀਤੀ ਕਿ ਇੱਕ ਕਰੋਨਾ ਵਾਇਰਸ ਤੋਂ ਵੀ ਖਤਰਨਾਕ ਸਾਡੇ ਕੁਝ ਵਾਇਰਸ ਨੇ ਪਰ ਖੁਸ਼ੀ ਦੀ ਗੱਲ ਕਹਿ ਸਕਦੇ ਹਾਂ ਕਿ ਇਸ ਕਿਸਮ ਦੇ ਵਾਇਰਸ ਦੇ ਹੁੰਦਿਆਂ ਸਾਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਮੌਕਾ ਮਿਲਿਆ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਬਹੁਤ ਛੇਤੀ ਸ਼ਾਇਦ ਕਲਚਰਲ ਕੋਰੀਡੋਰ ਵੀ ਸਾਡੇ ਜਿਹੜੇ ਨੇ ਉਹ ਖੁੱਲ੍ਹ ਜਾਣਗੇ ਔਰ ਜਦੋਂ ਕਲਚਰਲ ਕੋਰੀਡੋਰ ਖੁੱਲ੍ਹਣਗੇ ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਆ ਕੇ ਰੂਬਰੂ ਹੋ ਕੇ ਗੱਲਾਂ ਕਰ ਸਕੋਗੇ ਫਿਲਹਾਲ ਅਸੀਂ ਇਸ ਤਰੀਕੇ ਦੀਆਂ ਗੱਲਾਂ ਹੀ ਕਰ ਸਕਦੇ ਸੀ ਜਿਵੇਂ ਅਸੀਂ ਹੁਣ ਗੱਲਾਂ ਕਰ ਰਹੇ ਹਾਂ ਔਰ ਮੈਂ ਤੁਹਾਡਾ ਇਸ ਗੱਲ ਲਈ ਬਹੁਤ ਬਹੁਤ ਇੱਕ ਵਾਰ ਫਿਰ ਸਵਾਗਤ ਵੀ ਕਰਦਾ ਸ਼ੁਕਰੀਆ ਵੀ ਅਦਾ ਕਰਦਾ ਤੇ ਮੈਂ ਤੁਹਾਨੂੰ ਇਹ ਵੀ ਅਪੀਲ ਕਰਾਂਗਾ ਕਿ ਇਹ ਸਾਡਾ ਪ੍ਰਾਈਮ ਟਾਈਮ ਥੀਏਟਰ ਜੋ ਅਸੀਂ ਕਰ ਰਹੇ ਹਾਂ ਕਿਉਂਕਿ ਖਬਰਾਂ ਦਾ ਸੀਰੀਅਲਾਂ ਦਾ ਪ੍ਰਾਈਮ ਟਾਈਮ ਤੁਸੀਂ ਹਮੇਸ਼ਾ ਵੇਖਦੇ ਆ ਰਹੇ ਹੋ ਸੁਣਦੇ ਆ ਰਹੇ ਹੋ ਪਰ ਅਸੀਂ ਥੀਏਟਰ ਦਾ ਪ੍ਰਾਈਮ ਟਾਈਮ ਜਾਣਬੁੱਝ ਕੇ ਇਹਦਾ ਨਾਂ ਰੱਖਿਆ ਤਾਂ ਕਿ ਅਸੀਂ ਇਹ ਅਹਿਸਾਸ ਕਰਾ ਸਕੀਏ ਕਿ ਸਾਡਾ ਵੀ ਕੋਈ ਪ੍ਰਾਈਮ ਟਾਈਮ ਹੁੰਦਾ ਔਰ ਸਾਡਾ ਪ੍ਰਾਈਮ ਟਾਈਮ ਵੈਸੇ ਕਿਸੇ ਘੜੀ ਦੇ ਨਾਲ ਮੈਚ ਨਹੀਂ ਕਰਦਾ ਸਾਡਾ ਹਰ ਵੇਲੇ ਉਦੋਂ ਹੀ ਪ੍ਰਾਈਮ ਟਾਈਮ ਹੁੰਦਾ ਜਦੋਂ ਅਸੀਂ ਆਪਣੇ ਲੋਕਾਂ ਨੂੰ ਮੁਖਾਤਬ ਹੋ ਰਹੇ ਹਾਂ ਤੁਹਾਡਾ ਇੱਕ ਵਾਰ ਫਿਰ ਸ਼ੁਕਰੀਆ
ਦੋਸਤੋ ਕੱਲ ਨੂੰ ਅਸੀਂ ਰਾਣੀ ਬਲਬੀਰ ਕੌਰ ਜੀ ਨੂੰ ਮਿਲਾਂਗੇ ਔਰ ਅਸੀਂ ਉਹਨਾਂ ਨੂੰ ਨਾਲ ਕੁਝ ਗੱਲਾਂ ਕਰਾਂਗੇ ਔਰ ਮੇਰੀ ਸੀਟ ਦੇ ਉੱਤੇ ਕੱਲ ਨੂੰ ਕੋਈ ਹੋਰ ਦੋਸਤ ਹੋਏਗਾ ਜੋ ਉਹਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਕਰਵਾਏਗਾ ਔਰ ਮੈਂ ਆਸ ਕਰਾਂਗਾ ਕਿ ਸ਼ਾਹਿਦ ਜੀ ਵੀ ਜੇ ਉਹਨਾਂ ਕੋਲੇ ਸਮਾਂ ਹੋਵੇ ਤਾਂ ਕੱਲ ਨੂੰ ਸਾਡੇ ਨਾਲ ਜੁੜਨਗੇ ਔਰ ਸਾਡੀਆਂ ਜੋ ਇੰਡੀਆ ਦੇ ਵਿੱਚ ਅਸੀਂ ਸਰਗਰਮੀ ਕਰ ਰਹੇ ਹਾਂ ਉਹਨੂੰ ਸਮਝਣ ਦਾ ਯਤਨ ਕਰਨਗੇ ਔਰ ਸਾਡਾ ਸ਼ਾਇਦ ਕਦੇ ਨਾ ਕਦੇ ਜਦੋਂ ਇੱਕ ਦੂਜੇ ਨਾਲ ਰੂਬਰੂ ਗੱਲਾਂ ਕਰਾਂਗੇ ਤੇ ਇੱਕ ਕਰੋਨਾ ਕਾਲ ਦੀਆਂ ਗੱਲਾਂ ਵੀ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਸਹਾਈ ਹੋਣਗੀਆਂ। ਬਸ ਕਰੋਨਾ ਦਾ ਜਿਹੜਾ ਵੈਕਸੀਨ ਹੈ ਨਾ ਉਹ ਅਸੀਂ ਥੀਏਟਰ ਵਾਲੇ ਹੀ ਆ, ਬਸ ਇਹ ਸਾਡਾ ਪੈਗਾਮ ਦੇ ਦੇਣਾ। ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਔਰ ਇਹਨਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਕਿ ਵਿੱਚ ਪਾਰਟਿਸਿਪੇਟ ਕੀਤਾ ਔਰ ਬਿਲਕੁਲ ਅਸੀਂ ਉਹਨਾਂ ਦੀ ਮੁਹੱਬਤ ਹੈ ਜਿਹੜੀ ਸਾਨੂੰ ਹੌਸਲਾ ਦਿੰਦੀ ਹੈ ਟੂ ਕੈਰੀ ਔਨ। ਮੁਹੱਬਤ ਜ਼ਿੰਦਾਬਾਦ ਜੀ, ਮੁਹੱਬਤ ਜ਼ਿੰਦਾਬਾਦ।